ਕਿਤਾਬਾਂ ਵਰਗਿਆਂ ਲੋਕਾਂ ਨੂੰ ਖੁਦ ਵਿੱਚ ਜੋੜ ਲੈਂਦਾ ਹਾਂ, ਮਿਲੇ ਗਹਿਰਾ ਕਿਤੇ ਲਿਖਿਆ ਤਾਂ ਵਰਕਾ ਮੋੜ ਲੈਂਦਾ ਹਾਂ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਦਲਜੀਤ ਕੁਸ਼ਲ ਤੇ ਤੁਸੀਂ ਦੇਖ ਰਹੇ ਹੋ ਮੈਸੇਜ ਬਾਕਸ। ਦੋਸਤੋ, ਜਿੱਦਾਂ ਕਿ ਜ਼ਿੰਦਗੀ ਦੇ ਵਿੱਚ ਸਾਹ ਲੈਣਾ ਜ਼ਰੂਰੀ ਹੈ, ਉਵੇਂ ਜ਼ਿੰਦਗੀ ਦੇ ਵਿੱਚ ਸੰਵਾਦ ਅਤੀ ਜ਼ਰੂਰੀ ਹੈ। ਅੱਜ ਅਸੀਂ ਜਿਸ ਸ਼ਖਸੀਅਤ ਨਾਲ ਸੰਵਾਦ ਕਰਨ ਜਾ ਰਹੇ ਹਾਂ, ਉਹਨਾਂ ਦਾ ਕਾਵਿ ਚਿੰਤਨ ਆਧੁਨਿਕ ਕਾਵਿ ਧਾਰਾਵਾਂ ਦਾ ਸੋਚ ਸ਼ਾਸਤਰ ਤੋਂ ਲੈ ਕੇ ਨਵੀਂ ਪੰਜਾਬੀ ਸ਼ਾਇਰੀ, ਸਮਕਾਲੀ ਸੰਦਰਭ ਅਤੇ ਇਸ ਤੋਂ ਇਲਾਵਾ ਸੁਰਜੀਤ ਪਾਤਰ ਅਤੇ ਸਵਰਨਜੀਤ ਸਵੀ ਦੇ ਨਾਲ ਸੰਬੰਧਿਤ ਹੋਰ ਬਹੁਤ ਸਾਰੇ ਖੋਜ ਪੱਤਰ ਉਹਨਾਂ ਦੁਆਰਾ ਲਿਖੇ ਗਏ ਹਨ। ਸੋ ਜਿਨ੍ਹਾਂ ਦਾ ਅਧਿਆਪਨ ST ਕਾਲਜ ਚੰਡੀਗੜ੍ਹ ਤੋਂ ਸ਼ੁਰੂ ਹੁੰਦਾ ਅਤੇ ਪੰਜਾਬ ਯੂਨੀਵਰਸਿਟੀ ਵਿੱਚ ਤੱਕ ਅੱਪੜਦਾ ਹੈ। ਅਤੇ ਮੇਰੀ ਮੁਰਾਦ ਪੰਜਾਬ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਦੇ ਮੁਖੀ ਡਾਕਟਰ ਜੋਗਰਾਜ ਜੀ ਨੂੰ ਸਰ, ਤੁਹਾਡਾ ਸਵਾਗਤ ਕੀਤਾ ਜਾਂਦਾ ਹੈ ਮੈਸੇਜ ਬਾਕਸ ਵਿੱਚ। ਦਲਜੀਤ, ਬਹੁਤ ਬਹੁਤ ਸ਼ੁਕਰੀਆ ਸਰ। ਅੱਜ ਅਸੀਂ ਪੰਜਾਬੀ ਕਵਿਤਾ ਦੇ ਸੰਬੰਧ ਵਿੱਚ ਕੁਝ ਵਿਚਾਰ ਕਰਾਂਗੇ, ਜਿਨ੍ਹਾਂ ਵਿੱਚ ਬਹੁਤ ਸਾਰੇ ਪ੍ਰਸ਼ਨ ਉੱਠਦੇ, ਜਿਨ੍ਹਾਂ ਵਿੱਚੋਂ ਮੁੱਢਲਾ ਕੁਐਸਚਨ ਇਹੀ ਹੁੰਦਾ ਵਾ ਪ੍ਰਸ਼ਨ ਕਿ ਕਵਿਤਾ ਕਿਸ ਨੂੰ ਕਹਿੰਦੇ, ਕਿਉਂਕਿ ਬਹੁਤ ਸਾਰੀ ਕਵਿਤਾ ਇਹੋ ਜਿਹੀ ਆ ਜਿਹੜੀ ਤੁਕਬੰਦੀ ਤਾਂ ਹੋ ਰਹੀ ਆ, ਪਰ ਕੀ ਉਹ ਕਵਿਤਾ ਕਹੀ ਜਾ ਸਕਦੀ ਹੈ? ਅਤੇ ਜੇ ਆਪਾਂ ਇਸ ਕੁਐਸਚਨ ਨੂੰ ਅੱਗੇ ਤੋਰਦੇ ਹਾਂ ਤਾਂ ਉਹਦੇ ਵਿੱਚ ਅੱਗੋਂ ਇਹੀ ਕੁਐਸਚਨ ਨਿਕਲਦਾ ਕਿ ਇੱਕ ਚੰਗੀ ਕਵਿਤਾ ਦੇ ਪਛਾਣ ਚਿੰਨ੍ਹ ਕੀ ਹੋ ਸਕਦੇ ਆ? ਮੈਂ ਦਲਜੀਤ ਤੇਰੀ ਭੂਮਿਕਾ ਤੋਂ ਹੀ ਗੱਲ ਸ਼ੁਰੂ ਕਰਨਾ ਚਾਹਾਂਗਾ ਕਿ ਵਾਕਈ ਸੰਵਾਦ ਦੀ ਖੂਬਸੂਰਤੀ ਇਹ ਹੁੰਦੀ ਹੈ ਕਿ ਉਹਦੇ 'ਚ ਕੋਈ ਵੀ ਗੱਲ ਅੰਤਮ ਨਹੀਂ ਹੁੰਦੀ। ਪਰ ਪੰਜਾਬੀ ਚਿੰਤਨ ਅਤੇ ਪੰਜਾਬੀਆਂ ਦੇ ਸੁਭਾਅ 'ਚ ਇਹ ਸੰਵਾਦ ਕਦੋਂ ਪਰਿਪੱਕ ਹੋਏਗਾ, ਇਹ ਇੱਕ ਫਿਕਰ ਵਾਲੀ ਵੀ ਗੱਲ ਹੈ। ਹਾਲਾਂਕਿ ਮੱਧਕਾਲੀ ਪਰੰਪਰਾ ਦੇ ਵਿੱਚ ਬਾਣੀ ਨੇ, ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸਿਖਾਇਆ ਹੀ ਇਹ ਆ ਕਿ ਸਾਨੂੰ ਸੁਣ ਕੇ, ਚੀਜ਼ਾਂ ਨੂੰ ਪੜਚੋਲ ਕੇ ਸੰਵਾਦ ਰਾਹੀਂ ਸਮਝਣਾ ਪਏਗਾ। ਸੋ ਅੱਜ ਵੀ ਸੰਵਾਦ ਬਹੁਤ ਜ਼ਰੂਰੀ ਹੈ। ਸਗੋਂ ਅੱਜ ਦੇ ਸਮੇਂ 'ਚ ਸਾਹਿਤਕ ਹਲਕਿਆਂ 'ਚ, ਸਾਹਿਤ ਦੇ ਖੇਤਰ ਦੇ ਵਿੱਚ ਸੰਵਾਦ ਦੀ ਹੋਰ ਵੀ ਜ਼ਿਆਦਾ ਜ਼ਰੂਰਤ ਹੈ। ਹੁਣ ਮੈਂ ਤੁਹਾਡਾ ਜਿਹੜਾ ਮੁੱਖ ਪ੍ਰਸ਼ਨ ਆ ਕਿ ਕਵਿਤਾ ਕੀ ਹੁੰਦੀ ਹੈ, ਕਵਿਤਾ ਕਿਵੇਂ ਲਿਖੀ ਜਾਣੀ ਚਾਹੀਦੀ ਆ, ਇੱਕ ਬਹੁਤ ਹੀ ਟੇਢਾ ਸਵਾਲ ਹੈ। ਯੂਨਾਨੀ ਕਾਵਿ ਸ਼ਾਸਤਰ, ਭਾਰਤੀ ਕਾਵਿ ਸ਼ਾਸਤਰ, ਪੱਛਮੀ ਕਾਵਿ ਸ਼ਾਸਤਰ, ਅਰਬੀ ਕਾਵਿ ਸ਼ਾਸਤਰ, ਅੱਜ ਦੀ ਉੱਤਰ ਆਧੁਨਿਕ ਸਥਿਤੀ ਤੱਕ ਜਿੰਨਾ ਵੀ ਸਾਹਿਤ ਸ਼ਾਸਤਰ ਹੋਂਦ 'ਚ ਆਇਆ, ਕਵਿਤਾ ਦੀਆਂ ਅਨੇਕਾਂ ਜਿਹੜੀਆਂ ਪਰਿਭਾਸ਼ਾਵਾਂ ਦਿੱਤੀਆਂ ਗਈਆਂ, ਪਰ ਕੋਈ ਵੀ ਪਰਿਭਾਸ਼ਾ ਉਵੇਂ ਮੁਕੰਮਲ ਨਹੀਂ। ਜਾਂ ਮੈਂ ਜੇ ਆਪਣੇ ਸ਼ਬਦਾਂ 'ਚ ਕਹਿਣਾ ਹੋਵੇ ਤਾਂ ਮੈਂ ਸਪਸ਼ਟ ਇਹ ਗੱਲ ਕਹਿਣਾ ਕਿ ਕਵਿਤਾ ਦੀ ਕੋਈ ਮੁਕੰਮਲ ਪਰਿਭਾਸ਼ਾ ਹੋ ਹੀ ਨਹੀਂ ਸਕਦੀ। ਬਿਲਕੁਲ, ਕਿਉਂਕਿ ਕਵਿਤਾ ਦੀ ਪਰਿਭਾਸ਼ਾ ਬਣਦੀ ਕਿਵੇਂ ਆ, ਪਹਿਲਾਂ ਤਾਂ ਸਾਨੂੰ ਧਿਆਨ 'ਚੋਂ ਰੱਖਣਾ ਚਾਹੀਦਾ। ਦੇਖੋ, ਕਵਿਤਾ ਦੀ ਪਰਿਭਾਸ਼ਾ ਜਦੋਂ ਵੀ ਕਿਸੇ ਕਾਵਿ ਸ਼ਾਸਤਰ ਦੇ ਵਿੱਚ ਹੋਈ ਹੈ ਤਾਂ ਉਸ ਦਾ ਆਧਾਰ ਕਾਵਿ ਪਰੰਪਰਾ ਰਿਹਾ ਕਿ ਕਵਿਤਾ ਪਹਿਲਾਂ ਲਿਖੀ ਜਾਂਦੀ ਹੈ, ਉਸ ਕਵਿਤਾ ਦੇ ਆਧਾਰ 'ਤੇ ਫਿਰ ਉਹ ਕਾਵਿ ਸ਼ਾਸਤਰ ਉਸਰਦਾ। ਇਹ ਇੱਕ ਬੁਨਿਆਦੀ ਗੱਲ ਆ ਜਿਹੜੀ ਚੇਤੇ ਰੱਖਣੀ ਚਾਹੀਦੀ ਹੈ। ਔਰ ਕਵਿਤਾ ਦਾ ਸੁਭਾਅ ਹੀ ਇਹ ਆ ਕਿ ਇਹ ਪਲ ਪਲ ਬਦਲਦੀ ਹੈ, ਔਰ ਪਲ ਪਲ ਬਦਲਦੇ ਸਮੇਂ ਨੂੰ ਫੜਨ ਦੇ ਵਿੱਚ ਹੋਰ ਸਾਹਿਤ ਰੂਪਾਂ ਦੇ ਮੁਕਾਬਲੇ ਵਧੇਰੇ ਛੇਤੀ ਪੜ੍ਹ ਲੈਂਦੀ ਹੈ। ਮਤਲਬ ਜਿਵੇਂ ਕਹਿੰਦੇ ਨਾ ਕਿ ਇਮੀਡੀਏਟ ਜਿਹੜੇ ਇਫੈਕਟਸ ਨੇ ਆਪਣੇ ਸੂਰਤ ਹਾਲ ਦੇ, ਜ਼ਿੰਦਗੀ ਦੇ, ਵਰਤਮਾਨ ਦੇ, ਸਮਕਾਲ ਦੇ, ਉਸ ਸੂਰਤ ਹਾਲ ਨੂੰ ਕਵਿਤਾ ਦੀ ਭਾਸ਼ਾ ਜਾਂ ਕਵਿਤਾ ਦਾ ਜਨਰ ਫਟਾਫਟ ਪੜ੍ਹ ਲੈਂਦਾ। ਇਸੇ ਕਰਕੇ ਜਦੋਂ ਕੋਈ ਘਟਨਾ ਵਾਪਰਦੀ ਆ, ਚੰਗੀ ਜਾਂ ਮਾੜੀ, ਕੋਈ ਦੁਸ਼ਵਾਰੀਆਂ ਸਮਾਜ 'ਚ ਆਉਂਦੀਆਂ ਨੇ, ਤਾਂ ਸਭ ਤੋਂ ਪਹਿਲਾਂ ਕਵਿਤਾ ਹੀ ਲਿਖੀ ਜਾਂਦੀ ਹੈ। ਉਸ ਤੋਂ ਬਾਅਦ ਕਹਾਣੀ, ਫਿਰ ਨਾਵਲ ਲਿਖਣਾ, ਕਿਉਂਕਿ ਬਹੁਤ ਇੱਕ ਵੱਡਾ ਜੋਖਮ ਭਰਿਆ ਕੰਮ ਆ। ਜੋਖਮ ਭਰਿਆ ਤਾਂ ਮੇਰਾ ਤਪੱਸਿਆ ਵਾਲਾ ਕੰਮ ਆ ਕਿ ਇਹਨੂੰ ਸਮਾਂ ਲੱਗ ਜਾਂਦਾ। ਸੋ ਕਵਿਤਾ ਦੀ ਪਰਿਭਾਸ਼ਾ ਵੀ ਪਲ ਪਲ ਬਦਲਦੀ ਹੈ। ਪਰ ਫਿਰ ਵੀ ਮੈਂ ਇੱਕ ਬੁਨਿਆਦੀ ਕਵਿਤਾ ਬਾਰੇ ਜ਼ਰੂਰ ਇਹ ਪਰਿਭਾਸ਼ਾ ਕਰਨਾ ਚਾਹਾਂਗਾ ਕਿ ਅਸਲ ਦੇ ਵਿੱਚ ਜਦੋਂ ਕੋਈ ਕਵੀ ਕਵਿਤਾ ਲਿਖਦਾ, ਉਹ ਨਹੀਂ ਕਵਿਤਾ ਦਾ ਕਿਉਂਕਿ ਆਧਾਰ ਬਣਦਾ। ਜਦੋਂ ਕੋਈ ਕਵੀ ਲਿਖਦਾ ਤਾਂ ਉਸ ਦਾ ਜਿਹੜਾ ਪਹਿਲਾ ਯੁੱਧ ਆ, ਪਹਿਲਾ ਜਿਹੜਾ ਸੰਘਰਸ਼ ਆ, ਉਹ
ਪਰੰਪਰਕ ਵਿਆਕਰਣ ਦੀ ਭਾਸ਼ਾ ਨਾਲ ਹੈ। ਜੇ ਛੰਦ ਵਿਧਾਨ ਦੀ ਕਵਿਤਾ ਲਿਖੀ ਗਈ ਤਾਂ ਸਾਡੇ ਕੋਲ ਇੱਕ ਛੰਦ ਵਿਧਾਨ ਦੀ ਪਰੰਪਰਾ ਵਿਕਸਿਤ ਹੋ ਗਈ ਜਾਂ ਲਿਖੀ ਗਈ ਕਿ ਜਿਹਦੇ 'ਚ ਰਵਾਨਗੀ, ਜਿਹਦੇ 'ਚ ਤੁਕਾਂਤ, ਜਿਹਦੇ 'ਚ ਛੰਦ ਹੁੰਦਾ, ਉਹ ਕਵਿਤਾ ਹੁੰਦੀ ਆ। ਇਵਨ ਪੰਜਾਬੀ ਸਾਹਿਤ ਆਲੋਚਨਾ ਦੇ ਖੇਤਰ ਵਿੱਚ ਪ੍ਰਿੰਸੀਪਲ ਸੰਤ ਸਿੰਘ ਸੇਖੋਂ ਤੱਕ ਇਹ ਮੰਨਦੇ ਰਹੇ ਆ ਕਿ ਛੰਦ ਤੋਂ ਰਹਿਤ ਕੋਈ ਕਵਿਤਾ ਨਹੀਂ। ਇਹਦਾ ਪ੍ਰੋਫੈਸਰ ਪੂਰਨ ਸਿੰਘ ਨੇ ਜਾ ਕੇ ਇੱਕ ਪਰੰਪਰਾ ਚਲਾਈ ਜਿਹਨੂੰ ਸਿਰਖੰਡੀ ਛੰਦ ਕਿਹਾ ਗਿਆ, ਖੁੱਲੀ ਕਵਿਤਾ, ਜਿਹਦਾ ਇੱਕ ਦਾਇਰਾ ਹੁਣ ਬਹੁਤ ਵਿਕਸਿਤ ਹੋ ਗਿਆ। ਉਹਦੇ ਕਿੰਨੇ ਹੀ ਰੂਪ ਸਾਹਮਣੇ ਹੋਏ ਆ। ਦੁਬਾਰਾ ਫਿਰ ਅਸੀਂ ਉੱਥੇ ਹੀ ਜਾਂਦੇ ਹਾਂ ਕਿ ਡਾਕਟਰ ਸਾਹਿਬ ਇਹ ਮੇਰਾ ਕੁਐਸਚਨ ਤਾਂ ਸੀ, ਬਹੁਤ ਸਾਰੇ ਜੇਕਰ ਗਜ਼ਲ ਦੇ ਖੇਤਰ ਨਾਲ ਵੀ ਸੰਬੰਧ ਕਰ ਲਿਆ ਜਾਵੇ ਇਸ ਕੁਐਸਚਨ ਨੂੰ, ਬਹੁਤ ਸਾਰੇ ਉਸਤਾਦ ਲੋਕ ਉਹ ਬਹਿਰਾਂ ਤੱਕ ਹੀ ਸੀਮਤ ਰਹਿ ਜਾਂਦੇ ਆ, ਗਜ਼ਲ ਦੇ ਰੂਪ ਨੂੰ ਹੀ ਮੁੱਖ ਧਾਰਾ ਦੇ ਵਿੱਚ ਲਿਆਉਂਦੇ, ਉਹਨੂੰ ਉਹ ਗਜ਼ਲ ਦੇ ਜਾਂ ਕਵਿਤਾ ਦੇ ਸਰੂਪ ਦੇ ਉੱਤੇ ਓਨਾ ਕੰਸਨਟ੍ਰੇਸ਼ਨ ਨਹੀਂ ਕਰਦੇ ਜਿੰਨਾ ਕਿ ਹਾਲਾਂਕਿ ਰੂਪ ਨਾਲੋਂ ਸਰੂਪ ਵੀ ਓਨਾ ਹੀ ਜ਼ਿਆਦਾ ਜ਼ਰੂਰੀ ਆ। ਪਰ ਪਹਿਲੇ ਸਵਾਲ ਨੂੰ ਥੋੜ੍ਹਾ ਜਿਹਾ ਮੈਂ ਹੋਰ ਕਲੀਅਰ ਕਰਦਾ। ਕਵਿਤਾ ਦੀ ਪਰਿਭਾਸ਼ਾ ਇੱਕ ਵਾਰਤਕ ਦੀ ਭਾਸ਼ਾ ਕਹਿ ਲਓ, ਜਿਹਨੂੰ ਮੈਂ ਪਰੰਪਰਕ ਵਿਆਕਰਨ, ਜਿਹੜੀ ਵਿਹਾਰ ਦੀ ਭਾਸ਼ਾ, ਵਿਹਾਰ ਦੀ ਭਾਸ਼ਾ ਤੋਂ ਅਗਾਂਹ ਜਾ ਕੇ ਕਵਿਤਾ ਦੀ ਭਾਸ਼ਾ ਦੇ ਵਿੱਚ ਦਾਖਲ ਹੋਣਾ, ਇਹ ਪਰੰਪਰਕ ਭਾਸ਼ਾ ਦੇ ਨਾਲ ਯੁੱਧ ਆ। ਇਸੇ ਕਰਕੇ ਜਦੋਂ ਖੁੱਲੀ ਕਵਿਤਾ ਤੇ ਕਿੰਤੂ ਪਰੰਤੂ ਕੀਤਾ ਜਾਂਦਾ ਤਾਂ ਬੁਨਿਆਦੀ ਅਸੀਂ ਇਹੀ ਕਹਿੰਦੇ ਹਾਂ ਕਿ ਵੀ ਇਹ ਤਾਂ ਵਾਰਤਕ ਵਰਗੀ ਹੋ ਗਈ। ਹਾਲਾਂਕਿ ਪ੍ਰੋਜੈਕਟ ਕਵਿਤਾ ਦਾ ਇੱਕ ਜਨਰ ਵਿਕਸਿਤ ਹੋ ਗਿਆ, ਪਰ ਉਹਦੇ 'ਚ ਵੀ ਕਵਿਤਾ ਹੁੰਦੀ ਹੈ। ਸੋ ਵਿਹਾਰ ਦੀ ਭਾਸ਼ਾ ਜਿਹੜੀ ਗਿਆਨ ਅਤੇ ਸੂਚਨਾ ਦੇਣ ਵਾਸਤੇ ਬਣੀ ਹੁੰਦੀ ਹੈ, ਜਿਹਦੀ ਇੱਕ ਬਿਲਕੁਲ ਸਿੱਕੇਬੰਦ ਵਿਆਕਰਨ ਸਾਡੇ ਸਾਹਮਣੇ ਆ। ਕਵਿਤਾ ਹਰ ਦਿਨ ਹਰ ਪਲ ਨਵੀਂ ਵਿਆਕਰਨ ਸਿਰਜਦੀ ਹੈ। ਇਹ ਇੱਥੋਂ ਕਵਿਤਾ ਦੀ ਪਰਿਭਾਸ਼ਾ ਸ਼ੁਰੂ ਹੁੰਦੀ ਹੈ ਕਿ ਹਰ ਕਵੀ ਇੱਕ ਕਵਿਤਾ ਦੀ ਨਵੀਂ ਗ੍ਰਾਮਰ, ਇੱਕ ਨਵਾਂ ਰੂਪ ਬਣਾਉਂਦਾ। ਉਹ ਬਣਾਉਂਦਾ ਕਿਵੇਂ ਆ ਕਿ ਸੂਚਨਾ ਦੀ ਤੇ ਗਿਆਨ ਦੀ ਪਰੰਪਰਕ ਜਾਂ ਵਿਹਾਰਕ ਭਾਸ਼ਾ ਨੂੰ ਤੋੜ ਕੇ ਇੱਕ ਨਵੀਂ ਭਾਸ਼ਾ, ਉਹ ਨਵੀਂ ਭਾਸ਼ਾ ਦੇ ਬੜੇ ਮਾਧਿਅਮ ਨੇ। ਸਭ ਤੋਂ ਤਕੜਾ ਮਾਧਿਅਮ ਸਾਡੇ ਕੋਲ ਪਰੰਪਰਾ ਦੇ ਵਿੱਚ ਛੰਦ ਵਿਧਾਨ, ਮੀਟਰ, ਜਾਂ ਜਿਹਨੂੰ ਅਸੀਂ ਕਲੋਜ਼ ਪੋਇਟਰੀ ਕਹਿੰਦੇ ਆ। ਇੱਕ ਕਿੱਸਾ ਪੋਇਟਰੀ ਵੀ ਆ, ਉਹਦੇ 'ਚ ਸ਼ਬਦ ਵੀ ਆ, ਸ਼ਲੋਕ ਵੀ ਆ, ਛੰਦ ਵੀ ਆ, ਵਾਰ ਵੀ ਆ, ਰਬਾਈ ਵੀ ਆ, ਇਵਨ ਪੂਰੇ ਦਾ ਪੂਰੀ ਜਿਹੜੀ ਮਹਾਕਾਵ ਦੀ ਪਰੰਪਰਾ। ਪਰ ਆਧੁਨਿਕ ਸਮਿਆਂ ਦੇ ਵਿੱਚ ਜਾ ਕੇ ਇੱਕ ਨਵੇਂ ਤਰ੍ਹਾਂ ਦੀ ਕਵਿਤਾ, ਜਿਹਨੂੰ T.S. ਏਲੀਅਟ ਦੀ ਪਰੰਪਰਾ ਦੇ ਨਾਲ ਵੀ ਜੋੜਿਆ ਜਾਂਦਾ, ਪੰਜਾਬੀ ਕਾਵਿ ਪਰੰਪਰਾ ਨੂੰ ਅਸੀਂ ਪ੍ਰੋਫੈਸਰ ਪੂਰਨ ਸਿੰਘ ਨਾਲ ਜੋੜਦੇ ਹਾਂ। ਹੁਣ ਆਉਂਦੇ ਹਾਂ ਤੁਹਾਡੇ ਦੂਜੇ ਸਵਾਲ ਨਾਲ ਕਿ ਕਵਿਤਾ ਦੇ ਵਿੱਚ ਯਾਨੀ ਬੰਦਸ਼, ਬਹਿਰ ਜੇ ਗਜ਼ਲ ਲਿਖਣੀ ਹੋਵੇ ਜ਼ਰੂਰੀ ਹੈ। ਦੇਖੋ, ਪਹਿਲੀ ਗੱਲ ਤਾਂ ਇਹ ਹੈ, ਜੇ ਕਿਸੇ ਨੇ ਗਜ਼ਲ ਲਿਖਣੀ ਆ ਜਿਹੜੀ ਕਿ ਲਿਖੀ ਹੀ ਜਾਂਦੀ ਰਹੇਗੀ, ਕਿਉਂਕਿ ਪੰਜਾਬੀ ਕਵਿਤਾ ਦੇ ਵਿੱਚ ਗਜ਼ਲ ਸਿਨਫ ਬੇਸ਼ੱਕ ਉਰਦੂ ਫਾਰਸੀ ਪਰੰਪਰਾ 'ਚੋਂ ਆਈ ਹੈ, ਪਰ ਇਹ ਸਾਡੀ ਆਤਮਾ ਦੇ ਵਧੇਰੇ ਨੇੜੇ ਆ, ਕਿਉਂਕਿ ਪੰਜਾਬੀਆਂ ਦਾ ਅਜੇ ਵੀ ਸੁਭਾਅ ਪ੍ਰਗੀਤਕ ਬਣਿਆ ਹੋਇਆ, ਰਵਾਨਗੀ ਵਾਲਾ ਬਣਿਆ ਹੋਇਆ, ਲੋਕ ਧਰਾਈ ਮੁਖੀ ਬਣਿਆ ਹੋਇਆ। ਸੋ ਗਜ਼ਲ ਆ ਜਿਹੜੀ ਲਿਖੀ ਜਾਂਦੀ ਰਹੇਗੀ, ਪਰ ਕਿ ਗਜ਼ਲ ਲਈ ਬੰਦਸ਼ ਜ਼ਰੂਰੀ ਆ, ਇਹ ਤਾਂ ਬਿਲਕੁਲ ਸਪਸ਼ਟ ਆ। ਕਿਉਂਕਿ ਜੇ ਗਜ਼ਲ ਲਿਖਣੀ ਆ, ਇਵਨ ਜੇ ਰਬਾਈ ਲਿਖਣੀ ਆ, ਜਾਂ ਕੋਈ ਇਹੋ ਜਿਹਾ ਰੂਪ ਜਿਹਦੇ 'ਚ ਮੀਟਰ ਜਾਂ ਛੰਦ ਦੀ ਬੰਦਸ਼ ਆਉਂਦੀ ਆ, ਤਾਂ ਉਹ ਬਹਿਰ ਜਿਹੜੀ ਵੀ ਕੋਈ ਕਵੀ ਜਾਂ ਗਜ਼ਲ ਗੋ ਅਪਣਾਉਂਦਾ ਲੈਣੀ ਪਏਗੀ। ਇਵਨ ਬਹਿਰ ਬਾਰੇ, ਅਰੂਜ਼ ਬਾਰੇ, ਗਜ਼ਲ ਦੇ ਦੀਆਂ ਬਹਿਰਾਂ ਜਾਂ ਉਸ ਵਜ਼ਨ ਨੂੰ ਕਿੱਦਾਂ ਬੰਨੀਏ, ਤਾਂ ਉਸ ਰੁਕਨ ਨੂੰ, ਉਹਨਾਂ ਵੱਟਿਆਂ ਨੂੰ ਕਿੱਦਾਂ ਬੰਨੀਏ, ਇਹਦੇ ਬਾਰੇ ਇੱਕ ਲੰਬੀ ਚਰਚਾ ਜਿਹੜੀ ਹੁੰਦੀ ਰਹਿੰਦੀ ਹੈ। ਕਿਉਂਕਿ ਪੰਜਾਬੀ ਜਿਹੜਾ ਉਚਾਰਨ ਆ, ਇਹ ਅਰੂਜ਼ ਦੇ ਸੁਭਾਅ ਦੇ ਮੁਤਾਬਕ ਨਹੀਂ ਹੁੰਦਾ ਕਈ ਵਾਰੀ। ਇਸੇ ਕਰਕੇ ਜਿਹੜੇ ਗਜ਼ਲ ਦੇ ਉਸਤਾਦ ਨੇ, ਅਰੂਜ਼ ਦੇ ਉਸਤਾਦ ਨੇ, ਜਾਂ ਬਹੁਤ ਹੀ ਕਰੜਾਈ ਦੇ ਨਾਲ, ਮੈਂ ਤਾਂ ਕਹਿੰਦਾ ਕਿ ਕੱਟੜਤਾ ਦੇ ਨਾਲ ਮੰਨਦੇ ਨੇ ਅਰੂਜ਼ ਨੂੰ ਜਾਂ ਵਜ਼ਨ ਨੂੰ, ਤਾਂ ਉਹਨਾਂ ਨੂੰ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਪੰਜਾਬੀ ਸ਼ਬਦ ਦਾ ਉਚਾਰਨ ਕੀ ਹੈ। ਇਹਦੇ 'ਚ ਡਾਕਟਰ ਇਕਬਾਲ ਸਿੰਘ ਢਿੱਲੋਂ ਨੇ ਇੰਗਲਿਸ਼ 'ਚ ਬੁੱਕ ਲਿਖੀ ਆ ਤੇ ਪੰਜਾਬੀ 'ਚ ਵੀ ਲਿਖੀ ਆ ਕਿ
ਜਿਹੜਾ ਛੰਦ ਆ, ਤਾਂ ਛੰਦ ਦਾ ਵਿਧਾਨ ਜਿਹੜਾ ਲਚਕੀਲਾ ਪੰਜਾਬੀ ਉਚਾਰਨ ਦੇ ਸੁਭਾਅ ਨੂੰ ਅਨੁਕੂਲ ਕਿਵੇਂ ਹੋਣਾ ਚਾਹੀਦਾ, ਇਹ ਗੱਲਾਂ ਜਿਹੜੀਆਂ ਭਾਸ਼ਾ ਵਿਗਿਆਨ ਦੇ ਵਿੱਚ ਡਾਕਟਰ ਬੂਟਾ ਸਿੰਘ ਬਰਾੜ ਨੇ ਰਿਸਰਚ ਦਾ ਕੰਮ ਇਸ ਦਿਸ਼ਾ 'ਚ ਕਰਵਾਇਆ ਵੀ ਆ ਕਿ ਮੀਟਰ ਨੂੰ ਦੁਬਾਰਾ ਤੋਂ ਨਿਰਧਾਰਿਤ ਕਰਨਾ ਪਏਗਾ। ਈਵਨ ਡਾਕਟਰ ਸੁਰਜੀਤ ਪਾਤਰ ਉਹਨਾਂ ਨੇ ਇੱਕ ਵਾਰੀ ਦੱਸਿਆ, ਕੁਝ ਸਾਥੀ ਬੈਠੇ ਸੀ ਦੋਸਤ, ਕਿ ਇੰਗਲਿਸ਼ ਦੇ ਵਿੱਚ ਵੀ ਗਜ਼ਲ ਵਰਗੀ ਜਿਹੜੀ ਬੰਦਿਸ਼ ਵਾਲੀ ਵਿਧਾ ਇਹ ਲਿਖੀ ਜਾਂਦੀ ਹੈ, ਯਾਨੀ ਇੰਗਲਿਸ਼ ਦੇ ਵਿੱਚ ਵੀ ਤੁਹਾਨੂੰ ਗਜ਼ਲ ਮਿਲੇਗੀ। ਪਰ ਜੇ ਗਜ਼ਲ ਲਿਖਣੀ ਆ ਕਾਫੀਆ ਤੇ ਰਦੀਫ ਤੋਂ ਬਿਨਾਂ, ਕਾਫੀਆ ਤੇ ਰਦੀਫ ਤੋਂ ਬਿਨਾਂ ਗਜ਼ਲ ਦੀ ਕਲਪਨਾ ਨਹੀਂ ਕਰਨੀ ਚਾਹੀਦੀ। ਤੁਸੀਂ ਦੇਖੋ ਕਈ ਵਾਰੀ ਜੇ ਕਿਸੇ ਨਵੇਂ ਗਜ਼ਲਗੋ ਨੂੰ ਪਤਾ ਵੀ ਨਹੀਂ ਹੁੰਦਾ ਕਿ ਇਹ ਰੁਕਨ ਨੂੰ ਜਾਂ ਸ਼ਬਦ ਨੂੰ 2 ਟੁਕੜੀ 3 ਟੁਕੜੀ ਨੂੰ ਕਿੱਦਾਂ ਬੰਨਣਾ, ਪੂਰਾ ਗਿਆਨ ਨਹੀਂ ਵੀ ਹੁੰਦਾ, ਪਰ ਉਹਦੇ ਦਿਮਾਗ 'ਚ ਕਾਫੀਆ ਤੇ ਰਦੀਫ ਹੁੰਦਾ, ਮਤਲਾ ਤੇ ਮਕਤਾ ਦਾ ਕਨਸੈਪਟ ਹੁੰਦਾ ਕਿ ਪਹਿਲਾ ਜਿਹੜਾ ਹੈਗਾ ਉਹ ਮਤਲਾ, ਫਿਰ ਅੱਗੇ ਸ਼ੇਅਰਾਂ ਦੀ ਬਣਤਰ ਕਰਨੀਆਂ, ਕਿ ਪਹਿਲੀ ਲਾਈਨ ਤੇ ਦੂਜੀ ਲਾਈਨ ਦਾ ਮੋਟੀਆਂ ਗੱਲਾਂ ਦੇ ਦਿਮਾਗ 'ਚ ਆਉਂਦੀਆਂ ਨੇ, ਤਾਂ ਉਹ ਕੀ ਕਰਦੇ ਨੇ, ਉਹ ਗੁਣਗੁਣਾ ਕੇ ਉਹਦਾ ਵਜ਼ਨ ਕਰਦੇ ਨੇ, ਬਾਰ-ਬਾਰ ਹੌਲੀ ਸਿੱਖ ਜਾਂਦੇ ਆ। ਪਰ ਗੁਣਗੁਣਾ ਕੇ ਵੀ ਜਿਹੜੀ ਉਹਨਾਂ ਨੇ ਗਜ਼ਲ ਲਿਖੀ ਹੁੰਦੀ ਆ, ਥੋੜ੍ਹੇ ਬਹੁਤੇ ਜਾਨੀ ਸਖਤੀਆਂ ਨਾਲ, ਜਿਹਨੂੰ ਨੁਕਸ ਕਹਿੰਦੇ ਆ ਉਸਤਾਦ, ਉਹ ਥੋੜ੍ਹੇ ਬਹੁਤੇ ਨੁਕਸਾਂ ਦੇ ਨਾਲ ਉਹ ਗਜ਼ਲ ਵੀ ਬੜੀ ਵਧੀਆ। ਪਿੱਛੇ 2-3 ਨਵੇਂ ਗਜ਼ਲਗੋ ਦੇ ਨਾਲ ਇੰਟਰੈਕਸ਼ਨ ਹੋਇਆ, ਤਾਂ ਉਹਨਾਂ ਨੂੰ ਜਦੋਂ ਪੁੱਛਿਆ ਗਿਆ ਕਿ ਤੁਸੀਂ ਗਜ਼ਲ ਜਿਹੜੀ ਲਿਖ ਰਹੇ ਹੋ ਬੜੀ ਖੂਬਸੂਰਤ, ਇਹਦੇ 'ਚ ਸੰਵੇਦਨਾ, ਨਵੇਂ ਸਰੋਕਾਰ ਵੀ ਨੇ, ਅਤੇ ਇਹ ਕੌਣ ਆ ਉਸਤਾਦ? ਉਹ ਕਹਿੰਦੇ ਜੀ ਅਸੀਂ ਨਾ ਗੁਣਗੁਣਾ ਕੇ ਦੇਖ ਲੈਂਦੇ ਹਾਂ, ਗਜ਼ਲ ਪੜ੍ਹਨ ਦੀ ਪਰੰਪਰਾ ਸਾਡੇ ਕੋਲ ਆ, ਅਤੇ ਇੱਦਾਂ ਹੌਲੀ ਅਸੀਂ ਦੀਪਕ ਜਤੋਈ ਦੀ ਕਿਤਾਬ, ਡਾਕਟਰ ਨਰੇਸ਼ ਦੀ ਕਿਤਾਬ, ਸੁਲੱਖਣ ਸਰਹੱਦੀ ਦੀ ਕਿਤਾਬ, ਕਿੱਡੇ ਨਾਂ ਸਾਡੇ ਕੋਲ ਨੇ, ਡਾਕਟਰ ਸ਼੍ਰੀ ਰਾਮ ਅਰਸ਼ ਨੇ, ਸਾਡੇ ਕੋਲ ਗਜ਼ਲ ਦੇ ਮਾਹਰ ਜਿਹੜੇ ਬਹੁਤ ਨੇ, ਜਾਂ ਜਿਹੜੇ ਜਿਵੇਂ ਡਾਕਟਰ ਜਗਤਾਰ ਦੀ ਗਜ਼ਲ ਪੜ੍ਹ ਲਈ, ਸੁਰਜੀਤ ਪਾਤਰ ਦੀ। ਦੇਖੋ ਦਲਜੀਤ, ਗੱਲ ਤਾਂ ਸਪਸ਼ਟ ਆ ਕਿ ਗਜ਼ਲ ਲਿਖੀ ਜਾਂਦੀ ਰਹੇਗੀ। ਅੱਜ ਵੀ ਸਮਕਾਲ ਦੇ ਵਿੱਚ ਵੀ, ਨਵੇਂ ਕਵੀਆਂ ਦੇ ਵਿੱਚ ਵੀ ਇਹ ਬੜੀ ਪਰੰਪਰਾ ਬਣੀ ਹੋਈ ਆ। ਜਿਹੜੀ ਗਜ਼ਲ ਵਿਰੋਧੀ ਕੱਟੜਤਾ, ਮੈਂ ਉਹਦੇ ਬਿਲਕੁਲ ਹੀ ਖਿਲਾਫ ਹਾਂ, ਉਹ ਤੋਂ ਸਮਾਨਾਂਤਰ ਸੋਚਦਾ। ਬਿਲਕੁਲ, ਜਿਵੇਂ ਪਹਿਲਾਂ ਆਪਾਂ ਪਰੰਪਰਕ ਕਵਿਤਾ ਨੂੰ ਦੇਖਦੇ ਹਾਂ ਜੀ, ਫਿਰ ਮਾਡਰਨ ਕਵਿਤਾ ਆਉਂਦੀ ਆਪਣੇ ਕੋਲ, ਦੋਨਾਂ ਦੇ ਵਿੱਚ ਫਾਸਲਾ ਬਹੁਤ ਆਉਂਦਾ ਪਿਆ ਵਾ, ਕਿਉਂਕਿ ਬਦਲਦੇ ਸਮਾਜ ਨਾਲ ਰੂਪ ਦੀ ਨੇਚਰ ਵੀ ਬਦਲਦੀ ਆ। ਮੇਰਾ ਕੁਐਸਚਨ ਸੀ ਸਰ ਕਿ ਇਨਫੀਰੀਅਰ ਤੇ ਸੁਪੀਰੀਅਰ ਕਵਿਤਾ ਦੀ ਪੈਰਲਰ ਜਿਹੜੀ ਇੱਕ ਡਿਸਕਸ਼ਨ ਚੱਲਦੀ ਰਹਿੰਦੀ ਹੈ ਕਿ ਇਹ ਬਹੁਤ ਵੱਡੇ ਜਿਹੜੀ ਕਵਿਤਾ ਦਾ ਜਿਹੜਾ ਉਹ ਇਨਫੀਰੀਅਰ ਆ, ਤੇ ਬਹੁਤ ਘੱਟ ਕਵੀ ਆ ਜਿਨ੍ਹਾਂ ਦੀ ਕਵਿਤਾ ਸੁਪੀਰੀਅਰ ਆ। ਮੀਨ ਸਾਡੇ ਇਨਫੀਰੀਅਰ ਤੇ ਸੁਪੀਰੀਅਰ ਪੋਇਟਰੀ ਦਾ ਜਿਹੜਾ ਪੈਮਾਨਾ ਕੀ ਹੋ ਗਿਆ, ਉਹਦੇ ਪਛਾਣ ਚਿੰਨ੍ਹ ਕੀ ਆਪਾਂ ਕਰ ਸਕਦੇ? ਦਲਜੀਤ, ਬੜਾ ਬੁਨਿਆਦੀ ਸਵਾਲ ਹੈ। ਦੇਖੋ, ਜਦੋਂ ਅਸੀਂ ਕਿਸੇ ਕਵਿਤਾ ਨੂੰ ਉੱਚ ਪਾਏ ਦੀ ਤੇ ਨਿਮਨ ਦਰਜੇ ਦੀ ਇਹਨਾਂ ਕੋਟੀਆਂ 'ਚ ਵੰਡਦੇ ਹਾਂ, ਇਹ ਕੋਟੀਆਂ ਗਲਤ ਨੇ। ਖਾਸ ਤੌਰ 'ਤੇ ਜਿਹੜਾ ਸਾਹਿਤ ਆਲੋਚਨਾ ਦਾ ਕਾਰਜ ਆ, ਜਾਂ ਆਪਾਂ ਕਹਿ ਦਈਏ ਕਿ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ ਜਿਹੜਾ ਹੁਣ ਤੱਕ ਕਾਰਜ ਹੋਇਆ, ਇਹਦੇ 'ਚ ਪ੍ਰਵਚਨ ਜਾਂ ਵਿਚਾਰਧਾਰਾ ਪ੍ਰਮੁੱਖ ਰਹੀ ਹੈ। ਕਿਉਂਕਿ ਮੰਨ ਲਓ ਕਿਸੇ ਨੂੰ ਅਵਤਾਰ ਸਿੰਘ ਪਾਸ਼ ਬਹੁਤ ਵੱਡਾ ਕਵੀ ਲੱਗਦਾ, ਕਿਸੇ ਨੂੰ ਅਵਤਾਰ ਸਿੰਘ ਪਾਸ਼ ਦੀ ਕਵਿਤਾ ਜਿਹੜੀ ਉਹ ਬਹੁਤ ਰਿਟੋਰਕ ਲੱਗਦੀ ਹੈ ਵੀ ਉਹਦਾ ਜਿਹੜਾ ਭਾਸ਼ਾਈ ਮੁਹਾਵਰਾ ਸ਼ਾਇਦ ਖਰਬਾ, ਜਦ ਕਿ ਉਹਦਾ ਇੱਕ ਬੜਾ ਮੌਲਿਕ ਕ੍ਰਾਂਤੀਕਾਰੀ ਸੋਚ ਸ਼ਾਸਤਰ ਆ। ਮਤਲਬ ਇਹ ਪ੍ਰਵਚਨ ਵਾਲੀ ਗੱਲ ਸਮਝਣ ਦੀ ਜ਼ਰੂਰਤ ਹੈ ਕਿ ਵਿਚਾਰ ਪ੍ਰਵਾਹ, ਵਿਚਾਰਾਂ ਦੀ ਦੁਨੀਆ ਯਾਨੀ ਪ੍ਰਵਚਨ ਕਾਰਜਸ਼ੀਲ ਹੁੰਦਾ। ਇਹ ਸਾਹਿਤ ਆਲੋਚਨਾ ਨੂੰ ਦੁਬਾਰਾ ਤੋਂ ਰੀਥਿੰਕ ਕਰਨਾ ਪਏਗਾ। ਮਤਲਬ ਇਹਦੇ ਲਈ ਜਿਹੜਾ ਵੱਡੇ ਥਿੰਕਰ ਨੇ ਵੈਸਟ ਦੇ ਵਿੱਚ, ਜਿਹੜਾ ਮਾਡਰਨ ਲਿਟਰੇਰੀ ਥਿੰਕਰ ਆ, ਰੇਮੰਡ ਵਿਲੀਅਮ ਐਕਚੁਅਲੀ ਕਵਿਤਾ ਜਾਂ ਲਿਟਰੇਚਰ ਦੇ ਜਨਰ ਬਾਰੇ ਬੜੀਆਂ ਖੂਬਸੂਰਤ ਗੱਲਾਂ ਕਰਦਾ। ਅਲਾਈਨਮੈਂਟ ਐਂਡ ਕਮਿਟਮੈਂਟ ਦੇ ਫਰਕ ਬਾਰੇ ਦੱਸਦਾ ਕਿ ਭਾਈ ਗੁੱਟਬੰਦੀ ਇਹ ਹੁੰਦੀ ਹੈ, ਪ੍ਰਤੀਬੱਧਤਾ ਇਹ ਹੁੰਦੀ ਹੈ, ਗੁੱਟਬੰਦੀ ਦਾ ਲਿਟਰੇਚਰ ਐਸਾ ਹੁੰਦਾ, ਪ੍ਰਤੀਬੱਧਤਾ ਵਾਲਾ ਲਿਟਰੇਚਰ ਐਸਾ ਹੁੰਦਾ, ਤੇ ਇਹਦੇ ਫਾਇਦੇ ਤੇ ਨੁਕਸਾਨ ਨੇ। ਉਹ ਤੁਸੀਂ ਗੱਲ ਬਹੁਤ ਠੀਕ ਫੜੀ ਆ ਕਿ ਕਵਿਤਾ ਦਾ ਰੂਪ ਬਦਲਦਾ ਰਹਿੰਦਾ। ਰੇਮੰਡ ਵਿਲੀਅਮ ਇਹਨੂੰ ਇਤਿਹਾਸਕ ਪਰਪੇਖ ਕਹਿੰਦਾ।
ਕਵੀ ਹੀ ਕਵਿਤਾ ਨਹੀਂ ਲਿਖਦਾ। ਇਹ ਡਾਕਟਰ ਜਗਜੀਤ ਹੋਰੀ ਕਹਿੰਦੇ ਹੁੰਦੇ ਸੀ ਪੜ੍ਹਾਉਂਦੇ ਹੋਏ ਕਵਿਤਾ, ਕਿ ਕਵੀ ਹੀ ਕਵਿਤਾ ਨਹੀਂ ਲਿਖਦਾ, ਇਤਿਹਾਸ ਵੀ ਕਵਿਤਾ ਲਿਖਦਾ। ਇਤਿਹਾਸ ਕਵੀ ਤੋਂ ਕਵਿਤਾ ਲਿਖਾਉਂਦੀ ਹੈ। ਮਤਲਬ ਜੇ ਖੁੱਲੀ ਕਵਿਤਾ ਦੇ, ਚਿੰਤਨਮਈ ਕਵਿਤਾ ਦੇ ਇੰਨੇ ਰੂਪ ਸਾਡੇ ਸਾਹਮਣੇ ਆਏ ਆ, ਪ੍ਰੋਜਕ ਕਵਿਤਾ ਦੇ ਇੰਨੇ ਰੂਪ ਸਾਹਮਣੇ ਆਏ ਆ, ਤਾਂ ਕੋਈ ਇਤਿਹਾਸਕ ਸਮੇਂ ਦਾ ਦਬਾਅ, ਇਤਿਹਾਸਕ ਸਮੇਂ ਦੀ ਜ਼ਰੂਰਤ ਕੁਛ ਐਸੀ ਸੀ ਕਿ ਸਾਨੂੰ ਕੁਛ ਚਿੰਤਨੀ ਗੱਲਾਂ ਜਿਹੜੀਆਂ ਉਹ ਖੁੱਲੀ ਕਵਿਤਾ ਦੇ ਰੂਪਾਕਾਰ 'ਚ ਕਰਨੀਆਂ ਪੈਣੀਆਂ ਸੀ। ਇਵਨ ਖੁੱਲੀ ਕਵਿਤਾ ਦਾ ਰੂਪਾਕਾਰ ਵੀ ਹਰ ਰੋਜ਼ ਪਲ ਪਲ ਬਦਲਦਾ, ਇਹਨੂੰ ਤੁਸੀਂ ਰੋਕ ਨਹੀਂ ਸਕਦੇ। ਪਰ ਹੋ ਰਹੀ ਹੈ ਖੁੱਲੀ ਕਵਿਤਾ ਵੀ, ਬਿਲਕੁਲ ਵੀ ਵਿਕਸਿਤ ਵੀ ਹੋ ਰਹੀ ਹੈ, ਨਵੇਂ ਰੂਪ ਸਾਹਮਣੇ ਆ ਰਹੇ ਆ, ਤੇ ਪ੍ਰੋਜਕ ਕਵਿਤਾ ਦਾ ਇੱਕ ਨਵਾਂ ਕਨਸੈਪਟ ਸਾਹਮਣੇ ਆ ਰਿਹਾ। ਈਵਨ ਡਾਇਰੈਕਟ ਕਵਿਤਾ ਦਾ ਵੀ ਇੱਕ ਕਨਸੈਪਟ ਆ, ਉਹ ਪ੍ਰਚਾਰਿਆ ਜਾ ਰਿਹਾ ਕਿ ਕਵਿਤਾ ਨੂੰ ਅਲੰਕਾਰਾਂ 'ਚੋਂ, ਬਿੰਬਾਂ 'ਚੋਂ, ਛੰਦਾਂ 'ਚੋਂ, ਸੰਗੀਤ 'ਚੋਂ, ਰਵਾਨਗੀ 'ਚੋਂ, ਸਭ ਪਾਸੇ 'ਚੋਂ ਕੱਢ ਕੇ ਸਿੱਧੀ ਡਾਇਰੈਕਟ ਗੱਲ ਕਰਨੀ ਚਾਹੀਦੀ ਆ। ਉਹ ਇੱਕ ਨਵੇਂ ਤਰ੍ਹਾਂ ਦੇ ਸਵਾਲ ਨੇ। ਪਰ ਤਾਂ ਵੀ ਕਵਿਤਾ ਦਾ ਇੱਕ ਜਾਨਰ ਹੁੰਦਾ, ਖੁੱਲੀ ਕਵਿਤਾ ਦਾ ਵੀ, ਤੇ ਜਿਹੜੀ ਛੰਦ ਯੁਕਤ ਕਵਿਤਾ ਉਹਦਾ ਵੀ। ਛੰਦ ਯੁਕਤ ਕਵਿਤਾ ਲਈ ਤਾਂ ਪੈਮਾਨੇ ਬਾਹਰ ਵਾਲਾ ਜਿਹੜਾ ਚੌਕਟਾ ਉਹਦਾ ਨਿਰਧਾਰਨ ਹੋ ਗਿਆ ਸੌਖਾ। ਖੁੱਲੀ ਕਵਿਤਾ ਦੇ ਰੂਪਾਕਾਰ ਦੀ ਸਮੱਸਿਆ ਬਣੀ ਹੋਈ ਆ। ਡਾਕਟਰ ਗੁਰੂਮੇਲ ਨੇ ਖੁੱਲੀ ਕਵਿਤਾ ਬਾਰੇ ਬੜੀ ਡਿਟੇਲ ਦੇ ਵਿੱਚ ਆਪਣੀ ਕਿਤਾਬ ਜ਼ਿਕਰ ਕੀਤਾ, ਕਈ ਸਮੱਸਿਆਵਾਂ ਨੂੰ ਨਜਿੱਠਿਆ ਤੇ ਨਜਿੱਠਣ ਦਾ ਯਤਨ ਕੀਤਾ, ਪਰ ਇਹ ਅਜੇ ਹੋਰ ਨਜਿੱਠਣ ਦੀ ਜ਼ਰੂਰਤ ਆ। ਮੈਂ ਬਸ ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਤੁਸੀਂ ਦੇਖੋ ਕਿ ਬਹੁਤ ਹੀ ਪਰਪੱਕ ਕਵੀ, ਪ੍ਰੌੜ ਕਾਵਿ ਭਾਸ਼ਾ ਤੇ ਦਾਰਸ਼ਨਿਕ ਸਮਝ ਵਾਲਾ ਸਾਡੇ ਕੋਲ ਨਵਤੇਜ ਭਾਰਤੀ ਹੈ। ਇਹ ਨਵਤੇਜ ਭਾਰਤੀ ਦੀ ਕਵਿਤਾ ਰਵਾਨਗੀ ਵਾਲੀ, ਪ੍ਰਗੀਤਕ ਕਿਸਮ ਦੀ, ਜਿੱਥੇ ਕਿਤੇ ਕਿਤੇ ਬਹਿਰ ਆ ਉਹ ਵੀ ਆ, ਪਰ ਖੁੱਲੀ ਕਵਿਤਾ ਦੇ ਵਿੱਚ ਉਹਨੇ ਬਹੁਤ ਹੀ ਨਵੇਂ ਖੂਬਸੂਰਤ ਪ੍ਰਯੋਗ ਕੀਤੇ ਆ। 4-4 ਲਾਈਨਾਂ ਦੀਆਂ ਕਵਿਤਾਵਾਂ ਚਿੰਤਨੀ ਕਾਵਿ ਭਾਸ਼ਾ 'ਚ ਨੇ। ਉਹ ਤੁਹਾਨੂੰ ਉਸ ਕਵਿਤਾ ਦੇ ਜੌਨਰ ਪਿੱਛੇ ਕੀ ਫਿਲਾਸਫੀ ਆ ਉਹਦੇ ਬਾਰੇ ਚੇਤੇ ਕਰਾਉਂਦੇ ਨੇ। ਇੱਦਾਂ ਹੀ ਪੰਜਾਬੀ ਦੇ ਵਿੱਚ ਜਿਹੜੀ ਸਮਕਾਲੀ ਨਵੀਂ ਕਵਿਤਾ, ਉਹਦੇ 'ਚ ਜਦੋਂ ਦੇਵ ਨੇ ਕਵਿਤਾ ਲਿਖੀ ਤਾਂ ਦੇਵ ਨੇ ਵਾਕਈ ਨਵੀਂ ਪੰਜਾਬੀ ਕਵਿਤਾ ਨੂੰ ਇੱਕ ਨਵੀਂ ਦਿਸ਼ਾ, ਇੱਕ ਨਵਾਂ ਰੂਪ, ਇੱਕ ਨਵੀਂ ਦਾਰਸ਼ਨਿਕਤਾ ਚੌਕਟਿਆਂ ਦੇ ਵਿੱਚੋਂ, ਘੇਰਾਵਾਦੀ ਸੱਭਿਆਚਾਰ 'ਚੋਂ, ਭਰਮ ਮੁੱਖ ਜਿਹੜੇ ਨਿਸ਼ਚਤਾਵਾਦੀ ਵੱਡੇ ਆਦਰਸ਼ ਸੀ, ਜਿਹਨੂੰ ਕੇਂਦਰਵਾਦੀ ਦਰਸ਼ ਕਹਿੰਦੇ ਆ, ਉਹਨਾਂ 'ਚੋਂ ਕੱਢ ਕੇ ਇੱਕ ਇਹੋ ਜਿਹੀ ਵਿਸਫੋਟਕ ਕਾਵਿ ਭਾਸ਼ਾ ਲੈ ਕੇ ਆਇਆ। ਤਾਂ ਹਾਲਾਂਕਿ ਉਹਨਾਂ ਦੀ ਕਵਿਤਾ ਦੇ ਵਿੱਚ ਕਈ ਵੰਨਗੀਆਂ ਮਿਲਣਗੀਆਂ, ਪਰ ਉਹ ਸਾਰੀਆਂ ਵੰਨਗੀਆਂ ਦੇ ਤਹਿ ਦੇ ਵਿੱਚ ਖੁੱਲੀ ਕਵਿਤਾ ਦਾ ਇੱਕ ਨਵਾਂ ਰੂਪ ਆਇਆ। ਉਸ ਨਵੇਂ ਰੂਪ ਨੂੰ ਅੱਗੇ ਜਾ ਕੇ ਫਿਰ ਕਿੰਨੇ ਕਵੀਆਂ ਨੇ ਵਿਕਸਿਤ ਕੀਤਾ। ਇੱਦਾਂ ਹੀ ਮਰ ਖੁੱਲੀ ਕਵਿਤਾ ਦੀ ਜਿਹੜੀ ਨਜ਼ਮ ਦਾ ਜਿਹੜਾ ਨਾਟਕੀ ਰੂਪ ਆ, ਨਜ਼ਮ ਦੇ ਨਾਟਕੀ ਰੂਪ ਨੂੰ ਬਿਲਕੁਲ ਸਵੈ ਵਿਅੰਗ ਦੀ ਕਾਵਿ ਭਾਸ਼ਾ, ਸਵੈ ਕਟਾਕਸ਼ ਦੀ ਭਾਸ਼ਾ ਦੇ ਵਿੱਚ ਸੁਰਜੀਤ ਪਾਤਰ ਤੋਂ ਬਾਅਦ ਜਸਵੰਤ ਦੀ ਦੇ ਨਾਲ ਤਾਂ ਇਹ ਰਵਾਇਤ ਜਾਂ ਇਹ ਪ੍ਰਵਿਰਤੀ ਇਹ ਜੁੜ ਗਈ ਕਿ ਸਵੈ ਕਟਾਕਸ਼ ਕਰਕੇ ਕਵਿਤਾ ਕਿਵੇਂ ਲਿਖਣੀ ਆ। ਇਹਦੇ ਬਹੁਤ ਹੀ ਵੱਡੇ ਵਿਚਾਰਧਾਰਕ ਸੂਖਮ ਕਾਰਨ ਸੀ। ਸੋ ਕਵਿਤਾ ਦੇ ਜਿਹੜਾ ਰੂਪਾਕਾਰ ਹੈ, ਜਿਹੜਾ ਨਵਾਂ ਪੰਜਾਬੀ ਕਵਿਤਾ ਦੇ ਸਾਹਮਣੇ ਆਇਆ, ਇਹ ਕੋਈ ਇੱਕ ਨਹੀਂ ਹੈ। ਇਹਦੇ 'ਚ ਵੰਨ-ਸੁਵੰਨਤਾ, ਇਹਦੇ 'ਚ ਵਿਭਿੰਨਤਾ, ਵਿਚਾਰਧਾਰਾ ਦੇ ਪੱਧਰ 'ਤੇ ਵੀ ਜਦੋਂ ਅਸੀਂ ਇਸ ਕਵਿਤਾ ਦੀ ਤਲਾਸ਼ ਕਰਨ ਦਾ ਯਤਨ ਕਰਦੇ ਹਾਂ, ਫਿਰ ਵੀ ਸਾਨੂੰ ਇਸੇ ਕਰਕੇ ਇਹ ਲੱਗਦਾ ਕਿ ਇਹ ਕਵਿਤਾ ਇੰਨੀਆਂ ਜ਼ਿਆਦਾ ਵਿਚਾਰ ਧਾਰਾਵਾਂ ਦੀ ਪ੍ਰਕਿਰਿਆਵਾਂ 'ਚੋਂ ਲੰਘ ਰਹੀ ਆ। ਕਿਸੇ ਇੱਕ ਵਿਚਾਰਧਾਰਾ ਦੇ ਕੇਂਦਰ ਨੂੰ ਇਸ ਕਵਿਤਾ ਦੇ ਵਿੱਚੋਂ ਲੱਭਣਾ ਹੀ ਬੇਮਾਨੇ। ਹਾਲਾਂਕਿ ਕੁਛ ਇਸ ਸਿਰੜ 'ਚ ਲੱਗੇ ਹੋਏ ਨੇ ਕਿ ਇਸ ਕਵਿਤਾ ਦੇ ਵਿੱਚ ਰਾਜਨੀਤੀ ਨਹੀਂ, ਇਸ ਕਵਿਤਾ ਦੇ ਵਿੱਚ ਵਿਚਾਰਧਾਰਾ ਨਹੀਂ, ਪਰ ਮੈਂ ਕਹਿੰਦਾ ਤੁਸੀਂ ਕਵਿਤਾ ਪੜ੍ਹੋ। ਕਿਸ ਕਵੀ ਦੀ ਗੱਲ ਕਰਦੇ ਹੋ? ਦੇਵ ਦੀ ਗੱਲ ਕਰਦੇ ਹੋ?
ਉਹਦੇ 'ਚ ਰਾਜਨੀਤੀ ਆ। ਹੋਰ ਪਿੱਛੇ ਚੱਲ ਜਾਈਏ, ਈਵਨ ਡਾਕਟਰ ਹਰਭਜਨ ਸਿੰਘ ਦੀ ਕਵਿਤਾ ਨੂੰ ਜਦੋਂ ਹੁਣ ਅਮਰਜੀਤ ਚੰਦਰ ਨੇ 1984 ਛਪਾਇਆ ਤੇ ਉਹ ਸਾਰੀਆਂ ਕਵਿਤਾਵਾਂ ਉਹਦੇ ਨਾਲ ਸੰਬੰਧਿਤ ਨੇ। ਈਵਨ ਹਰਿੰਦਰ ਮਹਿਬੂਬ 90ਵੇਂ ਦਸ਼ਕ ਦੇ ਵਿੱਚ ਬਹੁਤ ਇੱਕ ਵੱਡਾ ਕਵੀ ਸਾਡੇ ਸਾਹਮਣੇ ਆਇਆ। ਉਹਦੇ 'ਚ ਰਾਜਨੀਤਿਕ, ਉਹਦੇ 'ਚ ਸਮਾਜਿਕ, ਉਹਦੇ 'ਚ ਧਾਰਮਿਕ, ਉਹਦੇ 'ਚ ਨਵ ਅਧਿਆਤਮਕ ਸਰੋਕਾਰ ਨੇ। ਮਸਲਨ ਇਹ ਤਾਂ ਵੈਸੇ ਹੀ ਪਤਾ ਨਹੀਂ ਕਿਉਂ ਇਹਨਾਂ ਮਿੱਥ ਬਣਾ ਲਈ ਸੀ 2 ਦਹਾਕੇ 2.5 ਦਹਾਕੇ ਪਹਿਲਾਂ ਕਿ ਨਵੀਂ ਕਵਿਤਾ ਸਮਾਜ ਨਾਲੋਂ, ਰਾਜਨੀਤੀ ਨਾਲੋਂ, ਇਤਿਹਾਸ ਨਾਲੋਂ ਟੁੱਟ ਰਹੀ ਆ। ਇਹ ਉੱਤਰ ਆਧੁਨਿਕ ਹੋ ਗਈ। ਉੱਤਰ ਆਧੁਨਿਕਤਾ ਨੂੰ ਬਿਨਾਂ ਸਮਝਿਓ, ਵਿਚਾਰਧਾਰਾ ਦੇ ਕਨਸੈਪਟ ਨੂੰ ਬਿਨਾਂ ਸਮਝਿਓ, ਪ੍ਰਵਚਨ ਦੇ ਕਨਸੈਪਟ ਨੂੰ ਬਿਨਾਂ ਸਮਝਿਓ, ਇਸ ਕਿਸਮ ਦੀਆਂ ਮਿੱਥਾਂ ਉਸਾਰਨੀਆਂ ਪੰਜਾਬੀ ਸਾਹਿਤ ਆਲੋਚਨਾ ਦਾ ਸੁਭਾਅ ਬਣਿਆ ਰਿਹਾ। ਇਹ ਮਿੱਥਾਂ ਟੁੱਟਦੀਆਂ ਵੀ ਰਹੀਆਂ ਤੇ ਮਿੱਥਾਂ ਟੁੱਟਣੀਆਂ ਚਾਹੀਦੀਆਂ ਨੇ। ਟੁੱਟਣਗੀਆਂ ਕਿਵੇਂ? ਟੁੱਟਣਗੀਆਂ ਤਾਂ ਹੀ ਆ ਜੇ ਅਸੀਂ ਜਿਸ ਕਵਿਤਾ ਦੀ ਗੱਲ ਕਰਦੇ ਹਾਂ ਉਸ ਕਵਿਤਾ ਦੇ ਪਾਠ ਨੂੰ ਪੜ੍ਹਾਂਗੇ ਤਾਂ ਹੀ ਅਸੀਂ ਕੋਈ ਧਾਰਨਾ ਬਣਾ ਸਕਾਂਗੇ। ਤਾਂ ਕਿਸੇ ਇੱਕ ਜਾਂ ਦੋ ਕਵੀਆਂ ਨੂੰ ਜਾਂ ਉਹਨਾਂ ਦੀਆਂ 2-2 4-4 ਕਵਿਤਾਵਾਂ ਪੜ੍ਹ ਕੇ ਇੱਕ ਹੋਰ ਗੱਲ ਜਿਹੜੀ ਫਿਰ ਬਾਅਦ ਦੇ ਵਿੱਚ ਉਹ ਰਹਿ ਜਾਂਦੀ ਆ, ਇੱਕ ਇਹ ਉਜ਼ਰ ਕੀਤਾ ਜਾਂਦਾ ਕਿ ਇੰਨੇ ਕਵੀ 1000 ਦੇ ਕਰੀਬ ਕਵੀ ਲਿਖ ਰਹੇ ਆ ਕਿ ਉਹ ਸਾਰੀ ਕਵਿਤਾ ਇਹ ਬਹੁਤ ਵੱਡਾ ਕੁਐਸਚਨ ਆ। ਦੇਖੋ ਇਹ ਫੈਸਲਾ ਅਸੀਂ ਨਹੀਂ ਕਰ ਸਕਦੇ। ਉਹਨਾਂ ਨੂੰ ਲਿਖਣ ਦਿਓ। ਉਹ ਆਪਣੀ ਸਿਰਜਣਾਤਮਕਤਾ ਜਿਹੜੀ ਪ੍ਰਤਿਭਾ ਕੁਦਰਤ ਨੇ ਉਹਨਾਂ ਨੂੰ ਦਿੱਤੀ ਆ ਜਾਂ ਉਹ ਸਿੱਖ ਕੇ ਉਹਨੂੰ ਵਿਕਸਿਤ ਕਰ ਰਹੇ ਆ, ਤਾਂ ਹੌਲੀ ਹੌਲੀ ਲੋਕਾਂ ਨੇ, ਇਤਿਹਾਸ ਨੇ ਚੁਣ ਲੈਣਾ ਕਿ ਕਿਹੜੇ ਕਵੀ ਆ। ਪਰ ਠੀਕ ਹੈ, ਜਿਹੜੇ ਕਵਿਤਾ ਲਗਾਤਾਰ ਪੜ੍ਹਦੇ ਆ ਉਹਨਾਂ ਨੂੰ ਜਿੰਨੀ ਕੁ ਪਛਾਣ ਹੁੰਦੀ ਆ ਉਹ ਉਨੀ ਕੁ ਗੱਲ ਕਰ ਲੈਂਦੇ ਆ। ਤਾਂ 1000 ਕਵੀਆਂ ਚੋਂ ਜਾਂ 1500 ਕਵੀਆਂ ਦੇ ਵਿੱਚੋਂ ਕਿਹੜੇ 50 ਨੇ, ਕਿਹੜੇ 100 ਨੇ, ਇਹ ਆਪਣੀ ਵਿਚਾਰਧਾਰਾ ਦੇ ਅਨੁਸਾਰ ਪਾਠਕ ਚੁਣਦੇ ਰਹਿੰਦੇ ਆ। ਇਹ ਬੜੀ ਇੰਪੋਰਟੈਂਟ ਗੱਲ ਆ ਕਿਉਂਕਿ ਤੁਸੀਂ ਇਹ ਸਵਾਲ ਇੱਕ ਤਰ੍ਹਾਂ ਕਰ ਹੀ ਦਿੱਤਾ। ਇਹ ਗੱਲ ਸਮਝਣ ਦੀ ਲੋੜ ਆ ਕਿ ਕਵਿਤਾ ਦੇ ਪਾਠਕਾਂ ਦਾ ਵੀ ਇੱਕ ਦਾਇਰਾ, ਉਹਦੇ 'ਚ ਵੀ ਪ੍ਰਵਚਨ ਆਧਾਰਸ਼ਿਲਾ, ਵਿਚਾਰਧਾਰਾ ਉਹਦੀ ਆਧਾਰਸ਼ਿਲਾ। ਇੱਕ ਦਾਇਰਾ ਉਹ ਆ ਜਿਹੜਾ ਪਾਸ਼ ਪਰੰਪਰਾ ਜਾਂ ਉਸ ਤੋਂ ਬਾਅਦ ਪਾਸ਼ ਪਰੰਪਰਾ ਦੀ ਕਵਿਤਾ ਨੂੰ ਲਿਖਣ ਵਾਲੇ ਨੇ ਉਹਨੂੰ ਜ਼ਿਆਦਾ ਪਸੰਦ ਕਰਦਾ। ਇੱਕ ਬਿਲਕੁਲ ਹੀ ਨਵਤੇਜ ਭਾਰਤੀ ਵਰਗੀ ਜਾਂ ਇੱਕ ਧੜਾ ਜਿਹੜਾ ਬਿਲਕੁਲ ਹੀ ਦਾਰਸ਼ਨਿਕ ਕਿਸਮ ਦੀ ਨਵੀਂ ਦੇਵ ਵਰਗੀ ਕਵਿਤਾ, ਉਹਦੇ ਵੀ ਪਾਠਕ ਹੈਗੇ ਆ, ਚਾਹੇ ਘੱਟ ਨੇ। ਤੁਸੀਂ ਦੇਖੋ ਕਿ ਇਹ ਗੱਲ ਹੋਈ ਨਹੀਂ ਕਦੇ ਚੱਜ ਨਾਲ ਪੰਜਾਬੀ ਸਾਹਿਤ ਆਲੋਚਨਾ ਦੇ ਵਿੱਚ। ਹਾਲਾਂਕਿ ਮੈਂ ਆਲੋਚਕ ਦੇ ਤੌਰ 'ਤੇ ਬੇਸ਼ੱਕ ਗੱਲ ਨਹੀਂ ਕਰ ਰਿਹਾ, ਪਰ ਮੈਂ ਸਪਸ਼ਟ ਕਰਨ ਦੇਣਾ ਚਾਹਾਂਗਾ ਕਿ ਅੱਜ ਤੋਂ 2 ਦਹਾਕੇ ਪਹਿਲਾਂ ਡਾਕਟਰ ਅੰਬਰੀਸ਼ ਹੋਰਾਂ ਨੇ ਇੱਕ ਸੈਮੀਨਾਰ ਅੰਮ੍ਰਿਤਸਰ ਕਰਾਇਆ ਸੀ ਕਿ ਕਵਿਤਾ ਵਿੱਚ ਅਬਸਟਰੈਕਸ਼ਨ। ਅੰਬਰੀਸ਼ ਬਹੁਤ ਹੀ ਖੂਬਸੂਰਤ ਔਰ ਡੂੰਘਾ ਕਵੀ ਹੈ ਬਿਲਕੁਲ, ਤੇ ਉਹਦੀ ਜਿਹੜੀ ਕਾਵਿ ਸ਼ੈਲੀ ਆ ਨਵੀਂ ਵੀ ਆ, ਵਿਲੱਖਣ ਵੀ ਆ, ਔਰ ਬਹੁਤ ਹੀ ਭਾਸ਼ਾ ਬੜੀ ਕਮਾਲ ਦੀ। ਉਹਦੀ ਕਾਵਿ ਭਾਸ਼ਾ ਬਾਰੇ ਕਈ ਨਵੀਆਂ ਗੱਲਾਂ ਸਾਹਮਣੇ ਆਈਆਂ ਕਿ ਉਹ ਨਾਮ ਦੇ ਅੱਗੇ ਹੋਰ ਵਿਸ਼ੇਸ਼ਣ ਲਾ ਕੇ ਕਵਿਤਾ ਦੇ ਵਿੱਚ ਰਿਦਮ ਤੇ ਰਵਾਨਗੀ ਕਿੱਦਾਂ ਪੈਦਾ ਕਰਦਾ। ਸਦਾ ਇੰਝ ਹੀ ਉਹਦੀ ਬੜੀ ਬਾਕਮਾਲ ਕਿਤਾਬ ਆ। ਸੋ ਅਬਸਟਰੈਕਸ਼ਨ ਦੀ ਗੱਲ ਚੱਲਦੀ ਸੀ ਕਿ ਇਹ ਚਰਚਾ ਹੋਈ ਉਸ ਸੈਮੀਨਾਰ ਦੇ ਵਿੱਚ। ਮੈਂ ਉਹ ਅਟੈਂਡ ਨਹੀਂ ਕੀਤਾ, ਪਰ ਉਹਦੇ 'ਚ ਚਰਚਾ ਇਹ ਹੋਈ ਕਿਉਂਕਿ ਮੈਨੂੰ ਸੱਦਿਆ ਗਿਆ ਸੀ, ਮੈਂ ਜਾ ਨਹੀਂ ਸੀ ਸਕਿਆ। ਇਹ ਚਰਚਾ ਹੋਈ ਕਿ ਕਵਿਤਾ ਦੇ ਵਿੱਚ ਅਬਸਟਰੈਕਸ਼ਨ ਕਿਉਂ ਆਉਂਦੀ ਹੈ। ਤਾਂ ਐਸੇ ਤੁਹਾਨੂੰ ਕਿੰਨੇ ਕਵੀ ਹੁਣ ਨੇ, ਮਤਲਬ ਦੇਵ ਦੀ ਕਵਿਤਾ ਦੇ ਵਿੱਚ ਵੀ ਤੁਹਾਨੂੰ ਦਾਰਸ਼ਨਿਕ ਅਬਸਟਰੈਕਸ਼ਨ ਮਿਲੇਗੀ ਕਿਉਂਕਿ ਅਮੂਰਤ ਚਿਹਨਕਾਰੀ ਆ ਉਹਦੀ ਤਹਿ ਦੇ ਵਿੱਚ, ਉਹਦੀ ਟੇਢ ਦੇ ਵਿੱਚ ਬਹੁਤ ਡੀਪ ਗੱਲਾਂ ਪਈਆਂ ਹੁੰਦੀਆਂ ਜਿਹੜੀਆਂ ਸੁਜੱਗ ਪਾਠਕ ਨੇ ਕੱਢਣੀਆਂ ਹੁੰਦੀਆਂ ਨੇ। ਤਾਂ ਤੁਸੀਂ ਭੁਪਿੰਦਰ ਪ੍ਰੀਤ ਦੀ ਕਵਿਤਾ, ਈਵਨ ਦੇਵਨੀਤ ਦਾ ਜਿਹੜਾ ਪੱਥਰ 'ਤੇ ਪਈ ਸੈਕਸੋਫੋਨ ਸੀ, ਉਹਦੀ ਕਾਵਿ ਭਾਸ਼ਾ ਨੂੰ ਤੁਸੀਂ ਦੇਖ ਲਓ। ਉਹਦੇ 'ਚ ਜਿਹੜੀ ਅਬਸਟਰੈਕਸ਼ਨ ਆ ਉਹ ਇੱਕ ਸੁਜੱਗ ਪਾਠਕ ਦੀ ਜ਼ਰੂਰਤ ਮਹਿਸੂਸ ਕਰਵਾਉਂਦੀ ਹੈ। ਬੜੇ ਕਵੀ ਨੇ, ਪਰ ਉਸ ਕਵਿਤਾ ਨੂੰ ਇਹ ਕਹਿ ਕੇ ਛੁਟਿਆਇਆ ਜਾਂਦਾ ਜਾਂ ਜਾ ਰਿਹਾ ਕਿ ਇਹ ਕਵਿਤਾ ਔਖੀ ਹੈ।
ਸੋ ਮੈਂ ਜਿਹੜੀ ਗੱਲ ਕਹੀ ਸੀ ਕਿ ਕਵਿਤਾ ਨੂੰ ਪੜ੍ਹਨ ਵਾਲੇ ਪਾਠਕਾਂ ਦੇ ਵੀ ਦਾਇਰੇ ਨੇ। ਦੇਖੋ ਇੱਕ ਦਾਇਰਾ ਐਸਾ ਵੀ ਹੈ ਨੌਜਵਾਨਾਂ 'ਚ ਜਿਹੜਾ ਰਾਣੀ ਤੱਤ ਨੂੰ ਪਸੰਦ ਕਰਦਾ। ਬਿਲਕੁਲ। ਰਾਣੀ ਤੱਤ ਦੇਖੋ ਸਭ ਤੋਂ ਵੱਧ ਪੜ੍ਹੀ ਗਈ, ਜਾਂਦੀ। ਉਹ ਗੀਤ ਕਾਵਿ ਦੇ ਵਧੇਰੇ ਨੇੜੇ ਆ, ਲੋਕ ਮੁਖਤਾ ਦੇ ਨੇੜੇ ਆ। ਮਸਲਾ ਇਹ ਨਹੀਂ ਕਿ ਉਹਦੀ ਗੱਲ ਨਹੀਂ ਹੋਣੀ ਚਾਹੀਦੀ, ਮਸਲਾ ਇਹ ਆ ਵੀ ਉਹਦਾ ਇੱਕ ਦਾਇਰਾ ਬਣਿਆ ਰਹੇਗਾ। ਮੈਂ ਇਸੇ ਅਗਲਾ ਕੁਐਸਚਨ ਮੇਰਾ ਇਹੀ ਸੀ ਡਾਕਟਰ ਸਾਹਿਬ ਕਿ ਜਿਹੜੀ ਇੱਕ ਨਵੀਂ ਪੰਜਾਬੀ ਕਵਿਤਾ ਬਿਲਕੁਲ ਹੀ ਨਵੀਂ ਹੈ, ਜਿਹੜੇ ਬਿਲਕੁਲ ਨਵੇਂ ਯੰਗ ਮੁੰਡੇ ਆ ਰਹੇ ਆ, ਯੰਗ ਸ਼ਾਇਰ ਜਾਂ ਸ਼ਾਇਰਾਵਾਂ ਆ ਰਹੀਆਂ, ਇੱਕ ਉਹ ਤਬਕਾ ਵਾ, ਇੱਕ ਉਹ ਆ ਤਬਕਾ ਜਿਹੜਾ ਉਹਨਾਂ ਤੋਂ ਪਹਿਲਾਂ ਦੀ ਪੀੜ੍ਹੀ ਆ, ਜਿਹੜੀ ਉਹਨਾਂ ਦੇ ਭਾਵ ਬਹੁਤ ਦੇ ਸਵਾਲ ਤੁਹਾਡਾ ਸਮਝ ਗਿਆ। ਜਿਹੜੀ ਬਿਲਕੁਲ ਹੀ ਨਵੀਂ ਕਵਿਤਾ ਨਾ, ਇਹ ਅਸਲ ਦੇ ਵਿੱਚ ਤਾਂ ਇਹਦਾ 15 ਸਾਲ ਤੋਂ ਚਿਹਰਾ ਮੋਹਰਾ ਬਣਨਾ ਸ਼ੁਰੂ ਹੋਇਆ। 1990 ਤੋਂ ਬਾਅਦ ਪੰਜਾਬੀ ਕਵਿਤਾ ਇੱਕ ਨਿਸ਼ਚਤਾਵਾਦ ਤੋਂ ਟੁੱਟ ਕੇ, ਜਿਹੜੇ ਜਿਹਨੂੰ ਗ੍ਰੈਂਡ ਨੈਰੇਟਿਵ ਕਹਿੰਦੇ ਆ, ਮਹਾਵਿਰਤਾਂਤਾਂ ਤੋਂ ਟੁੱਟ ਕੇ ਵਧੇਰੇ ਪਾਰਦਰਸ਼ੀ ਹੋਈ, ਜਿਹਦੇ ਸੈਲੀਬ੍ਰੇਸ਼ਨ ਦੀ ਕਵਿਤਾ ਜਿਹੜੀ ਮਰਦ ਔਰਤ ਦੇ ਪੁਆਇੰਟ ਤੋਂ ਸੈਕਸੁਅਲਿਟੀ ਨੂੰ ਪੇਸ਼ ਕਰਦੀ ਆ। ਪਰ ਇੱਦਾਂ ਹੀ ਇੱਕ ਨਾਰੀ ਕਵੀਆਂ ਦਾ ਰੈਡੀਕਲ ਫੈਮਿਨਿਜ਼ਮ ਦਾ ਦੌਰ ਆਇਆ। ਪਰ ਬਿਲਕੁਲ ਨਵੇਂ ਕਵੀਆਂ ਦਾ ਜਿਹੜਾ ਜ਼ਿਕਰ ਬਾਰੇ ਤੁਸੀਂ ਪੁੱਛਿਆ, ਉਹਦੇ 'ਚ ਇੱਕ ਟ੍ਰੈਂਡ ਜਿਹੜਾ ਮੈਨੂੰ ਲੱਗਿਆ ਕਿ ਖਾਸ ਤੌਰ 'ਤੇ ਯੂਥ ਦੇ ਵਿੱਚ, ਉਹ ਯੂਥ ਕਾਲਜਾਂ ਯੂਨੀਵਰਸਿਟੀਆਂ 'ਚ ਪੜ੍ਹਦੇ ਨੇ, ਜਾਂ ਉਹਨਾਂ ਦੇ ਵਿੱਚੋਂ ਕੁਝ ਟੀਚਰਸ ਨੇ, ਕਈ ਬੇਰੁਜ਼ਗਾਰ ਅਧਿਆਪਕ ਨੇ, ਕਈ ਰੁਜ਼ਗਾਰ 'ਤੇ ਵੀ ਲੱਗੇ ਹੋਏ ਨੇ, ਕਈ ਆਪਣੇ ਆਪ ਨੂੰ ਸੋਸ਼ਲ ਐਕਟਿਵਿਸਟ ਹੋਣ ਦਾ ਦਾਅਵਾ ਕਰਦੇ ਨੇ, ਚੰਗਾ ਪੜ੍ਹ ਲਿਖ ਰਹੇ ਆ, ਕਿੰਨੇ ਹੀ ਨਾਂ ਨੇ। ਉਸ ਕਵਿਤਾ ਨੂੰ ਮੈਂ ਐਕਟਿਵਿਜ਼ਮ ਦੀ ਕਵਿਤਾ ਕਹਿਣਾ ਜਾਂ ਐਕਟਿਵਿਸਟਾਂ ਦੀ ਕਵਿਤਾ ਕਿਹਾ, ਪਰ ਇਹ ਨਾ ਕੋਈ ਪ੍ਰਵਿਰਤੀ ਆ, ਇਹਨੇ ਇਸ ਪ੍ਰਵਿਰਤੀ ਨੇ ਅੱਗੇ ਕਿੰਨੀਆਂ ਪ੍ਰਵਿਰਤੀਆਂ 'ਚ ਵੰਡੇ ਜਾਣਾ। ਪਰ ਉਹਦੇ 'ਚ ਵੀ 3-4 ਧਰਾਵਾਂ ਨੇ। ਫੇਸਬੁੱਕ 'ਤੇ ਜਾਂ ਨਵੇਂ ਜਿਹੜੇ ਤਕਨੀਕ ਦੇ ਸਾਧਨ ਨੇ, ਉਹਨਾਂ ਨੂੰ ਵਰਤਦੇ ਆ, ਉਹ ਯੂਥ ਪੜ੍ਹੀ ਲਿਖੀ ਆ, ਉਹਨਾਂ ਦੇ ਵਿੱਚ ਨਾਰੀਵਾਦੀ ਕਨਸਰਨਸ ਵੀ ਨੇ। ਉਹਦੇ ਵਿੱਚ ਇਹ ਵੀ ਮਹਿਸੂਸ ਕੀਤਾ ਜਾ ਰਿਹਾ ਕਿ ਨਾਰੀ ਕਵਿਤਾ ਨੂੰ ਆਪਣੀ ਨਵੀਂ ਨਾਰੀ ਫੈਮਿਨਿਸਟ ਡਿਸਕੋਰਸ ਦੀ ਪੋਇਟਿਕ ਲੈਂਗੁਏਜ ਬਣਾਉਣ ਦੀ ਜ਼ਰੂਰਤ, ਆਪਣੀ ਕਾਵਿ ਭਾਸ਼ਾ ਸਿਰਜਣੀ ਪਏਗੀ। ਗੱਲ ਤਾਂ ਇਹ ਸਿਮੋਨ ਦੀ ਬੋਏ ਦੇ ਨਾਲ ਸ਼ੁਰੂ ਹੋ ਗਈ ਸੀ, ਪਰ ਪੰਜਾਬੀ ਕਵਿਤਾ ਦੇ ਵਿੱਚ ਇਹ ਦੁਬਾਰਾ ਫੇਰ ਸ਼ੁਰੂ ਹੋਈ ਆ ਕਿ ਕੀ ਮਰਦ ਸਾਨੂੰ ਪ੍ਰਭਾਸ਼ਿਤ ਕਰ ਸਕਦਾ, ਮਰਦ ਦਾ ਚੇਤਨ ਸਾਨੂੰ ਪ੍ਰਭਾਸ਼ਿਤ ਕਰ ਸਕਦਾ। ਮੈਂ ਇਸ ਕਰਕੇ ਕਹਿਣਾ ਵੀ ਉਹ ਜਿਹੜੀ ਐਕਟਿਵਿਸਟ ਕਵਿਤਾ, ਉਹ ਵੀ ਇੱਕੇ ਤਰ੍ਹਾਂ ਦੀ ਨਹੀਂ ਹੈ। ਉਹਦੇ 'ਚ ਵੀ ਅੱਜ ਵੱਖੋ ਵੱਖਰੀਆਂ ਵਿਚਾਰਧਾਰਕ ਜਿਹੜੀਆਂ ਧੁਨੀਆਂ ਨੇ ਉਹ ਨੇ। ਮਤਲਬ ਇੱਕ ਉਹ ਆ ਜਿਹੜੀ ਕੁਛ ਪ੍ਰਗੀਤਕ ਆ, ਠੀਕ ਹੈ ਨਾ। ਉਹਦੇ 'ਚ ਮੰਨ ਲਓ ਜੇ ਤੁਸੀਂ ਜੇ ਨਾਂ ਗਿਣਾਣੇ ਹੋਣ, ਉਹਦੇ 'ਚ ਇੱਕ ਉਹ ਨਾਂ ਆਉਣਗੇ ਜਿਹੜੇ ਆਪਣੇ ਆਪ ਨੂੰ ਜੁਝਾਰਵਾਦ, ਪ੍ਰੋਗਰੈਸਿਵ, ਕ੍ਰਾਂਤੀਕਾਰੀ ਜਾਂ ਸਮਾਜ ਸੁਧਾਰ ਜਾਂ ਨਾਰੀਵਾਦ ਜਾਂ ਦਲਿਤ ਜਾਂ ਕਿਰਤ ਜਾਂ ਕਿਰਤੀ ਦੇ ਸਰੋਕਾਰਾਂ ਨਾਲ ਸੰਬੰਧਿਤ ਕਰਨਗੇ। ਪਰ ਨਾਲ ਹੀ ਕੁਰਬਾਨੀਅਤ ਵਾਲੀ ਰੋਮਾਂਟਿਕ ਭਾਸ਼ਾ ਵੀ ਆ। ਕਾਫੀ ਮਤਲਬ ਕਵੀ ਨੇ ਜਿਹੜੇ ਉਹਨਾਂ ਦੀ ਕਵਿਤਾ ਚੰਗੀ ਲੱਗਦੀ ਹੈ, ਠੀਕ ਹੈ ਨਾ। ਉਹ ਜ਼ਰੂਰੀ ਨਹੀਂ ਉਹਨਾਂ ਦਾ ਸਾਰਿਆਂ ਦੇ ਆਪਾਂ ਨਾਂ ਗਿਣਾਈਏ, ਪਰ ਇੱਕ ਗੱਲ ਦਾ ਜ਼ਰੂਰ ਦਿਲਜੀਤ ਖਿਆਲ ਰੱਖਣ ਦੀ ਜ਼ਰੂਰਤ ਆ ਕਿ ਉਹ ਐਕਟਿਵਿਸਟ ਕਵਿਤਾ ਦੇ ਵੀ ਅੱਗੇ ਅੱਡ ਨੇ। ਮੈਂ ਮਤਲਬ ਇਹ ਵੀ ਸਮਝਦਾ ਕਿ ਉਸ ਕਵਿਤਾ ਦੇ ਵਿੱਚ ਬੜੀਆਂ ਸੰਭਾਵਨਾਵਾਂ ਨੇ। ਸੰਭਾਵਨਾਵਾਂ ਪਤਾ ਕੀ ਆ, ਉਹ ਸਾਡੀ ਸਮਾਜ ਦੇ ਵਿੱਚ ਜਿਹੜੀਆਂ ਦੁਸ਼ਵਾਰੀਆਂ ਇੰਦੀਆਂ ਨੇ, ਉਹਨਾਂ ਸਰੋਕਾਰਾਂ ਨੂੰ, ਉਹਨਾਂ ਕੰਸਰਨਸ ਨੂੰ ਸਮਝਣ ਦਾ ਯਤਨ ਕਰਦੇ ਨੇ ਤੇ ਰਿਐਕਟ ਕਰਦੇ ਨੇ। ਰਜਿਸਟੈਂਸ ਹੈ ਜਿਹਨੂੰ ਪ੍ਰਤੀਰੋਧ ਕਹਿੰਦੇ ਆ, ਮਤਲਬ ਪ੍ਰਤੀਰੋਧ ਆ ਬਹੁਤ ਆ। ਪਰ ਉਹ ਪ੍ਰਤੀਰੋਧ ਜੇ ਤਾਂ ਕਾਵਿਕ, ਪੋਇਟਿਕ, ਦਾਰਸ਼ਨਿਕ ਹੋਇਆ ਤਾਂ ਚੱਲੇਗਾ, ਇਤਿਹਾਸ ਉਹਨੂੰ ਨਹੀਂ ਭੁੱਲ ਜਾਏਗਾ। ਇਹਦੇ 'ਚ ਇੱਕ ਸੈਂਟੈਂਸ ਨਾ, ਵੈਸੇ ਤਾਂ ਸ਼ਮੀਲ ਨੇ ਆਪਣੀ ਕਵਿਤਾ ਦੀ ਭੂਮਿਕਾ ਦੇ ਵਿੱਚ ਇਹ ਵਾਕ ਲਿਖਿਆ ਸੀ, ਜਿਹੜਾ ਧੂਪ ਕਾਵਿ ਸੰਗ੍ਰਹਿ, ਕਿ ਕਵਿਤਾ ਜਿਹੜੀ ਦਰਸ਼ਨ ਮਤਲਬ ਦਰਸ਼ਨ ਦੀ ਭੈਣ, ਫਿਲਾਸਫੀ ਦੀ, ਕਵਿਤਾ ਫਿਲਾਸਫੀ ਦੀ ਭੈਣ ਆ ਜਿਹੜੀ ਮੇਕਅਪ ਕਰਦੀ। ਕਵਿਤਾ ਫਿਲਾਸਫੀ ਦੀ ਭੈਣ, ਸਿਸਟਰ ਆਫ ਫਿਲਾਸਫੀ, ਜਿਹੜੀ ਆਪਣੇ ਆਪ ਤੇ ਮੇਕਅਪ ਕਰਦੀ। ਤੁਸੀਂ ਦੇਖੋ ਥਾਟ ਤੋਂ ਬਿਨਾਂ ਕਵਿਤਾ ਨਹੀਂ ਹੁੰਦੀ। ਬਿਲਕੁਲ। ਪਰ ਥਾਟ ਨੇ ਕਿਸ ਰੂਪ ਦੇ ਵਿੱਚ ਆਉਣਾ, ਕਿਸ ਕਾਵਿਕ ਜਨਰ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ, ਕਿ ਕਿਸੇ ਨੇ ਇਮੇਜ ਰਾਹੀਂ ਜਾਂ ਕਿਸੇ ਨੇ
ਸਾਇੰਸ ਰਾਹੀਂ, ਜਾਂ ਕਿਸੇ ਨੇ ਸਿੰਬੋਲਿਜ਼ਮ ਰਾਹੀਂ, ਜਾਂ ਕਿਸੇ ਨੇ ਚਿੰਤਨ ਦੀ ਭਾਸ਼ਾ ਦੇ ਰਾਹੀਂ। ਬਲ ਜਿਹੜੇ ਈਜੀ ਫੀਲ ਕਰਦੇ ਨੇ ਗਜ਼ਲ 'ਚ, ਉਹ ਗਜ਼ਲ ਵਾਲੇ ਪਾਸੇ ਆ ਵੀ ਉਹ ਰਿਦਮੈਟਿਕ ਕਰਨਗੇ। ਲੜਕੀਆਂ 'ਚੋਂ ਦੇਖੋ ਜਿਹੜੀ ਰਿਦਮੈਟਿਕ ਕਵਿਤਾ ਲਿਖਣ ਵਾਲੀਆਂ ਜਾਂ ਸੰਗੀਤਕ ਆ, ਸਿਮਰਨ ਅਕਸਾ, ਉਹਦੇ 'ਚ ਗੁਰਪ੍ਰੀਤ ਆ, ਅੰਬਾਲੇ ਵੈਸੇ ਲੁਧਿਆਣੇ ਤੋਂ ਆ, ਜਸਪ੍ਰੀਤ ਜੱਸ ਆ, ਗਾ ਵੀ ਲੈਂਦੀ ਆ। ਬਿਲਕੁਲ ਨਵਿਆਂ ਦੀ ਮੈਂ ਗੱਲ ਕਰਦਾ। ਇਸੇ ਤਰ੍ਹਾਂ ਜਿਹੜੀ ਖੁੱਲ੍ਹੀ ਕਵਿਤਾ ਦੇ ਵਿੱਚ ਦਾਰਸ਼ਨਿਕ ਐਕਟਿਵਿਸਟ ਕਵਿਤਾ, ਮਨਜੀਤ ਔਲਖਾ, ਨਵਰੂਪ ਆ, ਬਿਲਕੁਲ ਨਵਿਆਂ ਦੇ ਵਿੱਚੋਂ। ਸੋ ਇਹ ਬੜੇ ਜਿਹੜੇ ਨਾਂ ਉੱਭਰ ਕੇ ਸਾਹਮਣੇ ਆ ਰਹੇ। ਉਹੀ ਗੱਲ ਅੱਗੇ ਤੋਰ ਰਿਹਾ ਸੀ ਡਾਕਟਰ ਸਾਹਿਬ ਕਿ ਇਹ ਜਿੰਨੀ ਕਵਿਤਾ ਜਿਹੜੀ ਨਵੀਂ ਆ ਕਵਿਤਾ ਲਿਖੀ ਜਾ ਰਹੀ ਹੈ, ਜਾਂ ਸਮਕਾਲੀ ਜਿਹਨੂੰ ਆਪਾਂ ਕਹਿ ਰਹੇ ਹਾਂ, ਇਹ ਕਵਿਤਾ ਆਪਣੇ ਸਮਾਜ ਦੇ ਅੰਤਰ ਸੰਬੰਧਾਂ ਨੂੰ ਸਮਝਣ ਦੇ ਵਿੱਚ ਸਮਰੱਥ ਹੈ। ਸੰਤੁਸ਼ਟ ਹੋ ਤੁਸੀਂ ਉਹਨਾਂ ਦੀ ਕਵਿਤਾ ਤੋਂ? ਦੇਖੋ ਪਤਾ ਗੱਲ ਕੀ, ਮੈਂ 54 ਸਾਲ ਦਾ ਉਹ ਸਟੂਡੈਂਟ ਨੇ ਜਾਂ ਟੀਚਰ ਨੇ 20 ਸਾਲ ਤੋਂ ਲੈ ਕੇ 30 ਸਾਲ ਤੱਕ ਦੇ, ਕਈ 18-19 ਸਾਲ ਦੇ ਵੀ ਨੇ ਜਿਹੜੇ ਨਵੇਂ ਯੂਥ ਲਿਖ ਰਹੀ ਹੈ। ਮਸਲਾ ਇਹ ਨਹੀਂ ਕਿ 18 ਸਾਲ ਤੇ 20 ਸਾਲ ਦਾ ਬੰਦਾ ਦਾਰਸ਼ਨਿਕ ਗੱਲ ਨਹੀਂ ਕਰ ਸਕਦਾ, 11 ਸਾਲ ਦਾ ਬੱਚਾ ਵੀ ਦਾਰਸ਼ਨਿਕ ਗੱਲ ਕਰ ਸਕਦਾ। ਪੰਜਾਬ ਦੀ ਇਕਾਨਮੀ ਨੂੰ ਪਰ ਸਮਝਣ ਲਈ, ਪੰਜਾਬ ਦੀ ਇਕਾਨਮੀ ਦੀਆਂ ਕੰਟਰਾਡਿਕਸ਼ਨ ਨੂੰ ਸਮਝਣ ਲਈ, ਇਸ ਦੇ ਰਾਜਨੀਤਿਕ ਦਿਸ਼ਾ ਨੂੰ ਸਮਝਣ ਲਈ, ਹਾਇਰ ਐਜੂਕੇਸ਼ਨ ਦੇ ਵਿੱਚ ਜਿਹੜਾ ਸੰਕਟ ਵਾਪਰਿਆ ਨੂੰ ਸਮਝਣ ਵਾਸਤੇ ਕਾਫੀ ਹੋਰ ਪਰਪੱਕਤਾ ਦੀ ਜ਼ਰੂਰਤ ਆ। ਇੰਨਾ ਸੌਖਾ ਨਹੀਂ। ਇਮੀਡੀਏਟ ਫੈਕਟਸ ਪ੍ਰਤੀਰੋਧ ਦੇ ਤੌਰ ਤੇ ਸਾਹਮਣੇ ਤਾਂ ਆ ਜਾਣਗੇ। ਕਵਿਤਾ ਸੰਕੇਤ ਦੇ ਤੌਰ ਤੇ ਜਿਵੇਂ ਉਹਦੇ ਜਾਨਰ 'ਚ ਉਹ ਚੰਗੀ ਲੱਗਦੀ ਹੈ, ਪਰ ਹਜੇ ਉਹਦੇ 'ਚ ਪਰਪੱਕਤਾ ਆਂਦੀ ਆਏਗੀ ਜਦੋਂ ਮੈਂ ਐਕਟਿਵਿਸਟ ਕਵਿਤਾ ਦੀ ਗੱਲ ਕਰਦਾ। ਇਹ ਨਹੀਂ ਹੈ ਕਿ ਇਹ ਕਵਿਤਾ ਸਥਾਪਿਤ ਹੋ ਰਹੀ ਹੈ, ਪਰ ਇਹ ਕਵਿਤਾ ਲਿਖੀ ਜਾਣੀ ਸ਼ੁਰੂ ਹੋ ਗਈ। ਤੁਸੀਂ ਇਸ ਕਵਿਤਾ ਨੂੰ ਡਾਕਟਰ ਜਗਤਾਰ ਦੇ ਬਰਾਬਰ, ਪਾਸ਼ ਦੇ ਬਰਾਬਰ, ਸੁਰਜੀਤ ਪਾਤਰ ਦੇ, ਨਵਤੇਜ ਭਾਰਤੀ ਦੇ, ਹਰਿੰਦਰ ਮਹਿਬੂਬ ਦੇ, ਜਾਂ ਅਜਮੇਰ ਰੋਡੇ ਦੇ, ਜਾਂ ਸੁਖਪਾਲ ਦੇ, ਇੱਦਾਂ ਮਤਲਬ ਵੱਡੇ ਕਵੀਆਂ ਦੇ, ਜਾਂ ਜਸਵਿੰਦਰ ਦੀ ਗਜ਼ਲ ਦੇ, ਮਤਲਬ ਜਿਹੜੇ ਜਾਂ ਇਵਨ ਐਕਟਿਵਿਸਟਾਂ ਦੇ ਵਿੱਚੋਂ ਵੀ ਜੋ ਪਰਪੱਕਤਾ ਤੁਹਾਨੂੰ ਸੁਰਜੀਤ ਜੱਜ ਦੀ ਗਜ਼ਲ ਦੇ ਵਿੱਚ ਮਿਲੇਗੀ। ਇੱਕ ਲੰਬੀ ਪਰੰਪਰਾ 'ਚੋਂ ਆਇਆ, ਘੋਲ 'ਚੋਂ ਆਇਆ, ਜਸਵਿੰਦਰ ਦੀ ਗਜ਼ਲ 'ਚੋਂ ਮਿਲੇਗੀ, ਗੁਰਤੇਜ ਕੁਹਾਰਵਾਲਾ 'ਚ ਮਿਲੇਗੀ, ਹੈ ਵੀ ਨਵੀਂ ਕਵਿਤਾ ਦੇ ਵਾਹਕ ਨੇ। ਵਿਜੇ ਵਿਵੇਕ ਦੀ ਕਵਿਤਾ ਦੀ ਦਾਰਸ਼ਨਿਕਤਾ ਮਿਲੇਗੀ, ਉਹ ਜਿਹੜਾ ਫਕੀਰੀ ਦਰਵੇਸ਼ਪਣਾ। ਇਹ ਦੇਖੋ ਤੱਤ ਫੱਟ ਪ੍ਰਤੀਕਰਮ ਬੜੇ ਖੂਬਸੂਰਤ ਨੇ। ਇਹਦੇ 'ਚ ਵਿਚਾਰਧਾਰਕ ਪ੍ਰੌੜਤਾ ਆਏਗੀ, ਸਮੇਂ ਨਾਲ ਆਏਗੀ, ਪਰ ਕਈ ਐਸਿਆਂ ਵੀ ਤੁਹਾਨੂੰ ਨਜ਼ਮਾਂ ਪ੍ਰਗੀਤਕ ਕਵਿਤਾ ਮਿਲੇਗੀ ਜਿਹਦੇ 'ਚ ਜਿਹੜੇ ਅਫੈਕਟਸ ਨੇ ਆਪਣੇ ਸਮਾਜ ਦੇ, ਆਪਣੀ ਰਾਜਨੀਤੀ ਦੇ, ਉਹ ਬੜੇ ਬਹੁਤ ਹੀ ਮਸਲੇ ਖੜੇ ਕਰਦੇ ਨੇ। ਕਿਉਂਕਿ ਇਹ ਐਕਟਿਵਿਸਟ ਬਹੁਤ ਵੱਡੀਆਂ ਬਹਿਸਾਂ ਕਰਦੇ ਨੇ, ਨਵੇਂ ਇਜ਼ਮ ਪੜ੍ਹਦੇ ਨੇ, ਉਹਨਾਂ ਨੂੰ ਕੰਪੈਰੇਟਿਵ ਸਟੱਡੀ ਕਰਕੇ ਦੇਖਦੇ ਨੇ। ਦੇਖੋ ਸੰਵਾਦ ਤੋਂ ਗੱਲ ਸ਼ੁਰੂ ਹੋਈ ਸੀ, ਉਹ ਸੰਵਾਦ ਦੇ ਵਿੱਚ ਤਾਂ ਪਾਏ ਹੋਏ ਨੇ। ਹੋਰ ਮੈਂ ਮਤਲਬ ਇਹ ਗੱਲ ਤਾਂ ਬੜੀ ਸਪਸ਼ਟ ਹੈ, ਥੋੜ੍ਹੀ ਗੱਲ ਹੈ ਤਾਂ ਖਰਬੀ ਆ, ਜਿਹੜੇ ਤਾਂ ਸੰਵਾਦ ਦੇ ਵਿੱਚ ਪੈਣਗੇ, ਪੜ੍ਹਾਈ ਲਿਖਾਈ 'ਚ ਯਕੀਨ ਰੱਖਣਗੇ। ਇਮੀਡੀਏਟ ਇਫੈਕਟਸ ਨੇ ਜਿਹੜੇ ਕਲਪਨਾ ਜਾਂ ਪਰਮਾਤਮਾ ਜਾਂ ਕੁਦਰਤ ਨੇ ਦਿੱਤੀ ਹੋਈ ਪ੍ਰਤਿਭਾ, ਉਹਦੇ ਸਹਾਰੇ ਜ਼ਿਆਦਾ ਦੇਰ ਨਹੀਂ ਕੰਮ ਚੱਲਦਾ। ਜਿਹੜੀ ਤਪੱਸਿਆ, ਜਿਹੜੀ ਕਰੜੀ ਮਿਹਨਤ ਆ, ਉਹੀ ਉਹਨੂੰ ਪ੍ਰੌੜ ਕਾਵਿ ਭਾਸ਼ਾ ਦੇ ਨੇੜੇ ਦਿਲਜੀਤ ਲੈ ਕੇ ਜਾਣਗੀਆਂ ਗੱਲਾਂ। ਇਹਦੇ ਵਾਸਤੇ ਦੇਖੋ ਤੁਹਾਡੇ ਵਿਚਾਰਧਾਰਕ ਮਤਭੇਦ ਹੋ ਸਕਦੇ ਆ। ਮੈਂ ਤਾਂ ਦਾਇਰੇ ਕਿਹਾ ਕਿ ਮੈਨੂੰ ਜਿਹੜਾ ਜ਼ਿਆਦਾ ਪਸੰਦ ਕਵੀ ਆ, ਜ਼ਰੂਰੀ ਨਹੀਂ ਹੈਗਾ ਕਿ ਤੁਹਾਨੂੰ ਉਹ ਉਨਾ ਹੀ ਪਸੰਦ ਹੋਵੇ। ਤੁਹਾਡੀ ਪਸੰਦ ਹੋਰ ਹੋ ਸਕਦੀ ਆ, ਉਹਦਾ ਕਾਰਨ ਤੁਹਾਡਾ ਆਪਣਾ ਪ੍ਰਵਚਨ ਆਧਾਰ ਆ, ਤੁਹਾਡੀ ਵਿਚਾਰਧਾਰਾ ਦਾ ਆਧਾਰ ਆ, ਤੁਹਾਡਾ ਮਾਹੌਲ ਦਾ ਆਧਾਰ ਆ, ਅਤੇ ਇਹ ਫਰੀਡਮ ਹੈਗੀ ਆ। ਪਰ ਇੱਕ ਪੜਾਅ ਉਹ ਵੀ ਆ ਜਾਂਦਾ ਸੰਵਾਦ ਦੇ ਵਿੱਚ, ਜਦੋਂ ਅਸੀਂ ਕਹਿੰਦੇ ਹਾਂ ਕਿ ਇਹ ਵਾਰਸ, ਇਹ ਪੈਗੰਬਰ ਜਾਂ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਨੇ, ਉਹਨਾਂ ਦੀ ਬਾਣੀ ਆ, ਅਤੇ ਇਹ ਕਬੀਰ ਦੀ ਬਾਣੀ ਆ, ਇਹ ਰਵਿਦਾਸ ਦੀ ਬਾਣੀ ਆ, ਤਾਂ ਉਹ ਸ਼ਾਇਰੀ ਪੈਗੰਬਰੀ ਆ ਕਿੱਦਾਂ ਪਹੁੰਚਦੀ ਆ। ਪੰਜਾਬੀ ਦੇ ਵਿੱਚ ਚਾਹੇ ਜ਼ਿਕਰ ਘੱਟ ਹੋਇਆ, ਚਨਾਹ ਦੀ ਰਾਤ ਸਹਿਜ ਰਚਿਓ ਖਾਲਸਾ, ਚਨਾਹ ਦੀ ਰਾਤ ਦੇ ਵਿੱਚ ਇੰਨੀ ਰਵਾਨਗੀ, ਇੰਨਾ ਮੈਂ ਜਲਾਓ ਆ ਕਵਿਤਾ ਦੇ ਤੌਰ 'ਤੇ
ਪੰਜਾਬੀਆਂ ਨੇ ਉਹਨੂੰ ਉਸ ਤਰ੍ਹਾਂ ਨਹੀਂ ਲਿਆ। ਜਿੰਨੀ ਵਾਰੀ ਪੜ੍ਹੋਗੇ ਤੁਹਾਨੂੰ ਨਵੇਂ ਉਹਦੇ 'ਚ ਦਿਸ਼ਾਵਾਂ ਮਿਲਣਗੀਆਂ। ਈਵਨ ਕਵਿਤਾ ਦੇ ਰੂਪ ਦੇ ਤੌਰ 'ਤੇ ਖੁੱਲ੍ਹਦੇ ਰੂਪ ਦੇ ਵਿੱਚ ਵੀ। ਸਗੋਂ ਮੈਂ ਤਾਂ ਕਹਿੰਦਾ ਕਿ ਪ੍ਰੋਫੈਸਰ ਪੂਰਨ ਸਿੰਘ ਤੋਂ ਵੀ ਅਗਾਂਹ ਜਾ ਕੇ ਕਈ ਕਵਿਤਾਵਾਂ 'ਚ ਤਾਂ ਉਡਾਰੀ ਮਾਰੀ ਹੈ ਉਹਨਾਂ ਨੇ, ਆਪਣੇ ਹਰਿੰਦਰ ਮਹਿਬੂਬ ਨੇ। ਪਰ ਕਿਉਂਕਿ ਕਈ ਵਿਚਾਰਧਾਰਕ ਕਾਰਨ ਐਸੇ ਫੈਲੇ ਹੋਏ ਨੇ। ਹਾਂ, ਤੁਹਾਨੂੰ ਕੀ ਲੱਗਦਾ? ਮੈਨੂੰ ਲੱਗਦਾ ਹੁੰਦਾ ਡਾਕਟਰ ਸਾਹਿਬ ਕਿ ਕਵਿਤਾ ਦੇ ਵਿੱਚ ਫਲੈਕਸੀਬਿਲਿਟੀ ਹੋਣਾ ਬਹੁਤ ਜ਼ਰੂਰੀ ਹੈ। ਉਹ ਕਵਿਤਾ ਬਹੁਤ ਲੰਮਾ ਸਮਾਂ ਚੱਲਦੀ। ਜੇ ਹਰਿੰਦਰ ਸਿੰਘ ਮਹਿਬੂਬ ਚੱਲ ਅੱਗੇ ਜਾ ਕੇ ਪ੍ਰੋਫੈਸਰ ਪੂਰਨ ਸਿੰਘ ਤੋਂ ਗੱਲ ਕਰ ਰਹੇ ਆ ਤਾਂ ਉਹਦੇ ਵਿੱਚ ਫਲੈਕਸੀਬਿਲਿਟੀ ਕਵੀਆਂ 'ਚ ਤਾਂ ਹੁੰਦੀ ਹੈ, ਕਈ ਵਾਰੀ ਜਾਂ ਤਾਂ ਰੀਡਰ 'ਚ ਜਾਂ ਆਲੋਚਕਾਂ 'ਚ ਨਹੀਂ ਹੁੰਦੀ। ਇਹੋ ਜਿਹਾ ਕੁਛ ਵਾਪਰਦਾ, ਕਦੇ ਉਹ ਕਿਸੇ ਵਾਦ ਦੇ ਨਾਂ 'ਤੇ ਵਾਪਰ ਜਾਂਦਾ, ਕਦੇ ਕਿਸੇ ਬਾਤ ਦੇ ਨਾਂ 'ਤੇ ਵਾਪਰ ਜਾਂਦਾ। ਅਸੀਂ ਕਹਿੰਦੇ ਹਾਂ ਅਸੀਂ ਇੱਕ ਗ੍ਰੈਂਡ ਨੈਰੇਟਿਵ ਤੋੜਿਆ, ਇੱਕ ਕਹਾਣੀ ਨੂੰ ਮਤਲਬ ਜਿਹੜੀ ਆਦਰਸ਼ਕ ਬਣਾਉਣ ਦਾ ਜਾਂ ਭਰਮਕ ਕਹਾਣੀ ਨੂੰ ਬਣਾਉਣ ਦਾ ਯਤਨ ਕੀਤਾ, ਉਹਨੂੰ ਤੋੜਿਆ, ਪਰ ਦੂਜੀ ਫਿਰ ਇੱਕ ਨਵੀਂ ਕਹਾਣੀ ਸਥਾਪਿਤ ਕਰ ਦਿੰਦੇ ਹਾਂ। ਉਹਦੇ ਕਰਕੇ ਚੰਗੇ ਜਿਹੜੇ ਪ੍ਰਤਿਭਾਵਾਨ ਨੇ, ਪ੍ਰਤਿਭਾਸ਼ੀਲ ਕਵੀ ਨੇ, ਉਹ ਇਗਨੋਰ ਹੋ ਜਾਂਦੇ ਨੇ। ਇਹ ਹੋਣਾ ਨਹੀਂ ਚਾਹੀਦਾ। ਇਸ ਕਿਸਮ ਦੀ ਸੰਵਾਦ ਦਾ ਮਤਲਬ ਹੀ ਕਿਛ ਸੁਣੀਏ, ਇਹ ਨਹੀਂ ਕਿਹਾ ਕਿਛ ਕਹੀਏ, ਕਿਛ ਸੁਣੀਏ ਕਿਛ ਕਹੀਏ। ਜਬ ਤੱਕ ਦੁਨੀਆ ਰਹੀ ਹੈ ਨਾ, ਜਦੋਂ ਪਹਿਲਾਂ ਲਿਸਨਿੰਗ ਹੈ ਨਹੀਂ। ਜਸਵੰਤ ਜ਼ਫਰ ਇਸ ਸੰਵਾਦ ਦੀ ਗੱਲ ਬਾਰ-ਬਾਰ ਆਪਣੇ ਭਾਸ਼ਣਾਂ 'ਚ ਕਰਦਾ ਵੀ ਭਾਈ ਸੁਣਨ ਦੀ ਵੀ ਆਦਤ ਪਾਓ। ਇਹ ਕੋਈ ਮੈਂ ਆਦਰਸ਼ਕ ਗੱਲ ਨਹੀਂ ਕਰ ਰਿਹਾ। ਪੰਜਾਬੀਆਂ ਦਾ ਸੁਭਾਅ ਕਵਿਤਾ ਗਵਾਹ ਜੀ ਇਸ ਗੱਲ ਨੂੰ। ਅਸੀਂ ਨਾਨਕ ਦੇ ਕੀ ਲੱਗਦੇ ਹਾਂ 'ਚ ਨਾਨਕ ਬਾਰੇ ਉਹ ਸੰਵਾਦ ਕਰ ਰਿਹਾ ਕਿ ਨਾਨਕ ਨੂੰ ਕਿੱਦਾਂ ਉਹਨਾਂ ਦੀ ਟਰਾਂਸਫੋਰਮੇਸ਼ਨ ਹੋ ਰਹੀ ਹੈ, ਨਾਨਕ ਦੀ ਕਿਤੇ ਬਾਬਾ ਲੱਗ ਕੇ, ਮਹਾਰਾਜ ਲੱਗ ਕੇ। ਬਿਲਕੁਲ ਹੀ ਦੇਖੋ, ਅਸੀਂ ਨਾਨਕ ਦੇ ਕੀ ਲੱਗਦੇ ਹਾਂ, ਬਹੁਤ ਵੱਡੇ ਨਵੇਂ ਮਸਲੇ ਖੜੇ ਕੀਤੇ ਕਿ ਅਸੀਂ ਜਿਸ ਟ੍ਰੈਡੀਸ਼ਨ ਨੂੰ ਅਪਣਾਉਣਾ ਸੀ, ਜਿਸ ਕ੍ਰਾਂਤੀਕਾਰੀ ਅਧਿਆਤਮਵਾਦ ਸਾਡਾ ਵਿਰਸਾ ਸੀ, ਉਸ ਵਿਰਸੇ ਨੂੰ ਭੁੱਲ ਕੇ ਅਸੀਂ ਉਹਨੂੰ ਮੰਡੀ ਬਣਾ ਲਿਆ, ਉਸ ਨੂੰ ਪੈਸਾ ਟਕਾ ਕਮਾਉਣ ਦਾ ਸਾਧਨ ਬਣਾ ਲਿਆ। ਫਿਰ ਅਸੀਂ ਭਾਈ ਉਹਦੇ ਕੀ ਲੱਗਦੇ ਹਾਂ? ਕੁਐਸਚਨ ਮਾਰਕ ਚਾਹੇ ਉਹਨੇ ਨਹੀਂ ਲਾਇਆ, ਪਰ ਇਹ ਬਹੁਤ ਵੱਡਾ ਵਿਸਮਕ ਚਿੰਨ੍ਹ ਤੁਹਾਡੇ 'ਤੇ, ਬਹੁਤ ਵੱਡਾ ਵਿਸਮਕ ਚਿੰਨ੍ਹ ਲੱਗਿਆ ਹੋਇਆ ਉਸ ਕਿਤਾਬ ਦੇ ਵਿੱਚ ਕਿ ਤੁਸੀਂ ਨਾਨਕ ਦੀ ਗੱਲ ਕਰਨ ਜੋਗੇ ਨਹੀਂ ਹੈਗੇ। ਤੁਸੀਂ ਉਹਨੂੰ, ਨਾਨਕ ਨੂੰ ਤਾਂ ਨਾਂ ਲੈ ਕੇ ਆਪਣੇ ਸਵਾਰਥ ਲਈ ਵਰਤ ਰਹੇ ਹੋ। ਇਹ ਮਤਲਬ ਪੂਰੇ ਦਾ ਪੂਰਾ ਬੜਾ ਇਹ ਨਾਇਕਾਂ ਦੀ ਗੱਲ ਆ ਕਿ ਅਸੀਂ ਆਪਣੇ ਵੱਡੇ ਨਾਇਕਾਂ ਨੂੰ, ਉਹ ਅਧਿਆਤਮਕ ਖੇਤਰ ਦੇ ਨਾਇਕ ਵੀ ਨੇ, ਕ੍ਰਾਂਤੀਕਾਰੀ ਖੇਤਰ ਦੇ ਵੀ ਨਾਇਕ ਨੇ। ਮਤਲਬ ਪਿੱਛੇ ਜਦੋਂ ਭਗਤ ਸਿੰਘ ਦਾ ਆਈਕਨ ਆ, ਉਹਨੂੰ ਵੀ ਹਿੰਸਾਵਾਦੀ ਢੰਗ ਦੇ ਨਾਲ ਪ੍ਰਚਾਰਿਆ ਗਿਆ, ਜਿਹੜਾ ਕਿ ਇਹ ਬਹੁਤ ਵੱਡੀਆਂ ਪ੍ਰੋਬਲਮ ਨੇ ਕਿ ਅਸੀਂ ਆਪਣੇ ਇਤਿਹਾਸ ਨੂੰ ਕਿੱਦਾਂ ਕੋਰਲੇਟ ਕਰਨਾ ਆਪਣੇ ਨਾਲ, ਇਤਿਹਾਸ ਨੂੰ ਅਸੀਂ ਕਿੱਦਾਂ ਵਾਚਣਾ ਅਤੇ ਸਮਝਣਾ, ਇਹ ਸੰਵਾਦ ਦੇ ਨਾਲ ਹੀ ਸੰਭਵ ਆ। ਸੋ ਇਹ ਜਿਹੜੀ ਦੇਖੋ ਸਭ ਤੋਂ ਜ਼ਿਆਦਾ ਔਖੀ ਕਵਿਤਾ ਹੁੰਦੀ ਹੈ ਐਕਟਿਵਿਸਟ ਕਵਿਤਾ ਲਿਖਣੀ। ਉਹਦੀਆਂ ਜ਼ਿੰਮੇਵਾਰੀਆਂ ਜ਼ਿਆਦਾ ਹੋਣੀਆਂ ਨੇ। ਜਿਹੜਾ ਐਕਟਿਵਿਸਟ ਨਹੀਂ ਹੁੰਦਾ ਉਹ ਤਾਂ ਕਹਿ ਦੇਗਾ ਕਿ ਵੀ ਮੈਂ ਆਪਣੀ ਕਲਪਨਾ ਦੇ ਨਾਲ, ਮੈਨੂੰ ਇਹ ਮੋਮੈਂਟ ਸੀ, ਮੋਮੈਂਟਰੀ, ਮੈਂ ਇਹ ਸਥਿਤੀ ਫੜ ਲਈ, ਤਾਂ ਉਹਦੀ ਜ਼ਿੰਮੇਵਾਰੀ ਖਤਮ ਹੋ ਗਈ। ਐਕਟਿਵਿਸਟ ਜੇ ਕਰੋਨਾ ਬਾਰੇ ਵੀ ਕਵਿਤਾ ਲਿਖਦਾ ਤਾਂ ਹੌਲੀ ਹੌਲੀ ਉਹਨੂੰ ਇਹ ਪਤਾ ਵੀ ਹੋਣਾ ਚਾਹੀਦਾ ਵੀ ਭਾਈ ਇੰਟਰਨੈਸ਼ਨਲ ਲੈਵਲ 'ਤੇ ਡਿਬੇਟ ਕੀ ਚੱਲ ਰਹੀ ਹੈ। ਬਿਲਕੁਲ। ਤਾਂ ਇਹ ਡਿਬੇਟ ਦੇ ਵਿੱਚ ਜਿਹੜੀ ਮੈਡੀਕਲ ਸਾਇੰਸ ਆ, ਇਹ ਕੀ ਗੱਲਾਂ ਕਹਿ ਰਹੀ ਆ, ਤਾਂ ਇਹਦੇ ਕੀ ਫਾਇਦੇ ਨੁਕਸਾਨ ਨੇ, ਤੇ ਕਿੱਦਾਂ ਵੀ ਇਹ ਹੋ ਸਕਦਾ। ਸੋ ਇਹਦੇ ਨਾਲ ਬਹੁਤ ਸਾਰੀ ਕਵਿਤਾ ਫੇਸਬੁੱਕ, WhatsApp ਤੇ ਵੀ ਰੋਟੇਟ ਹੁੰਦੀ ਰਹਿੰਦੀ ਹੈ, ਵਾਇਰਲ। ਬਸ ਇਹਦੇ ਬਾਰੇ ਗੱਲ ਹੋਣੀ ਚਾਹੀਦੀ ਹੈ ਦਲਜੀਤ। ਫੇਸਬੁੱਕ ਇੱਕ ਪਬਲਿਕ ਮਾਧਿਅਮ ਆ। ਇਹਦੇ 'ਚ ਮਾੜਾ ਪਤਾ ਕੀ ਵਾਪਰਿਆ, ਜਦੋਂ ਕੋਈ ਆਪਣਾ ਵਿਚਾਰ ਲਿਖਦਾ ਫੇਸਬੁੱਕ 'ਤੇ, ਤਾਂ ਉਹਨੂੰ ਦੂਜੇ ਨੂੰ ਇਹ ਲੱਗਦਾ, ਖਾਸ ਤੌਰ 'ਤੇ ਪੰਜਾਬੀ ਚਿੰਤਨ ਚੇਤਨਾ ਦੇ ਵਿੱਚ ਫੇਸਬੁੱਕ 'ਤੇ ਜਿਹੜਾ ਮੇਰਾ ਐਕਸਪੀਰੀਅੰਸ ਆ ਥੋੜ੍ਹੇ ਸਮੇਂ ਦਾ, ਮੈਂ ਬਹੁਤ ਜ਼ਿਆਦਾ ਐਕਟਿਵ ਨਹੀਂ ਹੈਗਾ, ਪਰ ਹੁਣ ਕਦੇ ਕਵਿਤਾ ਬਾਰੇ ਲਿਖਦਾ ਹੁੰਦਾ। ਜਿਹੜਾ ਸਭ ਤੋਂ ਵੱਡਾ ਸੰਕਟ ਆ, ਇਸ ਮਾਧਿਅਮ ਨੂੰ ਨਹੀਂ ਸਮਝਿਆ ਜਾ ਰਿਹਾ। ਬਿਲਕੁਲ, ਇਹ ਪਬਲਿਕ ਮਾਧਿਅਮ ਆ, ਇਹਦੇ 'ਚ ਜੋਗਰਾਜ ਦੀ ਇਜਾਰੇਦਾਰੀ ਨਹੀਂ, ਨਾ ਜਿਹੜਾ ਕੋਈ ਹੋਰ ਆ ਉਹਦੀ ਇਜਾਰੇਦਾਰੀ ਆ। ਵੀ ਇੱਕ ਬੰਦੇ ਨੇ
ਆਪਣੀ ਸਮਰੱਥਾ, ਆਪਣੇ ਇੰਟਰਸਟ, ਆਪਣੀ ਵਿਚਾਰਧਾਰਾ ਅਨੁਸਾਰ ਲਿਖਤਾ। ਉਹਨੂੰ ਯੈਸ ਨਾ ਕਰੋ, ਪਰ ਭਾਸ਼ਾ ਦੀ ਮਰਿਆਦਾ ਨੂੰ ਉਲੰਘਣਾ ਇਹ ਇੱਕ ਸਮੱਸਿਆ। ਇੱਕ ਫੇਸਬੁੱਕ ਨੂੰ ਇਹ ਸਮਝਣਾ, ਉਹਦਾ ਫਾਇਦਾ ਲੈਣ ਦੀ ਬਜਾਏ ਇਹ ਸਮਝਣਾ ਵੀ ਪਤਾ ਨਹੀਂ ਇਹ ਕਿਸੇ ਨੂੰ ਸਥਾਪਿਤ ਕਰਨ ਲਈ ਤੇ ਖੰਡਨ ਮੰਡਨ ਕਰਨ ਵਾਸਤੇ ਆ। ਇਹ ਤਾਂ ਜੋ ਪਹਿਲਾਂ ਗੁੱਟਬੰਦੀ 'ਚ ਹੋ ਰਿਹਾ ਸੀ ਪੰਜਾਬੀ ਚਿੰਤਨ ਚੇਤਨਾ ਦੇ ਵਿੱਚ, ਉਹੀ ਤੁਸੀਂ ਕੀ ਕਵੀ ਸਮਝਿਆ ਜਾਂਦਾ ਡਾਕਟਰ ਸਾਹਿਬ ਉਹਨੂੰ, ਜਿਹੜਾ ਮੰਨ ਲਓ ਫੇਸਬੁੱਕ ਤੇ ਮੈਂ ਇਹਦੇ ਨਾਲ ਬੜਾ ਨੈਗੇਟਿਵ ਲਿਆ ਜਾਂਦਾ ਉਸ ਰਚਨਾ ਨੂੰ। ਮੈਂ ਮੁਤਫਿਕ ਨਹੀਂ ਹੈਗਾ ਇਹਦੇ ਨਾਲ, ਮੈਂ ਮੁਤਫਿਕ ਨਹੀਂ ਹੈ। ਹਾਲਾਂਕਿ ਚੰਗੇ ਜਿਹੜੇ ਵਿਦਵਾਨ ਨੇ ਉਹ ਕਹਿੰਦੇ ਸਾਡੇ ਫੇਸਬੁੱਕ ਹੀ ਆ, ਪਰ ਮੈਂ ਇਹਦਾ ਵੈਲਕਮ ਕਰਦਾ। ਉਹਨਾਂ ਦੇ ਵਿੱਚ ਚੰਗੇ ਕਵੀ, ਚੰਗੇ ਚਿੰਤਕ, ਚੰਗੇ ਵਿਚਾਰ ਲਿਖਦੇ ਨੇ। ਫਾਰ ਐਗਜ਼ਾਮਪਲ ਪਰਮਿੰਦਰ ਸੋਢੀ ਹੈ, ਬੜੇ ਅੱਛੇ ਵਿਚਾਰ ਲਿਖਦਾ। ਬਿਲਕੁਲ ਜੀ। ਕਦੇ ਕਦੇ ਅੰਬਰੀਸ਼ ਬਹੁਤ ਅੱਛੇ ਵਿਚਾਰ ਲਿਖਦਾ। ਨਵੇਂ ਜਿਹੜੇ ਨੌਜਵਾਨ ਨੇ, ਯੂਥ ਨੇ, ਉਹਨਾਂ ਦੇ ਵਿੱਚ ਫੈਮਿਨਿਜ਼ਮ ਬਾਰੇ ਬੜੀ ਚੰਗੀ ਬਹਿਸ ਹੋ ਰਹੀ ਹੈ। ਮੋਨਾ ਕੁਮਾਰ ਵੈਸੇ ਤਾਂ ਇੰਗਲਿਸ਼ ਦੀ ਟੀਚਰ ਆ, ਇੰਗਲਿਸ਼, ਹਿੰਦੀ, ਪੰਜਾਬੀ ਦੇ ਵਿੱਚ ਲਿਖਦੀ ਆ। ਜਿਨ੍ਹਾਂ ਨੂੰ ਮੈਂ ਜਾਣਦਾ, ਮੈਂ ਉਹਨਾਂ ਦੇ ਨਾਂ ਇਸ ਕਰਕੇ ਲੈ ਰਿਹਾ ਕਿ ਬਹੁਤ ਹੀ ਗੰਭੀਰਤਾ ਦੇ ਨਾਲ, ਜ਼ਿੰਮੇਵਾਰੀ ਦੇ ਨਾਲ ਉਹ ਪੜ੍ਹ ਲਿਖ ਕੇ ਪੋਸਟ ਪਾਉਂਦੇ ਨੇ ਜਾਂ ਆਪਣਾ YouTube ਚੈਨਲ 'ਤੇ ਸ਼ੇਅਰ ਕਰਦੇ ਆ। ਡਾਕਟਰ ਨਾਹਰ ਸਿੰਘ ਦੀਆਂ ਮੈਂ ਪੋਸਟਾਂ ਦੇਖੀਆਂ, ਬਿਲਦੇਵ ਧਾਲੀਵਾਲ ਦੀਆਂ ਦੇਖੀਆਂ। ਚੰਗੇ ਵਿਦਵਾਨ ਨੇ, ਕਵੀ ਨੇ। ਇਹਨਾਂ 'ਚ ਕਿੰਨੇ ਹੀ ਨਾਂ ਨੇ, ਮੈਂ ਜੇ 100 ਨੂੰ ਜਾਣਦਾ ਤਾਂ 1000 ਹੋਣਗੇ, 2000 ਹੋਣਗੇ। ਪਰ ਫੇਸਬੁੱਕ ਵੀ ਇੱਕ ਨਵੀਂ ਤਕਨੀਕ ਦੇ ਵਿੱਚ ਨਵਾਂ ਇੱਕ ਤਕਨੀਕੀ ਮਾਧਿਅਮ ਆ। ਬਿਲਕੁਲ। ਤੇ ਸੰਵਾਦ ਦੇ ਦ੍ਰਿਸ਼ਟੀਕੋਣ ਤੋਂ ਹੀ ਇਹਦਾ ਫਾਇਦਾ ਲਿਆ ਜਾਣਾ ਚਾਹੀਦਾ। ਇਹ ਦਵੈਸ਼, ਈਰਖਾ, ਕਿਸੇ ਨੂੰ ਦਬਾਉਣ ਦੇ ਦ੍ਰਿਸ਼ਟੀਕੋਣ ਤੋਂ ਨਹੀਂ ਹੋਣਾ ਚਾਹੀਦਾ। ਬੜਾ ਤੁਸੀਂ ਫੇਸਬੁੱਕ ਦੇ ਉੱਤੇ ਮੈਨੂੰ ਯਾਦ ਆਇਆ ਕਿ ਇੱਕ ਨਵੀਂ ਪੰਜਾਬੀ ਕਵਿਤਾ ਦੇ ਬਾਰੇ ਇੱਕ ਬੜਾ ਲੰਮਾ ਸਟੇਟਸ ਪਾਇਆ ਸੀ। ਹਾਲਾਂਕਿ ਉੱਥੇ ਤੁਸੀਂ ਉੱਤੇ ਲਿਖਿਆ ਸੀ ਕਿ 90 ਦੇ ਦਹਾਕੇ ਤੋਂ ਬਾਅਦ ਦੀ ਕਵਿਤਾ, ਕਿ ਬੜੀ ਇਨੀਸ਼ੀਅਲ ਕਵਿਤਾ ਵਾ, ਜਿਹਦੇ ਵਿੱਚ ਬੜੇ ਸ਼ਾਰਟਲੀ ਪੇਸ਼ ਕੀਤਾ ਗਿਆ ਸੀ। ਉਹ ਵੀ ਇਹ ਸੀ ਨਾ ਪਹਿਲਾਂ ਉਹਦੇ ਥੱਲੇ ਕਮੈਂਟ ਇਹ ਆ ਰਹੇ ਸੀ ਕਿ ਜਿਵੇਂ ਅਸੀਂ ਚਲੋ ਉਹਦਾ ਕਿ ਦੇਵ ਬਾਰੇ ਨਹੀਂ ਤੁਸੀਂ ਨਾਂ ਲਿਆ, ਫਲਾਣੇ ਦਾ ਨਹੀਂ ਨਾਂ ਲਿਆ, ਫੋਨ ਕਰਕੇ ਵੀ ਮੇਰੇ ਕੋਲ ਆਇਆ। ਪਹਿਲੀ ਤਾਂ ਗੱਲ ਉਹ ਸੰਖੇਪ ਉਸ ਸੀ, ਉਹ 90 ਬਾਰੇ ਨਹੀਂ ਸੀ ਹੈਗੀ। 90 ਬਾਰੇ ਉਹ ਸੀ ਕਿ 90 ਦੇ ਇਹ ਟ੍ਰੈਂਡ ਨੇ, ਉਹ 'ਚ ਬੜੇ ਟ੍ਰੈਂਡ ਛੱਡਤੇ ਸੀ ਮੈਂ, ਕਿਉਂਕਿ ਮੈਂ ਇੱਕ ਬਹੁਤ ਵੱਡਾ ਜਿਹੜਾ ਕਿਤਾਬ ਛਪਣੀ ਆ ਨਵੀਂ ਕਵਿਤਾ ਦਾ ਨਵਕਾਵ ਬੋਧ, ਉਹਦੇ 'ਚੋਂ ਥੋੜ੍ਹਾ ਜਿਹਾ ਹਿੱਸਾ ਪਾਇਆ ਸੀ। ਮੈਂ ਅਸਲ ਦੇ ਵਿੱਚ ਜਿਹੜੀ ਐਕਟੀਵਿਸਟ ਕਵਿਤਾ ਨਾ, ਇਹ 4-5 ਦੋਸਤਾਂ ਦੇ ਨਾਲ ਨਾ 2 ਸਾਲਾਂ ਤੋਂ ਚਰਚਾ ਹੋ ਰਹੀ ਹੈ ਕਿ ਕਵਿਤਾ ਦਾ ਰੁਖ ਬਦਲਿਆ। ਇਹ ਜਿਹੜੀ ਨਵੀਂ ਯੂਥ ਦੇਖੋ, ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਦੁਬਾਰਾ ਤੋਂ ਵਿਦਿਆਰਥੀ ਜਥੇਬੰਦੀਆਂ ਆ ਗਈਆਂ। ਕੁਛ ਅਧਿਆਪਕ ਜਥੇਬੰਦੀਆਂ ਸੜਕਾਂ 'ਤੇ ਨਿਕਲੀਆਂ ਨੇ। ਨਵੀਆਂ ਸਮੱਸਿਆਵਾਂ, ਨਵੀਂ ਬੇਰੁਜ਼ਗਾਰੀ, ਆਰਥਿਕਤਾ ਪੰਜਾਬ ਦੀ ਕਿਸ ਕਿਸਮ ਦੀ, ਨਸ਼ਿਆਂ ਦੀ ਸਮੱਸਿਆ, ਵੀ ਇਹ ਆਉਣ ਨਾਲ ਇੱਕ ਐਕਟੀਵਿਸਟ ਕਿਸਮ ਦੀ ਕਵਿਤਾ ਸਾਹਮਣੇ ਆਈ ਹੈ। ਅਤੇ ਉਹਦੇ 'ਚ ਫੈਮਿਨਿਜ਼ਮ ਇਹ ਵੀ ਨਾਲ ਚੱਲ ਪਿਆ। ਦਲਿਤ ਚੇਤਨਾ ਨੇ ਇੱਕ ਨਵਾਂ ਰੂਪ ਫੜਿਆ। ਉਸ ਤੋਂ ਪਹਿਲਾਂ ਮੈਂ ਜਿਹੜੀ ਭੂਮਿਕਾ ਬੰਨੀ ਸੀ ਨਾ, ਜਿਵੇਂ ਵੀ ਅਮਰਜੀਤ ਚੰਦਨ, ਈਸ਼ਵਰ ਦਿਆਲ ਗੌਡ ਅਤੇ ਗੁਰਪ੍ਰੀਤ, ਸੱਭਿਆਚਾਰਕ ਕਿਸਮ ਦੀ, ਇਹ ਟ੍ਰੈਂਡਸ ਤਾਂ ਮੈਂ ਆਲਰੇਡੀ ਲਿਖ ਚੁੱਕਿਆ। ਬੜੇ ਲੇਖ ਛਪੇ ਵੀ ਆ, ਅਤੇ ਚਲੋ ਉਹ ਵਿਦਿਆਰਥੀ ਪੜ੍ਹਦੇ। ਮੇਰਾ ਇੱਥੇ ਆ ਕੇ ਸਵਾਲ ਮੁੱਕਦਾ ਸੀ ਕਿ ਡਾਕਟਰ ਸਾਹਿਬ, ਜਿੱਥੇ ਅਸੀਂ ਕਹਿੰਦੇ ਆ ਕਿ ਸਾਹਿਤ ਦੇ ਵਿੱਚ ਜਿਹੜੀ ਨਿੱਜਤਾ ਹੁੰਦੀ ਆ ਉਹ ਕਿਤੇ ਗਾਇਬ ਹੁੰਦੀ ਆ, ਜੇ ਨਿੱਜਤਾ ਹੁੰਦੀ ਵੀ ਆ ਉਹ ਸਮੂਹ ਨਾਲ ਜੁੜੀ ਹੁੰਦੀ ਆ। ਬਹੁਤ ਸਾਰੇ ਜਿਹੜੇ ਕਿਰਤਾਂ ਦੇ ਵਿੱਚ, ਆਪਦੀ ਕਿਰਤ ਦੇ ਵਿੱਚ ਕਹਿੰਦੇ ਆ ਕਿ ਨਿੱਜਤਾ ਨੂੰ ਛੱਡਣਾ ਚਾਹੀਦਾ, ਉਹ ਉੱਥੇ ਇਹੀ ਟੋਲਦੇ ਸੀ। ਉਹ ਕਵਿਤਾ ਦੇ ਸਮੁੱਚੇ ਵਸਤੂ ਨੂੰ ਨਹੀਂ ਦੇਖ ਰਹੇ ਸੀ ਕਿ ਕਿਹੋ ਜਿਹੇ ਸਰੋਕਾਰਾਂ ਦੀ ਕਵਿਤਾ ਲਿਖੀ ਜਾ ਰਹੀ ਆ, ਉਹਦੇ ਵਿੱਚ ਨਾਮ ਲੱਭੇ ਜਾ ਰਹੇ ਸੀ। ਕਿ ਦੇਖੋ ਸਪਸ਼ਟ ਆ, ਵਿਚਾਰਧਾਰਕ ਤੌਰ 'ਤੇ ਮੈਂ ਵੀ ਜੇ ਕਿਸੇ ਨੇ ਜ਼ਿੰਮੇਵਾਰੀ ਦੇ ਨਾਲ ਲਿਖਣਾ, ਉਹ ਨਿੱਜੀ ਤੌਰ 'ਤੇ ਜਿਹਨੂੰ ਪਸੰਦ ਕਰਦਾ ਉਹਦੇ ਬਾਰੇ ਲਿਖਣ ਦੀ ਬਜਾਏ ਕਵਿਤਾ ਉਹਦੀ ਪਸੰਦ ਹੋਣੀ ਚਾਹੀਦੀ ਹੈ। ਇਹ ਮੇਰਾ ਵਿਚਾਰਧਾਰਕ ਸਟੈਂਡ ਆ, ਬੜਾ ਸਪਸ਼ਟ ਆ। ਸਗੋਂ ਕਈ ਵਾਰੀ ਤਾਂ ਇਹ ਹੁੰਦਾ, ਮੇਰੇ ਬਹੁਤ ਵਧੀਆ ਚੰਗੇ ਮਿੱਤਰ ਨੇ, ਚੰਗੀ ਕਵਿਤਾ ਲਿਖ ਰਹੇ ਆ, ਮੈਂ ਸੋਚਦਾ ਵੀ ਹਜੇ ਇਹਦੇ ਬਾਰੇ ਨਹੀਂ ਲਿਖਣਾ। ਫਾਰ ਐਗਜ਼ਾਮਪਲ ਹਰਵਿੰਦਰ ਸਿੰਘ ਆ, 5 ਨਦੀਆਂ ਦੀ ਗੀਤ ਵਾਲਾ, ਮੈਂ ਉਹਦਾ ਜਾਣ-ਬੁੱਝ ਕੇ ਨਾਂ ਨਹੀਂ ਪਾਇਆ ਕਿ ਅਸੀਂ 4 ਸਾਲ ਇਕੱਠੇ ਹੀ ਰਹੇ ਹਾਂ, ਅਤੇ ਵੀ ਕਦੇ ਕਿਸੇ ਹੋਰ ਕੰਟੈਕਸਟ 'ਚ ਲਿਖਾਂਗਾ।
ਪਰ ਇਹ ਸਵਾਲ ਤਾਂ ਹੈਗਾ ਵਿਚਾਰਧਾਰਕ ਤੇ ਗੰਭੀਰ ਸਵਾਲ। ਇਹਦੇ 'ਚ ਪਰਮਿੰਦਰ ਸੋਢੀ ਕਹਿੰਦਾ ਹੁੰਦਾ ਕਿ ਇਹ ਜਿਹੜੀ ਫਰੀडम ਹੈ ਨਾ, ਇਹਨੂੰ ਬਹੁਤ ਸਪੇਸ ਮਿਲਣੀ ਚਾਹੀਦੀ ਹੈ। ਫਰੀडम ਪਾਠਕ ਦੀ ਵੀ ਹੋਣੀ ਚਾਹੀਦੀ ਹੈ, ਫਰੀडम ਕਵੀ ਦੀ ਵੀ ਹੋਣੀ ਚਾਹੀਦੀ ਹੈ, ਕ੍ਰਿਟਿਕ ਦੀ ਵੀ ਹੋਣੀ ਚਾਹੀਦੀ ਹੈ। ਮੈਂ ਕਿਉਂਕਿ ਰੀਡਰ ਮੰਨਦਾ, ਮੇਰੀ ਆਪਣੀ ਫਰੀडम ਹੈ। ਕਿਉਂਕਿ ਫੇਸਬੁੱਕ 'ਤੇ ਤੁਸੀਂ ਕੋਈ ਪੋਸਟ ਲਿਖਦੇ ਹੋ ਤਾਂ ਸੰਵਾਦ ਦੀ ਦ੍ਰਿਸ਼ਟੀ ਤੋਂ ਲਿਖਦੇ ਹੋ, ਕਿਸੇ ਨੂੰ ਉੱਚਾ ਨੀਚਾ ਦਿਖਾਉਣ ਦੀ ਦ੍ਰਿਸ਼ਟੀ ਤੋਂ ਨਹੀਂ। ਇਹ ਜੇ ਤੁਸੀਂ ਕਰਦੇ ਹੋ ਤਾਂ ਸ਼ਰਾਰਤ ਕਰਦੇ ਹੋ। ਮੈਨੂੰ ਵੈਸੇ ਵੀ ਜਿਹੜੀ ਹਲਕੇ ਵਿਅੰਗ ਵਾਲੀ ਭਾਸ਼ਾ ਇਹ ਪੜ੍ਹਿਆਂ ਲਿਖਿਆਂ ਦੀ ਨਹੀਂ ਲੱਗਦੀ। ਮੈਂ ਇਹਦੇ ਸਖਤ ਖਿਲਾਫ ਹਾਂ। ਈਵਨ ਮੈਂ ਅਸੀਂ ਕਵਿਤਾ ਦੇ ਵੀ ਖਿਲਾਫ ਹਾਂ। ਜਿਹੜੀ ਕਵਿਤਾ ਨਾ ਚੁਟਕਲਾ ਛੱਡੇ, ਮੈਂ ਉਸ ਕਵਿਤਾ ਨੂੰ ਮਾੜੀ ਕਵਿਤਾ, ਜਦ ਪੁੱਛੇ ਨਾ ਤੁਸੀਂ ਮਾੜੀ ਤੇ ਚੰਗੀ, ਹਾਲਾਂਕਿ ਮੈਂ ਕਿਹਾ ਸੀ ਕਿ ਚੰਗੀ ਮਾੜੀ ਦਾ ਬੜਾ ਨਿਤਾਰਾ ਕਰਨਾ ਔਖਾ, ਪਰ ਇਹ ਤਾਂ ਪਤਾ ਲੱਗ ਜਾਂਦਾ ਵੀ ਇਹ ਹਲਕੀ ਫੁਲਕਾ ਜਿਹੜਾ ਵਿਅੰਗ ਕੀਤਾ ਨਾ, ਐਵੇਂ ਟੀਚਰ ਗੰਭੀਰਤਾ ਔਰ ਸੰਵਾਦ ਦੇ ਵਿੱਚ ਜਿਹੜੀ ਟੀਚਰ ਹੈ, ਇਹ ਮੇਰੇ ਲਈ ਨਫ਼ਰਤਯੋਗ। ਮੈਂ ਇਹਨੂੰ ਬੁਰੀ ਤਰ੍ਹਾਂ ਦੇ ਨਾਲ ਨਾਪਸੰਦ ਕਰਦਾ। ਇਸੇ ਕਰਕੇ ਤੁਸੀਂ ਲਿਖਤ ਦੇ ਵਿੱਚ ਤਾਂ ਜਿੰਨੀ ਕੁ ਤੁਹਾਨੂੰ ਅਕਲ ਆ, ਤੁਸੀਂ ਗੰਭੀਰ ਹੋਣੇ ਚਾਹੀਦੇ। ਤੁਸੀਂ ਗੱਲਬਾਤ 'ਚ ਉੱਦਾਂ ਬੈਠੇ ਹੋ, ਇੱਕ ਭਾਸ਼ਾ ਹੋਣੀ ਚਾਹੀਦੀ, ਬਿਨਾਂ ਕਿਸੇ ਜ਼ਿੰਮੇਵਾਰੀ ਤੋਂ ਉੱਥੇ ਗੱਪਸ਼ਪ ਕਰ ਰਹੇ ਹਾਂ ਬੰਛੋੜੀ ਤੋਂ, ਪਰ ਉਹ ਪਲੇਟਫਾਰਮ ਇਟਸ ਨਾਟ ਫॉर ਇੰਜੋਇਮੈਂਟ, ਇਟਸ ਅ ਮੈਟਰ ਆਫ ਰਿਸਪੌਂਸਿਬਿਲਿਟੀ। ਤੁਹਾਡੀ ਭਾਈ ਸਮਾਜ ਨੂੰ ਕੋਈ ਜ਼ਿੰਮੇਵਾਰੀ ਹੈ। ਤੁਸੀਂ ਉਹਨਾਂ ਵੱਡੇ ਵੱਡੇ ਕਵੀਆਂ ਦੀ ਗੱਲ ਕਰਦੇ ਹੋ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਨੇ, ਕਿਉਂਕਿ ਲੇਖਕ ਤਾਂ ਵੱਡਾ ਹੁੰਦਾ ਹੀ ਆ, ਲੇਖਕ ਐਵੇਂ ਤਾਂ ਬਣ ਨਹੀਂ ਜਾਂਦਾ। ਤੁਸੀਂ ਉਹਨੂੰ ਟੀਚਰ ਕਰਕੇ ਐਵੇਂ ਰੋੜ ਦਿਓ। ਹਾਲਾਂਕਿ ਅਗਲਾ ਜਿਹੜਾ ਮੇਰਾ ਮੰਨਣਾ ਇਹ ਆ ਕਿ ਕਿਸੇ ਕਵੀ ਬਾਰੇ ਲਿਖ ਕੇ ਉਹਨੂੰ ਸਾਬਤ ਨਹੀਂ ਕੀਤਾ ਜਾ ਸਕਦਾ, ਸਾਬਤ ਤੋਂ ਪਹਿਲਾਂ ਹੋ ਚੁੱਕਿਆ ਹੁੰਦਾ। ਤਾਂ ਇੱਦਾਂ ਹੀ ਇੱਕ ਵਾਰੀ ਵਾਕਿਆ ਹੋਇਆ ਕਿ ਕਿਸੇ ਵੱਡੇ ਆਲੋਚਕ ਦਾ ਮੈਨੂੰ ਫੋਨ ਆਇਆ, ਇਲੈਕਸ਼ਨਾਂ ਦਾ ਦੌਰ ਸੀ ਕਿ ਅਸੀਂ ਸੁਰਜੀਤ ਪਾਤਰ ਨੂੰ ਕਵੀ ਬਣਾਇਆ। ਤਾਂ ਮੈਨੂੰ ਇਹ ਗੱਲ ਮਾੜੀ ਲੱਗੀ ਕਿ ਸੁਰਜੀਤ ਪਾਤਰ ਤਾਂ ਬਹੁਤ ਵੱਡਾ ਕਵੀ ਹੈ, ਤਾਂ ਤੁਸੀਂ ਕਿਵੇਂ ਕਵੀ ਬਣਾਤਾ ਉਹਨਾਂ ਨੂੰ? ਯੂਨੀਵਰਸਿਟੀ ਦਾ ਟੀਚਰ ਸੀ, ਵੱਡਾ ਆਲੋਚਕ ਸੀ। ਤਾਂ ਮੈਂ ਕਿਹਾ ਡਾਕਟਰ ਸਾਹਿਬ ਆਈ ਡੋਂਟ ਐਗਰੀ ਵਿਦ ਯੂ। ਮੈਂ ਇੱਦਾਂ ਹੀ ਮੈਂ ਸੈਂਟੈਂਸ ਬੋਲਿਆ। ਚਲੋ ਵੋਟ ਨਾ ਵੋਟ ਤਾਂ ਬਾਅਦ ਦੀ ਗੱਲ ਆ, ਪਰ ਨਹੀਂ ਕਹਿੰਦਾ ਚਲੋ ਇਹ ਗੱਲ ਤਾਂ ਯੋਗਰਾਜ ਬਾਅਦ 'ਚ ਕਰਾਂਗੇ, ਪਰ ਤੂੰ ਮੇਰੀ ਸਪੋਰਟ ਕਰ। ਮੈਂ ਕਿਹਾ ਸਰ ਮੈਂ ਤੁਹਾਨੂੰ ਪਤਾ ਹੀ ਆ ਕਿੱਥੇ ਆ। ਸੋ ਇਹ ਹਲਕੀਆਂ ਗੱਲਾਂ ਨੇ, ਉਹਦੇ ਨਾਲ ਨਾ ਪਤਾ ਲੱਗ ਜਾਂਦਾ ਕਿ ਜੇ ਕੋਈ ਇਹ ਕਹਿੰਦਾ ਨਾ ਕਿ ਮੈਂ ਇਹਦੇ ਬਾਰੇ ਮਤਲਬ ਅਕੈਡਮਿਕਸ ਦੇ ਵਿੱਚ ਜਦੋਂ ਤੁਸੀਂ ਕਿਸੇ ਪੋਇਟ, ਕਿਉਂਕਿ ਕਵਿਤਾ 'ਤੇ ਗੱਲ ਕਰ ਰਹੇ ਹਾਂ, ਪੋਇਟ ਬਾਰੇ ਲਿਖਦੇ ਹੋ, ਤੁਸੀਂ ਉਹਨੂੰ ਸਥਾਪਿਤ ਨਹੀਂ ਕਰ ਸਕਦੇ। ਉਹ ਸਥਾਪਿਤ ਲੋਕਾਂ ਨੇ ਕਰਨਾ ਜਾਂ ਉਹਦੀ ਪ੍ਰਤਿਭਾ ਨੇ ਕਰਨਾ, ਉਹ ਹੋ ਚੁੱਕਿਆ ਹੁੰਦਾ। ਜਿਹਦੇ ਬਾਰੇ ਬਹੁਤ ਘੱਟ ਲਿਖਿਆ ਗਿਆ ਉਹ ਵੀ ਕਵੀ ਹੈ। ਹੁਣ ਹਰਿੰਦਰ ਮਹਿਬੂਬ ਬਾਰੇ ਕਿੰਨਾ ਕੁ ਲਿਖਿਆ ਗਿਆ, ਬਿਨ ਭਾਰਤੀ ਬਾਰੇ, ਅਜਮੇਰ ਰੋਡੇ ਬਹੁਤ ਵੱਡਾ ਕਵੀ ਹੈ। ਅਜਮੇਰ ਰੋਡੇ ਬਾਰੇ ਤੁਸੀਂ ਮੈਨੂੰ 10 ਆਰਟੀਕਲ ਲੱਭ ਕੇ ਦਿਖਾਓ। ਉਹਦੀ ਡੂੰਘੀ ਕਵਿਤਾ। ਦੇਵ ਬਾਰੇ ਕਿੰਨੇ ਕੁ ਛਪੇ ਆ। ਹੁਣ ਮੇਰਾ ਪਿੱਛੇ ਸਿਰਜਣਾ 'ਚ ਛਪਿਆ ਸੀ, ਚਲੋ ਉਹ ਹੋਰ ਕਿਤੇ ਵੀ ਛਪਣਾ। ਦੇਵ ਬਾਰੇ PhD MPhil ਦੇ ਵਿੱਚ ਤਾਂ ਛੋਟੇ ਮੋਟੇ ਕੰਮ ਹੋਏ ਆ ਨਿੱਠ ਕੇ, ਇਹ ਕੋਈ, ਪਰ ਦੇਵ ਆ, ਭਾਰਤੀ ਆ, ਹਰਿੰਦਰ ਮਹਿਬੂਬ ਆ, ਅਜਮੇਰ ਰੋਡੇ, ਪਾਤਰ ਜਗਤਾਰ ਆ। ਉਹ ਠੀਕ ਆ ਕਿ ਟਰਡੀਸ਼ਨ ਦੇ ਵਿੱਚ ਇੱਦਾਂ ਗੱਲਾਂ ਕਈ ਵਾਰੀ ਵਾਪਰ ਜਾਂਦੀਆਂ ਨੇ ਕਿ ਵੱਡੇ ਕਵੀਆਂ ਬਾਰੇ ਕੋਈ ਲਿਖਦਾ ਨਹੀਂ, ਫਿਰ ਵੀ ਉਹ ਸਥਾਪਿਤ ਹੋ ਜਾਂਦੇ ਆ। ਇਹ ਮਸਲਾ ਜਿਹੜਾ ਸਥਾਪਤੀ ਦਾ, ਇਹ ਗੁਣਵੱਤਾ 'ਤੇ ਪਿਆ, ਤੁਹਾਡੀ ਕਾਵਿ ਭਾਸ਼ਾ 'ਚ ਪਿਆ, ਤੁਹਾਡੇ ਚਿੰਤਨ 'ਚ ਪਿਆ, ਤੁਹਾਡੀ ਕਾਵਿ ਭਾਸ਼ਾ ਦੀ ਪ੍ਰੌੜਤਾ 'ਚ ਪਿਆ। ਸਭ ਤੋਂ ਵੱਡੀ ਗੱਲ ਆ ਕਿ ਤੁਹਾਡੀ ਦਾਰਸ਼ਨਿਕਤਾ 'ਚ ਪਿਆ। ਉਹ ਜਿਹੜੀ ਕਵਿਤਾ ਫਿਲਾਸਫੀ ਦੀ ਭੈਣ ਆ, ਉਸ ਫਿਲਾਸਫੀ 'ਚ ਪਿਆ। ਮੇਕਅਪ ਲਈ ਤੁਹਾਨੂੰ ਕਿਤਾਬਾਂ ਦੱਸ ਦੇਣਗੀਆਂ, ਥਾਟ ਕਿੱਥੇ ਲੈ ਕੇ ਆਉਂਗੇ। ਇੱਕ ਵਾਰੀ ਡਾਕਟਰ ਮਨਮੋਹਨ ਨੇ ਕਿਹਾ, ਮਨਮੋਹਨ ਬਹੁਤ ਵੱਡਾ ਕਵੀ ਆ, ਚਿੰਤਕ ਵੀ ਬਹੁਤ ਪੜ੍ਹਦਾ, ਬਹੁਤ, ਤੇ ਉਹ ਕਹਿੰਦਾ ਵੀ ਯੋਗਰਾਜ ਆਪਾਂ ਰੂਪ ਦੀ ਜਨਰ ਦੀ ਜਿੰਨਾ ਮਰਜ਼ੀ ਗੱਲ ਕਰੀ ਜਾਈਏ, ਥਾਟ ਤੋਂ ਬਿਨਾਂ ਕਵਿਤਾ ਬਣਦੀ ਨਹੀਂ। ਜਿੰਨੀ ਥਾਟ ਡੂੰਘੀ ਹੋਏਗੀ, ਕਵਿਤਾ 'ਚ ਪਕਿਆਈ, ਡੂੰਘਿਆਈ, ਗਹਿਰਾਈ ਉਨੀ ਹੀ ਆਏਗੀ। ਮੈਂ ਚਰਸਤੇ ਦੀਵਾ ਜਗਾ ਦਿੱਤਾ ਹੈ, ਦੀਵੇ ਦਾ ਕਰਮ ਰੌਸ਼ਨੀ ਦੇਣਾ ਹੈ, ਦਿਸ਼ਾ ਦਿਖਾਣਾ ਨਹੀਂ। ਮੈਂ ਇਹਨੂੰ ਉੱਤਰ ਨਿਕਤਾ ਦੀ ਦ੍ਰਿਸ਼ਟੀ ਤੋਂ ਜਿਹੜੀ ਸਾਰਥਕ ਆ ਉਵੇਂ ਲੈਣਾ। ਮੇਰੀ ਪੜ੍ਹਤਾ
ਕਿ ਰਸਤੇ 4 ਨੇ, ਉਹਦੇ 'ਚ ਹਰ ਕਿਸੇ ਨੇ ਆਪਣਾ ਰਸਤਾ ਚੁਣਨਾ। 4 ਕੀ 40 ਨੇ, 400 ਨੇ। ਸੋ ਕੋਈ ਕਿਸੇ ਨੂੰ ਇੱਕ ਰਸਤੇ 'ਚ ਕਿਉਂ ਤੋਰੇਗਾ? ਸੰਵਾਦ ਦਾ ਕੰਮ ਆ ਕਿ ਬਸ ਜੇ ਤੁਸੀਂ ਕੋਈ ਚਰਸਤੇ 'ਚ ਦੀਵਾ ਲਗਾਉਣਾ, ਸੰਵਾਦ ਦਾ ਕੰਮ, ਦਿਸ਼ਾ ਦਿਖਾਣਾ ਨਹੀਂ, ਦਿਸ਼ਾ ਚਿੰਨ੍ਹ ਲਾਉਣਾ ਵਾ, ਚਿੰਨ੍ਹ ਲਾਉਣਾ ਤੇ ਦਿਸ਼ਾ ਲੱਭਣੀ ਆ। ਈਵਨ ਮੈਂ ਤਾਂ ਚਲੋ ਇੱਥੋਂ ਤੱਕ ਵੀ ਸੋਚਦਾ ਕਿ ਖੋਜ ਵਿਦਿਆਰਥੀਆਂ ਨੂੰ ਵੀ ਟੀਚਰਾਂ ਵੱਲੋਂ ਸਪੇਸ ਮਿਲਣੀ ਚਾਹੀਦੀ ਆ ਕਿ ਤੁਸੀਂ ਆਪਣੇ ਵਿਚਾਰਾਂ ਦੇ ਨਾਲ, ਤੁਸੀਂ ਆਪਣੇ ਵਿਚਾਰਾਂ ਦੇ ਨਾਲ ਸੰਵਾਦ ਰਚਾਓ, ਆਪਣੇ ਆਪ ਨਾਲ ਚਾਹੋ, ਦੂਜਿਆਂ ਨਾਲ, ਫਿਰ ਇੱਕ ਆਪਣਾ ਜੋ ਸੋਚਦੇ ਦਿਓ। ਤਾਂ ਤੁਸੀਂ ਗਿਆਨ ਦੀਆਂ ਚੀਜ਼ਾਂ ਦੱਸ ਸਕਦੇ ਹੋ, ਦੱਸੋ, ਪਰ ਇਹੀ ਸੱਚ ਹੈ। ਪੰਜਾਬੀ 'ਚ ਇਹ ਇੱਕ ਬਹੁਤ ਵੱਡਾ ਮਸਲਾ ਕਿ ਇਹੀ ਸੱਚ ਹੈ। ਈਵਨ ਇਤਿਹਾਸਕਾਰੀ 'ਚ ਵੀ ਇਹੀ ਹੋਇਆ। ਅਸੀਂ ਤਾਂ ਪੰਜਾਬੀ ਸਾਹਿਤ ਦਾ ਇਤਿਹਾਸ ਹੀ ਨਹੀਂ ਚੱਜ ਦਾ ਲਿਖ ਸਕੇ। ਇਨਫੋਰਮੇਸ਼ਨ ਹੈਗੀ ਆ, ਲੋਕਾਂ ਨੇ ਬੜਾ, ਮੋਹਨ ਸਿੰਘ ਦੀਵਾਨਾ ਵਰਗਿਆਂ ਨੇ, ਸਿੱਖੋਂ ਵਰਗਿਆਂ ਨੇ, ਚਲੋ ਪਰਮਿੰਦਰ ਸਿੰਘ ਸੇਲੋਰਾ ਨੇ, ਤੇ ਹੁਣ ਰਜਿੰਦਰਪਾਲ ਬਰਾੜ ਨੇ, ਉਹ ਸੂਚੀਆਂ ਬਣਾਉਣ ਦੀ ਕੋਸ਼ਿਸ਼ ਕੀਤੀ ਹੈ, ਆਪਣੇ ਵੱਲੋਂ ਮਿਹਨਤ ਕੀਤਾ, ਪਰ ਹਜੇ ਹੋਰ ਕਿੰਨੀਆਂ ਵੋਲੀਅਮ ਬਣਨ ਦੀ ਲੋੜ ਆ, ਕੱਲੀ ਵੋਲੀਅਮ ਬਣਨ ਦੀ ਲੋੜ ਆ। ਵੋਲੀਅਮ ਜਿਹੜੀਆਂ ਬਣੀਆਂ ਨੇ ਉਹਦੇ ਜਿਹੜੇ ਬੇਸਿਕ ਮੁੱਦੇ ਨੇ ਕਿ ਭਾਈ ਸਾਹਿਤ ਦੀ ਇਤਿਹਾਸਕਾਰੀ ਪ੍ਰਵਚਨ ਜਾਂ ਤੱਥ ਨੇ, ਜਾਂ ਫਿਰ ਹਿਸਟਰੀ ਦੇ ਕਈ ਵਿਦਵਾਨ ਇਹ ਕਹਿੰਦੇ ਆ ਕਿ ਜਿਹੜਾ ਸਿਰਜਣਾਤਮਕ ਸਾਹਿਤ ਆ ਉਹੀ ਪ੍ਰਮਾਣਿਕ ਆਧਾਰ ਬਣ ਸਕਦਾ। ਵੀ ਜੇ ਇਤਿਹਾਸਕਾਰੀ ਦੀ ਤਲਾਸ਼ ਕਰਨੀ ਹੈ ਨਾ ਤਾਂ ਉਹ ਸਾਹਿਤ ਦੇ ਵਿੱਚ ਕਰੋ, ਸਾਹਿਤ ਦਾ ਕੀ ਰੋਲ ਆ। ਸੋ ਇਹ ਬੜੇ ਡੂੰਘੇ ਮਸਲੇ ਨੇ। ਆਪਾਂ ਜਿਵੇਂ ਕਵਿਤਾ ਦੇ ਵਿੱਚ ਵੀ ਪ੍ਰਵਿਰਤੀਆਂ ਦੇਖਦੇ ਹਾਂ, ਨਾਵਲ ਦੇ ਵਿੱਚ ਵੀ ਪ੍ਰਵਿਰਤੀਆਂ ਦੇਖਦੇ, ਨਾਟਕ ਦੇ ਵਿੱਚ ਵੀ, ਯਾਨੀ ਕਿ ਹਰੇਕ, ਚਾਹੇ ਨਾਟਕ ਦੇ ਇਤਿਹਾਸ ਬਾਰੇ ਗੱਲ ਕਰ ਲਈਏ, ਚਾਹੇ ਪੰਜਾਬੀ ਕਵਿਤਾ ਦੇ, ਪ੍ਰਵਿਰਤੀਆਂ ਮਿਲਦੀਆਂ ਵਾ। ਦਲਿਤ ਪ੍ਰਵਿਰਤੀ, ਨਾਰੀ ਪ੍ਰਵਿਰਤੀ, ਜੁਝਾਰਵਾਦੀ ਪ੍ਰਵਿਰਤੀ, ਯਾਨੀ ਕਿ ਉਹਨਾਂ ਦੇ ਲਾਭ ਸਾਨੂੰ ਜ਼ਿਆਦਾ ਕਿ ਨੁਕਸਾਨ? ਕਿਉਂਕਿ ਵਰਗ ਵੰਡ ਹੋ ਜਾਂਦੀ ਹੈ ਫਿਰ ਉਸੇ ਤਰ੍ਹਾਂ ਜਦੋਂ ਅਸੀਂ ਕਹਿੰਦੇ ਕਿ ਇਹ ਦਲਿਤ ਪ੍ਰਵਿਰਤੀ ਆ। ਉਹ ਤੁਸੀਂ ਇਸ ਨੂੰ ਕਿਵੇਂ ਦੇਖਦੇ ਹੋ? ਗੱਲ ਇਹ ਆ, ਜੇ ਅਸੀਂ ਮਾਡਰਨ ਕਵਿਤਾ ਦਾ ਇਤਿਹਾਸ ਦੇਖੀਏ ਤਾਂ ਇਹ ਗਦਰ ਲਹਿਰ ਦੀ ਕਵਿਤਾ ਤੋਂ ਲੈ ਕੇ 80 ਤੱਕ ਕਾਵਿ-ਧਾਰਾਵਾਂ ਬਣ ਗਈਆਂ। ਕਿਉਂਕਿ ਜਦੋਂ ਕਵਿਤਾ ਦੀ ਸਟੱਡੀ ਹੁੰਦੀ ਆ ਜਾਂ ਸਾਹਿਤ ਦੀ ਸਟੱਡੀ, ਸਾਹਿਤ ਦੀ ਗੱਲ ਕਰਦੇ ਹਾਂ, ਜਦੋਂ ਸਾਹਿਤ ਦੀ ਸਟੱਡੀ ਹੁੰਦੀ ਆ ਤਾਂ ਉਹਦੇ ਲਈ ਇੱਕ ਸ਼ਬਦ ਵਰਤ ਲੈਂਦੇ ਹਾਂ। ਪ੍ਰਗਤੀਵਾਦ ਦਾ ਕਾਰਨ ਆਪਾਂ ਨੂੰ ਪਤਾ ਕਿ ਕਿੱਦਾਂ ਇਹਦੇ ਵਿੱਚ ਕਿਹੜੀ ਮੂਵਮੈਂਟ ਸੀ। ਇੱਦਾਂ ਹੀ ਜੁਝਾਰਵਾਦ ਜਾਂ ਕ੍ਰਾਂਤੀਕਾਰੀਵਾਦ ਜਾਂ ਕ੍ਰਾਂਤੀਕਾਰੀ ਜਾਂ ਨਕਸਲਾਈਟ ਪੋਇਟਰੀ ਕਿੱਦਾਂ ਬਣੀ, ਮੂਵਮੈਂਟਸ ਦੀ ਕਵਿਤਾ ਸੀ। ਗਦਰ ਲਹਿਰ ਵੀ ਇੱਕ ਮੂਵਮੈਂਟ ਸੀ। ਇਸੇ ਤਰ੍ਹਾਂ ਡਾਕਟਰ ਕਰਮਜੀਤ ਸਿੰਘ ਹੋਰਾਂ ਨੇ ਤਲਾਸ਼ ਕੀਤੀ ਕਿ ਧਾਰਾਵਾਂ ਤੋਂ ਬਾਹਰਲੇ ਕਵੀ, ਹਰਭਜਨ ਸਿੰਘ, ਹਰਨਾਮ, ਐਸ.ਐਸ. ਮੀਸ਼ਾ, ਸ਼ਿਵ ਕੁਮਾਰ ਬਟਾਲਵੀ, ਫਿਰ ਬਾਅਦ 'ਚ ਪ੍ਰਯੋਗਸ਼ੀਲ ਲਹਿਰ ਇੱਕ ਤਰ੍ਹਾਂ ਬਹੁਤ ਹੀ ਸੁਚੇਤ ਰੂਪ 'ਚ ਚਲਾਉਣ ਦਾ ਯਤਨ ਕੀਤਾ ਸੀ ਕਿ ਅਸੀਂ ਇਹ ਕਰ ਰਹੇ ਹਾਂ। ਪ੍ਰਵਿਰਤੀਆਂ ਅਕੈਡਮਿਕਲੀ ਲਿਟਰੇਚਰ ਨੂੰ ਅੰਡਰਸਟੈਂਡ ਕਰਨ ਵਾਸਤੇ ਲਾਭਦਾਇਕ ਨੇ, ਲਾਭਦਾਇਕ, ਪਰ ਇੱਕ ਪ੍ਰਵਿਰਤੀ ਖਤਮ ਕਰਕੇ ਅਗਲੀ ਪ੍ਰਵਿਰਤੀ ਫਿਰ ਉਹ ਸ਼ੁਰੂ ਹੋ ਜਾਂਦੀ ਹੈ। ਇੱਦਾਂ ਨਹੀਂ ਹੈਗਾ, ਇਹਨਾਂ 'ਚ ਕੰਟੀਨਿਊਟੀ ਹੁੰਦੀ ਆ। ਇਹਦੇ 'ਚ ਵੀ ਰੈਜੀਡਿਊਲ ਦਾ ਸਿਧਾਂਤ ਸਮਝਣ ਦੀ ਜ਼ਰੂਰਤ ਹੈ। ਰੈਜੀਡਿਊਲ, ਗ੍ਰੈਮਸ਼ੀ ਪੜ੍ਹਨ ਦੀ ਲੋੜ ਆ, ਰੇਮੰਡ ਵਿਲੀਅਮ। ਰੈਜੀਡਿਊਲ ਹੁੰਦਾ ਰਹਿੰਦ ਖੂੰਹਦ। ਮਤਲਬ ਜੇ ਕੋਈ ਇੱਕ ਸਿਸਟਮ ਖਤਮ ਹੁੰਦਾ ਤਾਂ ਅਗਲੇ ਸਿਸਟਮ ਦੇ ਵਿੱਚ ਜਾ ਕੇ ਸਾਰਾ ਕੁਝ ਤਬਾਹ ਨਹੀਂ ਹੋ ਜਾਂਦਾ। ਪ੍ਰਗਤੀਵਾਦ ਕੀ ਖਤਮ ਹੋ ਗਿਆ, ਕੰਟੀਨਿਊਟੀ। ਹੁਣ ਚਾਹੇ ਪ੍ਰਗਤੀਸ਼ੀਲ ਕਹਿ ਲਓ, ਹਾਂ, ਬਾਣੀ ਵੀ ਪ੍ਰੋਗਰੈਸਿਵ ਹੈ, ਬਿਲਕੁਲ ਕ੍ਰਾਂਤੀਕਾਰੀ ਪ੍ਰੋਗਰੈਸਿਵ, ਅੱਜ ਦਾ ਲਿਟਰੇਚਰ ਵੀ ਪ੍ਰੋਗਰੈਸਿਵ ਹੈ। ਇਸੇ ਤਰ੍ਹਾਂ ਅਸੀਂ ਪ੍ਰੋਗਰੈਸਿਵ ਦੀ ਜਗ੍ਹਾ ਹੁਣ ਜ਼ਿਆਦਾ ਸ਼ਬਦ ਪ੍ਰਤੀਰੋਧ। ਪ੍ਰਤੀਰੋਧ ਦਾ ਮਤਲਬ ਕੀ ਆ ਕਿ ਦਾਰਸ਼ਨਿਕ ਵਿਰੋਧ, ਲੌਜੀਕਲ ਵਿਰੋਧ ਨੂੰ ਪ੍ਰਤੀਰੋਧ ਕਿਹਾ ਜਾਂਦਾ। ਉਹ ਸਾਡੀ ਟ੍ਰੈਡੀਸ਼ਨ ਹੀ ਰਜਿਸਟੈਂਸ ਦੀ ਹੈ ਕਿ ਜਿਹੜੀ ਚੀਜ਼ ਅਮਾਨਵੀ ਆ, ਜਿਹੜੀ ਚੀਜ਼ ਦਮਨਕਾਰੀ ਹੈ, ਜਿਹੜੀ ਚੀਜ਼ ਮਨੁੱਖਾ ਵਿਰੋਧੀ ਆ, ਵੀ ਉਹਦਾ ਵਿਰੋਧ ਕਰਨਾ। ਤਾਂ ਪ੍ਰਤੀਰੋਧ ਤਾਂ ਕਬੀਰ ਬਾਣੀ 'ਚ ਆਲਾ ਦਰਜੇ ਦਾ, ਕ੍ਰਾਂਤੀਕਾਰੀ ਹੈ, ਰਵਿਦਾਸ ਬਾਣੀ ਦੇ ਵਿੱਚ ਆਲਾ ਦਰਜੇ ਦਾ। ਤਾਂ ਇਸੇ ਕਰਕੇ ਮੈਂ ਤਾਂ ਇੱਥੋਂ ਤੱਕ ਸੋਚਦਾ ਕਿ ਸਾਨੂੰ ਮੱਧਕਾਲ ਦੇ ਅਧਿਆਤਮਿਕ ਸਾਹਿਤ ਨੂੰ ਕ੍ਰਾਂਤੀਕਾਰੀ ਅਧਿਆਤਮਿਕ ਸਾਹਿਤ ਕਹਿਣਾ ਚਾਹੀਦਾ। ਇਹਦੇ ਅੱਗੇ ਵਿਸ਼ੇਸ਼ਣ ਕ੍ਰਾਂਤੀਕਾਰੀ
ਲਾਣਾ ਚਾਹੀਦਾ ਅਕੈਡਮੀਸ਼ੀਅਨ 'ਚ। ਸੋ ਉਹਦਾ ਜਵਾਬ ਤਾਂ ਜੋ ਤੁਸੀਂ ਸਵਾਲ ਦੇ ਰੂਪ 'ਚ ਪੁੱਛਿਆ ਸੀ ਕਿ ਪ੍ਰਵਿਰਤੀਆਂ ਦੀ ਪਛਾਣ ਹੋਣੀ ਚਾਹੀਦੀ ਆ ਸਮਝਣ ਸਮਝਾਉਣ ਵਾਸਤੇ। ਪਰ ਅਗਲੀ ਗੱਲ ਓਵਰਲੈਪ ਕਰਦੀਆਂ ਨੇ ਕਿਉਂਕਿ ਅੱਜ ਵੀ ਪਾਸ਼ ਦੀ ਪਰੰਪਰਾ ਨੂੰ ਲੈ ਕੇ ਅੱਜ ਵੀ ਡਾਕਟਰ ਹਰਭਜਨ ਸਿੰਘ ਜਿਹਨੂੰ ਸੋਝਵਾਦੀ ਕਿਹਾ ਜਾਂਦਾ, ਮੈਂ ਇਹਨੂੰ ਸੋਝਵਾਦੀ ਦੇ ਬਜਾਏ ਨਾ ਮਤਲਬ ਉਹਦੇ 'ਚ ਅਸਤਿਤਵਵਾਦ ਵੀ ਆ, ਉੱਤਰ ਆਧੁਨਿਕਤਾ ਦਾ ਵੀ ਦਖਲ ਆ, ਯਾਨੀ ਨਿਸ਼ਚਤਾਵਾਦ ਦੇ ਖਿਲਾਫ ਉਹਨੇ ਰੁੱਖ ਤੇ ਰਿਸ਼ੀ ਇੱਕ ਦਾਰਸ਼ਨਿਕ ਕਿਰਤ ਜਿੰਨੀ ਵਾਰੀ ਪੜ੍ਹੋਗੇ ਉਹਦੀ ਪੜ੍ਹ ਵੱਖਰੀ ਹੁੰਦੀ। ਹਾਂ, ਉਹਦੀ ਥੋੜਾ ਔਖੀ ਕਵਿਤਾ ਐਬਸਰਡਿਟੀ ਹੈ, ਸਿੰਬੋਲਿਜ਼ਮ ਹੈ, ਪਰ ਉਹਦੀ ਦਾਰਸ਼ਨਿਕਤਾ ਕੀ ਹੈ ਕਿ ਉਮੀ ਮਨੁੱਖ ਦੀ ਤਲਾਸ਼ ਹੈ। ਉਮੀ ਮਨੁੱਖ ਉਹ ਕਹਿੰਦੇ ਸਰਬ ਸਧਾਰਨ ਹੋਣਾ ਹੀ ਅਸਧਾਰਨ। ਵੱਡਾ ਬੰਦਾ ਕੌਣ? ਜਿਹੜਾ ਸਰਬ ਸਧਾਰਨ ਹੋਣਾ ਕੀ ਹੈ? ਕੋਰੇ ਹੋਣ ਦਾ ਵੀ ਪਾਠਾਂ ਦਾ ਗਿਆਨ ਜਿਹੜਾ ਇਹਦੇ 'ਚ ਵੀ ਗਿਆਨ ਕਿਵੇਂ ਸੱਤਾ ਦਾ ਹਿੱਸਾ ਬਣ ਜਾਂਦਾ, ਉਹਨਾਂ ਤੋਂ ਪਾਰ ਕਿੱਦਾਂ ਜਾਣਾ। ਮਿਸ਼ੇਲ ਫੂਕੋ ਜਿਹੜਾ ਮੈਡਨੈਸ ਐਂਡ ਸਿਵਲਾਈਜੇਸ਼ਨ ਦੀ ਗੱਲ ਹੈ ਕਿ ਸਭਿਅਤਾ ਜਿਹੜੀ ਕਿੱਦਾਂ ਪਾਗਲਪਣ 'ਚ ਤਬਦੀਲ ਹੁੰਦੀ ਹੈ ਜਦੋਂ ਪੂੰਜੀਵਾਦ ਦੇ ਵਿੱਚ ਪਲੀਤ ਹੁੰਦੀ ਹੈ। ਇਸੇ ਤਰ੍ਹਾਂ ਜਿਹੜੇ ਗਿਆਨ ਪ੍ਰਵਚਨ ਨੇ ਉਹ ਪਾਵਰ ਡਿਸਕੋਰਸ ਕਿੱਦਾਂ ਬਣਦੇ ਆ। ਤਾਂ ਅੱਜ ਕੀ ਆ, ਰੇਸ ਇਹ ਲੱਗੀ ਹੋਈ ਹੈ ਕਿ ਸੂਚਨਾ ਗਿਆਨ ਨੂੰ ਸੂਚਨਾ 'ਚ ਰਿਡਿਊਸ ਕਰਤਾ। ਸੂਚਨਾ ਸੱਤਾ ਪ੍ਰਾਪਤੀ ਹੈ। ਬਿਲਕੁਲ। ਕਾਰਪੋਰੇਟ ਕੀ ਆ ਕਿ ਵੱਧ ਤੋਂ ਵੱਧ ਸੂਚਨਾ ਇਕੱਠੀ ਕਰਕੇ ਡਾਟਾ, ਮੈਗਾ ਡਾਟਾ, ਵੱਡਾ ਜਿਹੜਾ ਮਹਾ ਡਾਟਾ ਪੈਸੇ ਇਕੱਠੇ ਕਰਨ ਦਾ, ਪੈਸੇ ਨਾਲ ਹਥਿਆਰ ਨੇ, ਸਰਕਾਰਾਂ ਨੂੰ ਚਲਾਉਣਾ, ਫੰਡਿੰਗ ਕਰਨੀ, ਸਰਕਾਰਾਂ ਨੂੰ ਸੰਭਾਲਣਾ। ਤਾਂ ਹੀ ਮੈਂ ਕਹਿੰਦਾ ਵੀ ਇਹ ਜਿਹੜੀ ਨਵੀਂ ਕਵਿਤਾ ਦਾ ਐਕਟਿਵਿਜ਼ਮ ਆ ਨਾ, ਇਹ ਸਲੋਗਨਰੀ ਏਡੀਐਮ ਨਾਲ ਨਹੀਂ ਕੰਮ ਚੱਲੇਗਾ। ਇਹਦਾ ਬਹੁਤ ਡੂੰਘੇ ਸਪਸ਼ਟ ਗਿਆਨ ਦੇ ਨਾਲ ਇਹ ਜਮੇਗੀ, ਨਹੀਂ ਤਾਂ ਹੌਲੀ ਲੋਕ ਭੁੱਲ ਜਾਣਗੇ। ਹੌਲੀ ਫਿਰ ਤਾਂ ਹੀ ਲੋਕ ਫਿਰ ਫੇਸਬੁੱਕ ਹੀ ਇਹ ਕਹਿਣਗੇ। ਇਹਨਾਂ ਨੂੰ ਤਾਂ ਜ਼ਿੰਮੇਵਾਰੀ ਦਾ ਅਹਿਸਾਸ ਵਧੇਰੇ ਹੋਣਾ ਚਾਹੀਦਾ। ਆਪਾਂ ਨਾ ਇਸ ਕਰਕੇ ਜ਼ਿਆਦਾ ਨਹੀਂ ਲੈ ਰਹੇ ਕਿ ਵਿਚਾਰਧਾਰਕ ਗੱਲਾਂ ਨੇ, ਵਿਚਾਰਧਾਰਕ ਗੱਲਾਂ ਹੀ ਹੋਣੀਆਂ ਚਾਹੀਦੀਆਂ ਨੇ। ਮੇਰਾ ਖਿਆਲ ਇਹ ਗੱਲ ਸਪਸ਼ਟ ਹੋ ਗਈ ਕਿ ਜਿਹੜੀਆਂ ਧਾਰਾਵਾਂ ਨੇ ਓਵਰਲੈਪ ਕਰਦੀਆਂ ਨੇ, ਕੰਟੀਨਿਊਟੀ ਰਹਿੰਦੀ ਹੈ ਇਹਨਾਂ 'ਚ, ਰੈਜੀਡਿਊਲ ਇੱਕ ਸਿਸਟਮ ਤੋਂ ਦੂਜੇ ਸਿਸਟਮ 'ਚ ਪਏ ਰਹਿੰਦੇ ਆ। ਇਹਨੂੰ ਵੀ ਸਮਝਣ ਦੀ ਜ਼ਰੂਰਤ ਆ। ਜਿਹੜਾ ਸ਼ਬਦ ਪ੍ਰਗਤੀਵਾਦ ਤੇ ਪ੍ਰਗਤੀਸ਼ੀਲ ਆ ਉਹਨੂੰ ਸਮਝਣ ਦੀ ਜ਼ਰੂਰਤ ਆ। ਇਵਨ ਜਿਹੜੀ ਇੱਕ ਹੋਰ ਗੱਲ ਮੈਂ ਟੱਚ ਕਰਨਾ ਚਾਹੁੰਦਾ ਸੀ, ਪੰਜਾਬੀ ਸਾਹਿਤ ਚਿੰਤਨ ਦੇ ਵਿੱਚ ਉੱਤਰ ਆਧੁਨਿਕਤਾ ਦੇ ਸੰਸਾਰ ਨੂੰ, ਉਹਦੇ ਪੈਰਾਡਾਈਮ ਨੂੰ ਬਹੁਤਾ ਗਲਤ ਸਮਝਿਆ ਗਿਆ। ਉਹਨੂੰ ਦੁਬਾਰਾ ਤੋਂ ਰੀਇੰਟਰਪ੍ਰੇਟ ਕਰਨ ਦੀ ਲੋੜ ਹੈ। ਜਿੱਥੋਂ ਤੱਕ ਤਾਂ ਉਹ ਇਤਿਹਾਸ ਦੇ ਅੰਤ ਵਾਲੀ ਗੱਲ ਆ, ਉਹ ਤਾਂ ਹੈਗੀ ਆ ਗਲਤ, ਪਰ ਉਹਦੇ 'ਚ ਜਿਹੜੀ ਰਜਿਸਟੈਂਸ ਦੀ ਗੱਲ ਆ, ਜਿਹੜੀਆਂ ਨਵੀਆਂ ਪਛਾਣਾਂ ਤੁਸੀਂ ਗੱਲ ਕਰਦੇ ਹੋ ਨਾ, ਦਲਿਤ ਪਛਾਣ, ਨਾਰੀ ਪਛਾਣ, ਉੱਤਰ ਆਧੁਨਿਕਤਾ ਨੇ ਇਹੋ ਜਿਹੀਆਂ ਜਿਹੜੀਆਂ ਲੋਕਲ ਪਛਾਣਾਂ ਨੇ, ਕਲਚਰਲ ਲੋਕਲ ਮਤਲਬ ਤੁਹਾਡੀਆਂ ਸੰਸਕ੍ਰਿਤੀ ਦੀਆਂ ਲੋੜਾਂ 'ਚੋਂ ਪੈਦਾ ਹੋਈਆਂ ਪਛਾਣਾਂ, ਇਹ ਰੀਅਲ ਨੇ, ਇਹ ਹਾਈਪਰ ਨੇ। ਇੱਕ ਹਾਈਪਰ ਰਿਐਲਿਟੀ ਹੈ ਜਿਹੜੀ ਐਡਵਰਟਾਈਜ਼ਮੈਂਟ ਬਣਾਉਂਦੀ ਆ ਕਿ ਇਹੋ ਜਿਹੀ ਪ੍ਰੋਡਕਟ ਵੇਚ ਦੇਣੀ ਜਿਹੜੀ 10 ਰੁਪਏ ਦੀ ਹੈ 100 ਦੀ ਵੇਚ ਦੇਣੀ, 60 ਰੁਪਏ ਐਡਵਰਟਾਈਜ਼ ਦੇ ਖਤਮ ਕਰ ਦੇਣੇ, ਇਮੇਜਸ ਬਣਾ ਕੇ, ਉਹ ਹਾਈਪ ਕ੍ਰੀਏਟ ਕਰਕੇ, ਉੱਚਾ ਬਣਾ ਕੇ ਚੀਜ਼ ਨੂੰ, ਉੱਚੀ ਦੁਕਾਨ ਫਿੱਕਾ ਪਕਵਾਨ, ਉਹ ਜਿਹੀ ਕਹਾਣੀ ਬਣਾ ਦੇਣੀ ਇਮੇਜਸ ਰਾਹੀਂ। ਉੱਤਰ ਆਧੁਨਿਕਤਾਵਾਦ ਇਹਨੂੰ ਸਟੱਡੀ ਕਰਦਾ, ਪਰ ਉਹਦੇ 'ਚ ਜਿਹੜੀਆਂ ਲੋਕਲ ਪਛਾਣਾਂ ਦਾ ਰੀਅਲ ਹੈ, ਇਹਨੂੰ ਜੇ ਤਾਂ ਪੰਜਾਬੀ ਬੰਦਾ ਉਹਦੀ ਰੀਅਲ ਦੀ ਪਛਾਣ ਕਰੇਗਾ ਪਾਰਦਰਸ਼ੀ ਭਾਸ਼ਾ ਰਾਹੀਂ, ਸਾਹਿਤ ਦੇ ਖੇਤਰ 'ਚ ਵੀ ਤੇ ਆਮ ਪ੍ਰੈਕਟੀਕਲ ਲਾਈਫ ਦੇ ਵਿੱਚ ਵੀ। ਸੋ ਤੁਹਾਡਾ ਕਹਿਣ ਦਾ ਮਤਲਬ ਜਿਹੜੀਆਂ ਪ੍ਰਵਿਰਤੀਆਂ ਉਹ ਅਕੈਡਮਿਕ ਸੌਖ ਦੇ ਲਈ ਵਰਤੀਆਂ ਜਾਂਦੀਆਂ? ਅਕੈਡਮਿਕ ਸੌਖ ਨਹੀਂ, ਇਹ ਜ਼ਰੂਰੀ ਹੈ, ਇਹ ਦਰਸ਼ਨ ਲਈ ਵੀ ਜ਼ਰੂਰੀ ਹੈ, ਫਿਲਾਸਫੀ ਲਈ ਵੀ ਜ਼ਰੂਰੀ ਨੇ। ਕਿਉਂਕਿ ਮੰਨ ਲਓ ਇੱਕ ਆਪਣੇ ਇਤਿਹਾਸ ਦੇ ਵਿੱਚ ਨਕਸਾਈਟ ਮੂਵਮੈਂਟ ਚੱਲੀ ਜਾਂ ਗਦਰ ਲਹਿਰ ਦੀ ਕਵਿਤਾ, ਗਦਰ ਲਹਿਰ ਨੇ ਕੀ ਰੋਲ ਅਦਾ ਕੀਤਾ, ਉਹਨੇ ਇੰਪੈਕਟ ਕੀ ਪਾਇਆ ਪੰਜਾਬੀ ਕਵਿਤਾ 'ਚ,
ਉਹ ਡਾਕੂਮੈਂਟ ਕਿੱਦਾਂ ਬਣਿਆ, ਫਿਰ ਉਹਨੂੰ ਗਦਰ ਲਹਿਰ ਦੀ ਕਵਿਤਾ ਕਹਿਣਾ ਪਏਗਾ। ਇੱਦਾਂ ਹੀ ਪ੍ਰਗਤੀਵਾਦ ਜੇ 1935 ਦੇ ਵਿੱਚ ਪੈਰਿਸ ਦੇ ਵਿੱਚ ਇੱਕ ਸੰਮੇਲਨ ਹੋਇਆ, ਉੱਥੇ ਇੱਕ ਮੈਨੀਫੈਸਟੋ ਤਿਆਰ ਹੋਇਆ। ਉਹ ਮੈਨੀਫੈਸਟੋ ਦੀ ਇਤਿਹਾਸਕ ਕੰਟਰੀਬਿਊਸ਼ਨ ਕੀ ਆ, ਹੌਲੀ ਹੌਲੀ ਉਹ ਫਿਰ ਜੜਤਾ ਵਾਲਾ ਬਣ ਗਿਆ, ਉਹਦੇ 'ਚ ਮਕੈਨੀਕਲ ਪੁਣਾ ਆ ਗਿਆ, ਉਹਦਾ ਵਿਰੋਧ ਹੋਇਆ। ਸੋ ਇਹ ਤਾਂ ਇਹ ਇੱਕ ਆਪਣੀ ਇਤਿਹਾਸ ਦੇ ਹਿੱਸੇ ਨੇ, ਇੱਦਾਂ ਹੀ ਬਣਦੇ ਆ। ਮਸਲਨ ਮੈਂ ਅੱਜ ਕਹਿ ਦਿੱਤਾ ਕਿ ਐਕਟੀਵਿਜ਼ਮ ਜਾਂ ਐਕਟੀਵਿਸਟ ਕਵਿਤਾ, ਕੱਲ੍ਹ ਨੂੰ ਕਈਆਂ ਨੇ ਕਹਿ ਦਿੱਤਾ ਤਾਂ ਹੌਲੀ ਹੌਲੀ ਉਹਨੂੰ ਕਹਿਣਗੇ ਵੀ ਇਹ ਐਕਟੀਵਿਸਟ ਕਵਿਤਾ ਦੇ ਇਹ 3-4 ਰੂਪ ਸਾਹਮਣੇ ਆ ਰਹੇ ਆ। ਮੈਂ ਜਦੋਂ 90 'ਚ ਕੰਮ ਕੀਤਾ ਸੀ ਤਾਂ ਤੁਸੀਂ ਦੇਖੋ ਕਿ ਪਹਿਲੇ ਵਾਰੀ ਮੈਂ ਇਹ ਰੁਝਾਨਾਂ ਬਾਰੇ ਗੱਲ ਕੀਤੀ ਸੀ ਕਿ ਵਿਸ਼ਵੀਕਰਨ ਦੇ ਪ੍ਰਤੀਰੋਧ ਦੀ ਕਵਿਤਾ, ਨਵ ਦਲਿਤ ਕਾਬੋ, ਉਹੀ ਪ੍ਰਤੀਰੋਧ ਦੀ ਕਵਿਤਾ, ਇਹੋ ਜਿਹੇ 6-7 ਮੈਂ ਰੁਝਾਨ ਪਛਾਣੇ ਸੀ ਤੇ ਅੱਜ 20 ਸਾਲਾਂ ਬਾਅਦ ਉਹੀ ਨਾਂ ਚੱਲ ਰਹੇ। ਡਾਕਟਰ ਸਾਹਿਬ, ਇੱਕ ਕੁਐਸਚਨ ਆਮ ਹੀ ਸਾਹਿਤਕ ਹਲਕਿਆਂ ਦੇ ਵਿੱਚ ਜਿਹੜਾ ਚਿੰਤਾ ਦਾ ਵਿਸ਼ਾ ਵੀ ਬਣਨਾ ਚਾਹੀਦਾ ਕਿ ਜੋ ਕੁਝ ਲਿਖਿਆ ਜਾ ਰਿਹਾ, ਚਾਹੇ ਉਹ ਨਾਵਲ ਲਿਖਿਆ ਜਾ ਰਿਹਾ, ਚਾਹੇ ਕਵਿਤਾ ਲਿਖੀ ਜਾ ਰਹੀ ਹੈ, ਚਾਹੇ ਨਾਟਕ ਲਿਖਿਆ ਜਾ ਰਿਹਾ, ਕਿ ਜਿਨ੍ਹਾਂ ਲਈ ਲਿਖਿਆ ਜਾ ਰਿਹਾ ਕਿ ਉਹਨਾਂ ਤੱਕ ਉਹ ਸਾਹਿਤ ਰੂਪ ਪਹੁੰਚ ਰਹੇ ਹੈ। ਉਹ ਦਿਲਜੀਤ ਅੱਜ ਨਹੀਂ, ਬੜੀ ਸ਼ੁਰੂ ਦਾ ਹੀ ਮਸਲਾ, ਸਾਹਿਤ ਕੌਣ ਲਿਖਦਾ ਤੇ ਕਿੱਦਾਂ ਲਿਖਿਆ ਜਾਂਦਾ ਇਹ ਤੇ ਮੁਨਸਰ ਕਰਦਾ। ਪਰ ਜਿਨ੍ਹਾਂ ਬਾਰੇ ਸਾਹਿਤ ਲਿਖਿਆ ਜਾਂਦਾ, ਮੰਨ ਲਓ ਕੋਈ ਆਪਣੇ ਆਪ ਨੂੰ ਕ੍ਰਾਂਤੀਕਾਰੀ ਸਾਹਿਤਕਾਰ ਕਹਿੰਦਾ, ਉਹ ਮਜ਼ਦੂਰ ਬਾਰੇ ਕੋਈ ਨਾਵਲ ਲਿਖਦਾ, ਮਜ਼ਦੂਰ ਹੋ ਸਕਦਾ ਉਹਨੂੰ ਨਾ ਪੜ੍ਹੇ, ਇਵਨ ਉਹਨਾਂ ਦੀ ਜਿਹੜੀ ਭਾਸ਼ਾ ਵੀ ਹੈ ਨਾ, ਉਹ ਭਾਸ਼ਾ ਵੀ ਕਈ ਵਾਰੀ ਉਹਨਾਂ ਨੂੰ ਨਹੀਂ ਸਮਝ ਆਉਂਦੀ ਹੈਗੀ। ਇਹ ਤਾਂ ਹੈਗਾ ਹੀ ਆ, ਇਹ ਤਾਂ ਲਿਟਰੇਚਰ ਐਂਡ ਰੈਵੂਲੇਸ਼ਨ ਕਿਤਾਬ ਆ ਲੂਸ਼ਨ ਦੀ, ਚੀਨ ਦਾ ਸਾਹਿਤਕਾਰ ਸੀ। ਉਹਨੇ ਮਤਲਬ ਇਹੀ ਮੁੱਦਾ ਉਠਾਇਆ ਸੀ ਕਿ ਇਨਕਲਾਬ ਪਹਿਲਾਂ ਆਉਂਦਾ, ਜੇ ਕੋਈ ਕਿਸ ਗੱਲ ਤਾਂ ਮੰਨਣ ਦੀ ਆ ਵੀ ਇਹ ਮੈਂ ਮੰਨਦਾ ਕਿ ਸਮਾਜਵਾਦੀ ਇਨਕਲਾਬ ਆ ਜਾਂ ਇਹ ਕਮਿਊਨਿਸਟ ਇਨਕਲਾਬ ਆ। ਮੰਨ ਲਓ ਜਿਹੜਾ 1949-48 'ਚ ਆਇਆ ਸੀ ਚਾਈਨਾ, ਉਹ ਕਹਿੰਦੇ ਪਹਿਲਾਂ ਕਿਸਾਨੀਆਂ ਅਤੇ ਵਰਕਿੰਗ ਕਲਾਸ ਦੇ ਕੰਬੀਨੇਸ਼ਨ ਦੇ ਨਾਲ ਚੀਨ ਦੇ ਵਿੱਚ ਕਮਿਊਨਿਜ਼ਮ ਆਇਆ, ਪਰ ਉਹ ਲਿਟਰੇਚਰ ਉਹ ਤੋਂ ਪ੍ਰਭਾਵਿਤ ਬਾਅਦ 'ਚ ਪੈਦਾ ਹੋਇਆ। ਤੁਸੀਂ ਦੇਖੋਗੇ ਕਿ ਗੋਰਕੀ, ਮੈਕਸਿਮ ਗੋਰਕੀ ਦਾ ਜਿਹੜਾ ਮਾਂ 1905 ਦੇ ਵਿੱਚ ਜਦੋਂ ਲਿਖਿਆ ਗਿਆ, ਜਦੋਂ ਇਨਕਲਾਬ ਆ ਕੇ ਫੇਲ ਇਨਕਲਾਬ ਮੰਨਿਆ ਜਾਂਦਾ ਜਿਹੜਾ 1917 ਤੋਂ ਪਹਿਲਾਂ, ਉਹਦੇ ਬਾਰੇ ਨਾਵਲ ਪੜ੍ਹਿਆ ਨਾ? ਬਿਲਕੁਲ ਜੀ। ਚੀਜ਼ ਪਹਿਲਾਂ ਵਾਪਰਦੀ ਆ, ਇਸੇ ਕਰਕੇ ਮਾਰਕਸਵਾਦ ਦਾ ਸਿਧਾਂਤ ਆ ਕਿ ਜਿਹੜੇ ਪਦਾਰਥਕ ਹਾਲਾਤ ਨੇ ਉਹ ਕ੍ਰਾਂਤੀਕਾਰੀ ਪਰਿਸਥਿਤੀਆਂ ਨੂੰ ਤਿਆਰ ਕਰਦੇ ਨੇ, ਉਹਦੇ 'ਚ ਸਾਹਿਤਕਾਰ ਦੀ, ਬੁੱਧੀਜੀਵੀ ਦੀ, ਅਧਿਆਪਕ ਦੀ ਭੂਮਿਕਾ ਹੁੰਦੀ ਆ, ਪਰ ਉਹ ਉਹਨੂੰ ਬਦਲਦੇ ਆ, ਉਹ ਨਹੀਂ ਹੈ। ਇਸੇ ਕਰਕੇ ਵਾਟ ਇਜ਼ ਟੂ ਬੀ ਡਨ ਦੇ ਵਿੱਚ ਲੈਨਨ ਨੇ ਕਿਹਾ ਸੀ ਕਿ ਜਿਹੜੀ ਟ੍ਰੇਡ ਯੂਨੀਅਨਾਂ ਦੇ ਵਿੱਚ ਵੀ ਜਾਂ ਪ੍ਰੋਲੇਤਾਰੀ ਸ਼੍ਰੇਣੀ ਦੇ ਵਿੱਚ ਜਿਹੜੀ ਕੌਨਸ਼ੀਅਸਨੈਸ ਆ, ਸਮਾਜਿਕ ਚੇਤਨਤਾ ਤੇ ਰਾਜਨੀਤਿਕ ਚੇਤਨਤਾ, ਉਹ ਲਿਜਾਣੀ ਪਏਗੀ। ਮਤਲਬ ਜਿਹੜਾ ਤਾਂ ਇਹ ਇਨਕਲਾਬੀ ਤਬਦੀਲੀਆਂ ਦੀ ਵਿਚਾਰਧਾਰਾ, ਉਸ ਦ੍ਰਿਸ਼ਟੀ ਦੇ ਵਿੱਚ ਵੀ ਸਾਹਿਤਕ ਨੈਰੇਟਿਵ ਬਾਅਦ ਦੇ ਵਿੱਚ ਲਿਖੇ ਜਾਂਦੇ ਆ, ਪਹਿਲਾਂ ਘਟਨਾਵਾਂ ਵਾਪਰਦੀਆਂ ਨੇ। ਤੁਸੀਂ ਦੇਖੋ ਹੁਣ ਵੀ ਜਦੋਂ ਮੈਂ ਕਹਿੰਦਾ ਨਾ ਕਿ ਇਹ ਚੀਜ਼ ਵਾਪਰੀ ਆ ਤੇ ਉਹਨੂੰ ਰਿਸਪੌਂਡ ਲਿਟਰੇਚਰ ਕਰ ਰਿਹਾ, ਵਾਟ ਡਜ਼ ਇਟ ਮੀਨ? ਇਹਦਾ ਅਰਥ ਇਹੀ ਹੋਇਆ ਕਿ ਪੰਜਾਬ ਦੇ ਵਿੱਚ ਬੇਰੁਜ਼ਗਾਰੀ ਵਧੀ, ਨਸ਼ਿਆਂ ਦੀ ਸਮੱਸਿਆ ਆਈ, ਮਾਈਗ੍ਰੇਸ਼ਨ ਚੱਲੀ, ਸਾਰਾ ਪੰਜਾਬ ਹੀ ਉੱਜੜ ਕੇ ਜ਼ਮੀਨਾਂ ਵੇਚ ਕੇ ਚਲੋ ਜੀ ਕੈਨੇਡਾ, ਚਲੋ ਜੀ ਨਿਊਜ਼ੀਲੈਂਡ, ਆਸਟ੍ਰੇਲੀਆ, ਚੀਜ਼ਾਂ ਵਾਪਰੀਆਂ। ਸਾਹਿਤ ਨੇ ਉਹਨੂੰ ਰਿਸਪੌਂਡ ਕੀਤਾ। ਪਦਾਰਥਕ ਹਾਲਾਤ ਪਹਿਲਾਂ ਚੀਜ਼ਾਂ ਨੂੰ ਵਾਪਰਨ ਦੇ ਆਧਾਰ ਪੈਦਾ ਕਰਦੀਆਂ ਨੇ, ਇਹ ਚੀਜ਼ ਸਮਝਣ ਦੀ ਜ਼ਰੂਰਤ ਆ। ਸਰ, ਜਿਵੇਂ ਬਹੁਤ ਸਾਰੀਆਂ ਸਾਹਿਤ ਅਕੈਡਮੀਆਂ ਵੀ ਆ, ਸਾਹਿਤ ਸਭਾਵਾਂ ਵੀ ਆ, ਪਰਸਨਲੀ ਆਪਾਂ ਕਿਸੇ ਦਾ ਨਾਮ ਨਹੀਂ ਵੀ ਲੈਂਦੇ, ਤਾਂ ਕੀ ਇਹਨਾਂ ਦਾ ਯੋਗਦਾਨ ਕੀ ਰਿਹਾ? ਜਿਹੜੀਆਂ ਸਾਡੇ ਸਮੇਂ-ਸਮੇਂ 'ਤੇ ਮੂਵਮੈਂਟਾਂ, ਹੁਣ ਚਾਹੇ ਕਿਸਾਨ ਮੂਵਮੈਂਟ ਹੋਵੇ, ਚਾਹੇ ਬੇਰੁਜ਼ਗਾਰ ਅਧਿਆਪਕਾਂ ਦੀ ਮੂਵਮੈਂਟ ਸੀ, ਕੀ ਰੋਲ ਰਿਹਾ ਇਹਨਾਂ ਦਾ? ਸਰ ਦੇਖੋ, ਇੱਕ ਗੱਲ ਤਾਂ ਹੈਗੀ ਆ, ਬਾਬਾ ਫਰੀਦ ਤੋਂ ਲੈ ਕੇ ਸੁਰਜੀਤ ਪਾਤਰ ਤੱਕ
ਜਾਂ ਆਪਾਂ ਨਵਿਆਂ ਚੋਂ ਬਿਲਕੁਲ ਕਹਿੰਦੇ ਆ ਗੁਰਪ੍ਰੀਤ ਤੱਕ, ਜਸਵੰਤ ਜ਼ਫਰ ਤੱਕ। ਇੱਦਾਂ ਹੀ ਮੈਂ ਕਹਿੰਦਾ ਕਿ ਜਿਹੜੇ ਹੁਣ ਚਾਹੇ ਕੋਈ ਪਾਰਟੀ 'ਚ ਕੰਮ ਕਰਦਾ ਪਰ ਸਾਹਿਤ ਦੇ ਨੇੜੇ ਨੇ, ਉਹਨਾਂ 'ਚ ਕੋਈ ਵੀ ਨਾਂ ਲੈ ਲਓ। ਪੰਜਾਬੀ ਸਾਹਿਤ ਪ੍ਰਗਤੀਸ਼ੀਲ ਰਿਹਾ, ਹਾਂ ਦਾ ਨਾਰਾ ਮਾਰਦਾ ਰਿਹਾ। ਜਦੋਂ ਬਾਬਰ ਨੇ ਹਮਲਾ ਕੀਤਾ ਤਾਂ ਪੈਗੰਬਰ ਕ੍ਰਾਂਤੀਕਾਰੀ ਨਾਨਕ ਨੇ ਆਵਾਜ਼ ਉਠਾਈ। ਬਿਲਕੁਲ। ਤੇ ਹੁਣ ਵੀ ਜਦੋਂ ਕਿਤੇ ਪੰਜਾਬੀ ਬੋਲੀ ਭਾਸ਼ਾ ਨੂੰ ਆਵਾਜ਼ ਉੱਠਦੀ ਹੈ, ਚਾਹੇ 10 ਬੰਦੇ ਇਕੱਠੇ ਹੋਣ ਸਾਹਿਤਕਾਰ, ਚਾਹੇ 100 ਹੋਣ। ਮੈਂ ਹਾਲਾਂਕਿ ਜਦੋਂ ਦੀ ਐਕਟਿਵਿਜ਼ਮ ਛੱਡਿਆ ਬਹੁਤ ਘੱਟ ਜਾਂਦਾ, ਪਰ ਜਦੋਂ ਵੀ ਜਾਂਦਾ ਉੱਥੇ ਮੰਤਰੀਆਂ ਦੇ ਨਾਲ ਬੜੀ ਬਹਿਸ ਹੁੰਦੀ ਹੈ ਜੀ, ਇਹ ਤੁਸੀਂ ਪੰਜਾਬੀ 'ਚ ਇਹ ਕਿਉਂ ਕਰਤਾ। ਸੋ ਇਸ ਪੱਖੋਂ ਤਾਂ ਸਾਹਿਤਕਾਰਾਂ ਦਾ ਰੋਲ ਪੰਜਾਬੀ 'ਚ ਰਿਹਾ, ਸੰਸਥਾਵਾਂ ਦਾ ਰੋਲ ਵੀ ਰਿਹਾ। ਪਰ ਦੂਜੀ ਗੱਲ ਇਹ ਆ ਕਿ ਇਹਨਾਂ ਸੰਸਥਾਵਾਂ ਦੇ ਵਿੱਚ, ਅਕੈਡਮੀਆਂ ਦੇ ਵਿੱਚ ਸਮੇਤ ਯੂਨੀਵਰਸਿਟੀਆਂ 'ਚ ਕੋਈ ਸਮੱਸਿਆ ਨਹੀਂ, ਸਮੱਸਿਆ ਵੀ ਵੱਡੀਆਂ ਨੇ। ਸੁਸਤੀ ਆ ਜੋ ਅਸੀਂ ਕਰਨਾ ਸੀ ਪੰਜਾਬੀ ਲਿਟਰੇਚਰ ਲਈ, ਪੰਜਾਬੀ ਕੌਮ ਲਈ, ਨਹੀਂ ਕੀਤਾ। ਮਤਲਬ ਜਿੱਦਾਂ ਨਾ ਕਿ ਜਦੋਂ ਬੰਦੇ ਕੋਲ ਪੈਸਾ ਆ ਜੇ ਕੰਮਕਾਰ ਛੱਡ ਦਿਓ, ਤੇ ਮੇਰੀ ਤਾਂ ਕ੍ਰਾਂਤੀ ਆ ਗਈ, ਇਹ ਵੀ ਸਮੱਸਿਆ। ਤੀਜੀ ਗੱਲ ਜਿਹੜੀ ਧਿਆਨ ਨਾਲ ਵਿਚਾਰਧਾਰਕ ਤੌਰ 'ਤੇ ਸਮਝਣ ਵਾਲੀ ਆ, ਪੋਲੂਸ਼ਨ ਵਾਲੀ ਹੈ ਕਿ ਕਈ ਵਾਰੀ ਅਸੀਂ ਸਾਹਿਤਕਾਰ ਦਾ ਐਜ ਏ ਐਕਟਿਵਿਸਟ ਰੋਲ ਆ ਬਹੁਤ ਵੱਡਾ ਸਮਝ ਲੈਂਦੇ ਹਾਂ, ਆਸ ਵੱਡੀ ਕਰ ਲੈਂਦੇ ਹਾਂ। ਉਹ ਆਸ ਜਿਹੜਾ ਰੀਅਲ ਐਕਟਿਵਿਸਟ ਆ ਉਹਦਾ ਹੁੰਦਾ। ਹੁਣ ਬੇਰੁਜ਼ਗਾਰ ਅਧਿਆਪਕ ਯੂਨੀਅਨ 'ਚ ਵਿਚਾਰੇ ਜਿਹੜੇ ਸਫਰਰ ਨੇ, ਕੱਲ੍ਹ ਨੂੰ ਮੰਗ ਤਾਂ ਉਹਨਾਂ ਨੇ ਮਨਵਾਉਣੀ ਹੈ। ਬਿਲਕੁਲ ਮੰਗ ਉਹਨਾਂ ਨੇ ਮਨਵਾਉਣੀ ਆ। ਜੇ ਕੋਈ ਲੈਕਚਰ ਦੇ ਕੇ ਉੱਥੇ ਜਾ ਕੇ ਸਾਹਿਤਕਾਰ ਆ, ਠੀਕ ਆ, ਆਪਣਾ ਰੋਲ ਅਦਾ ਕਰਦਾ, ਉਹਨੇ ਇਨੀਸ਼ੀਏਟਿਵ ਤਾਂ ਉਹਨੇ ਨਹੀਂ ਲਿਆ। ਇਨੀਸ਼ੀਏਟਿਵ ਦਾ ਜਿਹੜਾ ਡਾਇਰੈਕਟ ਹਿੱਟ ਆ, ਠੀਕ ਹੈ ਨਾ, ਇਹ ਹੋ ਜਾਂਦਾ ਕਈ ਵਾਰੀ ਕੋਈ ਐਕਟਿਵਿਸਟ, ਜਿਵੇਂ ਆਪਾਂ ਪੰਜਾਬੀ ਕਵਿਤਾ ਦੇ ਰੈਫਰੈਂਸ ਨਾਲ ਗੱਲ ਕੀਤੀ ਆ, ਕੋਈ ਐਕਟਿਵਿਸਟ ਨਾਲ ਕਵੀ ਵੀ ਆ, ਨਾਵਲਕਾਰ ਵੀ ਆ। ਜਿੱਦਾਂ ਦਵਿੰਦਰ ਪੂਨੀਆ ਇੱਕ ਆਪਣੇ ਟੀਚਰ ਨੇ, ਮੈਂ ਨਿੱਜੀ ਤੌਰ 'ਤੇ ਜਾਣਦਾ। ਇੱਦਾਂ ਹੀ ਮਾਸਟਰ ਕੁਲਦੀਪ ਨੇ, ਚਲੋ ਇਹ ਮਾਈਕਰੋ ਲੈਵਲ 'ਤੇ ਨਾ, ਉਹ ਹੁਣ ਤਾਂ ਕੁਲਦੀਪ ਪ੍ਰੋਫੈਸਰ ਆ, ਪਹਿਲਾਂ ਸਕੂਲ ਦੇ ਵਿੱਚ ਪੜ੍ਹਾਇਆ, ਫਿਰ B.Ed ਕਾਲਜ। ਯਾਨੀ ਇਹ ਜਾ ਕੇ ਬੋਲਦੇ ਵੀ ਨੇ, ਜਿਵੇਂ ਡਾਕਟਰ ਸੁਖਦੇਵ ਆ, ਡਾਕਟਰ ਸਰਬਜੀਤ ਆ, ਇੱਦਾਂ ਹੀ ਸੁਰਜੀਤ ਪਾਤਰ ਨੇ, ਇੱਦਾਂ ਹੀ ਡਾਕਟਰ ਸੁਰਜੀਤ ਪਟਿਆਲੇ ਵਾਲੇ ਨੇ, ਬੜੇ ਨੇ। ਮਤਲਬ ਜਦੋਂ ਵੀ ਕਦੇ ਵਿਦਿਆਰਥੀ ਮੂਵਮੈਂਟ ਚੱਲਦੀ ਹੈ, ਪੰਜਾਬੀ ਸਾਹਿਤ ਦੀ ਗੱਲ ਚੱਲਦੀ ਹੈ, ਬੇਰੁਜ਼ਗਾਰੀ ਦੀ ਗੱਲ ਚੱਲਦੀ ਹੈ, ਤਾਂ ਇਹ ਜਾ ਕੇ ਬੀਇੰਗ ਇੱਕ ਚੇਤਨ ਪ੍ਰਾਣੀ ਵੀ ਹਾਂ ਅਸੀਂ ਸਮਾਜ ਦੇ ਦੁੱਖਾਂ ਦਰਦਾਂ ਨੂੰ ਮਹਿਸੂਸ ਕਰਦੇ ਹਾਂ, ਇਹ ਨਹੀਂ ਹੋਣਾ ਚਾਹੀਦਾ। ਹਾਂ ਦਾ ਨਾਰਾ ਮਾਰਦੇ ਆ, ਪਰ ਇਹਨਾਂ ਦਾ ਕੋਈ ਫੈਸਲਾ ਕੁਲ ਰੋਲ ਹੋਏਗਾ, ਇਹ ਨਹੀਂ ਮੈਂ ਮੰਨਦਾ। ਫੈਸਲਾ ਕੁਲ ਰੋਲ ਨਹੀਂ ਹੁੰਦਾ। ਲਗਭਗ ਪੰਜਾਬੀ ਸਾਹਿਤ ਵਿੱਚ ਪੰਜਾਬ ਦੀਆਂ ਸਮੱਸਿਆਵਾਂ ਨੂੰ ਚਿਤਰਿਆ ਗਿਆ ਵਾ। ਮੇਰਾ ਆਖਰੀ ਕੁਐਸਚਨ ਆ ਕਿ ਉਹਨਾਂ ਸਮੱਸਿਆਵਾਂ ਨੂੰ, ਉਹਨਾਂ ਦੇ ਹੱਲ ਕੀ ਹੋ ਸਕਦੇ ਨੇ ਤੁਹਾਡੇ ਅਨੁਸਾਰ? ਮਤਲਬ ਕਿੱਦਾਂ ਦੀਆਂ ਸਮੱਸਿਆਵਾਂ ਪੰਜਾਬੀ? ਜਿਵੇਂ ਪੰਜਾਬੀ ਸਾਹਿਤ ਦੇ ਵਿੱਚ ਬੇਰੁਜ਼ਗਾਰੀ ਨੂੰ ਵੀ ਲਿਆ ਗਿਆ ਵਾ। ਪੰਜਾਬੀ ਜੇ ਆਪਾਂ ਮੈਂ ਸਮਝ ਗਿਆ ਦਲਜੀਤ, ਆਪਾਂ ਵੱਡਾ ਵਿਸ਼ਾ, ਇਹਦੇ ਬਾਰੇ ਤਾਂ ਸਗੋਂ ਮੈਂ ਲਿਖਣ ਬਾਰੇ ਵੀ ਸੋਚਦਾ ਸੀ ਕਿ ਕਿਸੇ ਅਖਬਾਰ 'ਚ ਲੇਖ ਲਿਖਾਂ। ਪੰਜਾਬੀ ਸਾਹਿਤ ਨਾਲ, ਪੰਜਾਬੀ ਸਾਹਿਤ ਦੀ ਅਕਾਦਮਿਕਤਾ ਨਾਲ ਜੁੜੇ ਜਿਹੜੇ ਵਿਦਿਆਰਥੀ ਨੇ, ਪਿਛਲੇ 15 ਸਾਲ ਤੋਂ ਸਭ ਤੋਂ ਵੱਧ ਉਹਨਾਂ ਨੂੰ ਨੁਕਸਾਨ ਹੋ ਰਿਹਾ ਲਗਾਤਾਰ। ਵੈਸੇ ਤਾਂ ਸਾਰੀ ਜਿਹੜੀ ਯੂਥ ਆ ਟੋਟਲ ਪੰਜਾਬ ਦੀ, ਕੀ ਭਾਰਤ ਦੀ, ਹਾਇਰ ਐਜੂਕੇਸ਼ਨ ਸਰਕਾਰ ਦੀ ਪ੍ਰਾਇਓਰਟੀ ਨਹੀਂ, ਇਹ ਮੈਂ ਬੜਾ ਸਪਸ਼ਟ ਕਹਿਣਾ, ਕੋਈ ਪ੍ਰਾਇਓਰਟੀ ਨਹੀਂ। ਪੋਸਟਾਂ ਦੀ ਕਮੀ ਨਹੀਂ, ਪੋਸਟ ਭਰੀ ਨਹੀਂ ਜਾ ਰਹੀ। ਪੋਸਟਾਂ ਦੀ ਕਮੀ ਨਹੀਂ, ਪੋਸਟ ਭਰੀ ਕੋਈ ਨਹੀਂ ਜਾ ਰਹੀ। ਮਤਲਬ ਜੇ ਪੰਜਾਬੀ ਦੀ ਉਦਾਹਰਨ ਲੈਣੀ ਹੋਵੇ, ਕਾਲਜਾਂ ਦੇ ਵਿੱਚ ਹਜ਼ਾਰਾਂ ਪੋਸਟਾਂ ਨੇ। ਮਤਲਬ ਸਕੂਲ, ਕਾਲਜ, ਯੂਨੀਵਰਸਿਟੀਆਂ ਜੇ ਮਿਲਾਈਏ ਤਾਂ ਇਹ 20,000 ਦੇ ਕਰੀਬ ਪੋਸਟਾਂ ਬਣਦੀਆਂ ਨੇ। ਜੇ ਪ੍ਰਾਇਮਰੀ ਨਾਲ ਜੋੜ ਲਈਏ ਤਾਂ 10,000 ਹੋਰ ਜੋੜ ਲਓ ਤਾਂ ਨੌਕਰੀ ਮਿਲ ਸਕਦੀ ਆ। ਸਿਰਫ ਜੀ ਸਾਡੇ ਕੋਲ ਕਰੰਸੀ ਨਹੀਂ, ਬਜਟ ਨਹੀਂ, ਬੇਰੁਜ਼ਗਾਰੀ ਕ੍ਰੀਏਟ ਕੀਤੀ ਗਈ ਆ
ਹਾਇਰ ਐਜੂਕੇਸ਼ਨ ਨੂੰ ਇਗਨੋਰ ਕਰਕੇ ਭਾਰਤ ਤੇ ਪੰਜਾਬ ਦੀਆਂ ਜਿਹੜੀਆਂ ਇਕਨੋਮਿਕ ਪਾਲਿਸੀਜ਼ ਨੇ ਉਹਨਾਂ ਨੂੰ ਪੀਪਲ ਫਰੈਂਡਲੀ ਨਾ ਬਣਾ ਕੇ, ਠੀਕ ਆ ਸਮੱਸਿਆਵਾਂ ਨੇ, ਮੈਂ ਇਕਨੋਮੀ ਦਾ ਮਾਹਰ ਨਹੀਂ, ਪਰ ਇੰਨੀ ਕੁ ਇਕਨੋਮੀ ਤਾਂ ਸਮਝਦਾ ਵੀ ਤੁਹਾਨੂੰ ਪਿਛਲੇ 20 ਸਾਲਾਂ ਤੋਂ ਪੋਸਟ ਕੋਈ ਨਹੀਂ ਕੱਢਦੇ। ਤੁਸੀਂ ਤਾਂ ਪਰ ਪੰਜਾਬੀ ਦਾ ਜ਼ਿਕਰ ਕੀਤਾ, ਅੱਜ ਤੋਂ 25 ਸਾਲ ਪਹਿਲਾਂ 229 ਪੋਸਟਾਂ ਨਿਕਲੀਆਂ ਸੀ 25 ਸਾਲ ਪਹਿਲਾਂ, ਉਹ ਵੀ ਉਸ ਤੋਂ 15 ਸਾਲ ਪਹਿਲਾਂ ਚੱਲਦੀਆਂ ਸੀ। ਉਸ ਤੋਂ ਬਾਅਦ ਇੱਕ ਵੀ ਪੱਕੀ ਪੋਸਟ ਨਹੀਂ ਨਿਕਲੀ। 21,000 ਮਿਲਦਾ, 25,000 ਮਿਲਦਾ, 25,800 ਮਿਲਦਾ, 15,000 ਮਿਲਦਾ, 13,000 ਮਿਲਦਾ, 8,000 ਮਿਲਦਾ, 5,000 ਵੀ ਮਿਲਦਾ। ਹਾਂ ਚਲੋ 5,000 ਤੋਂ ਲੈ ਕੇ 25,800 ਤੱਕ, ਇਹਦੇ ਨਾਲ ਤਾਂ ਕਿਸੇ ਦਾ ਜੇਬ ਖਰਚ ਨਹੀਂ ਚੱਲਦਾ ਹੈਗਾ। ਇਹਨੂੰ ਪਾਕਟ ਮਨੀ ਸਮਝਦੇ ਆ ਚੰਗੀਆਂ ਫੈਮਲੀਆਂ ਵਾਲੇ, ਜਿਹੜੇ ਸਾਧਨ ਸੰਪੰਨ ਲੋਕ ਨੇ। ਇਸੇ ਕਰਕੇ ਲੋਕ ਬਾਹਰ ਭੱਜਦੇ ਆ। ਇਹ ਸਮੱਸਿਆ ਬਹੁਤ ਡੂੰਘੀ ਆ। ਮੈਂ ਪਹਿਲਾਂ ਦਲਜੀਤ ਕਹਿੰਦਾ ਹੁੰਦਾ ਸੀ ਵੀ ਯਾਰ ਨਹੀਂ, ਨਿਰਾਸ਼ ਨਾ ਹੋ, ਐਮਫਿਲ ਕਰੋ, PhD ਕਰੋ। ਹੁਣ ਸੱਚੀ ਗੱਲ ਹੈ, ਦੁਖੀ ਹੋ ਕੇ, ਨਿਰਾਸ਼ ਹੋ ਕੇ, ਭਾਵੁਕ ਹੋ ਕੇ ਇਹ ਗੱਲ ਕਹਿਣਾ ਵੀ ਬੇਟਾ ਜੇ ਦਾ ਲੱਗਦਾ ਟਰੱਕ ਚਲਾ, ਜਾ ਕੇ ਵਰਕਸ਼ਾਪ ਚਲਾ, ਗਰੋਸਰੀ ਸ਼ਾਪ ਲੈ ਲੈ, ਰੁਜ਼ਗਾਰ ਬਾਹਰ ਜੇ ਮਿਲਦਾ ਵੀ ਇੱਥੇ ਤਾਂ ਪਤਾ ਨਹੀਂ ਕਦ ਮਿਲੇ। ਇਹ ਸਨ ਸਾਡੇ ਨਾਲ ਡਾਕਟਰ ਜੋਗਰਾਜ ਜੀ, ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਪੰਜਾਬੀ ਕਵਿਤਾ ਤੇ ਸਾਡੇ ਨਾਲ ਕੁਝ ਅਕੈਡਮਿਕ ਜੋ ਕਿ ਸੰਸਥਾਵਾਂ ਨਾਲ ਸੰਬੰਧਿਤ ਸਵਾਲ ਸੀ, ਬਹੁਤ ਜਿਹੜੇ ਚਰਚਿਤ ਹੁੰਦੇ ਸੀ ਸਭਾਵਾਂ ਦੇ ਵਿੱਚ, ਅਕੈਡਮੀਆਂ ਦੇ ਵਿੱਚ। ਬੇਸ਼ੱਕ ਇਹ ਸਿੱਧੇ ਰੂਪ ਵਿੱਚ ਸਵਾਲ ਨਹੀਂ ਕੀਤੇ ਜਾਂਦੇ ਸਨ। ਅੱਜ ਡਾਕਟਰ ਸਾਹਿਬ ਨੇ ਸਾਡੇ ਨਾਲ ਬੇਹੱਦ ਵਿਸਥਾਰ ਨਾਲ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ। ਮੈਂ ਸ਼ੁਕਰੀਆ ਕਰਦਾ ਡਾਕਟਰ ਸਾਹਿਬ ਤੁਹਾਡਾ। ਥੈਂਕ ਯੂ ਦਲਜੀਤ, ਬੈਸਟ ਆਫ ਲੱਕ। ਥੈਂਕ ਯੂ।